मैं वैसे सोचदा सीगा हाँ जी भी तुहाडे नाल प्रोग्राम करना जदों हाँ जी ਇਹਦੇ ਵਾਸਤੇ ਕੋਈ ਜ਼ਰੂਰੀ ਕੰਡੀਸ਼ਨ ਹੈ ਵੀ ਉਹਦੇ ਲਈ ਜਿਹਨੇ ਕਰਨਾ ਹੋਵੇ ਉਹਨੂੰ ਮਗਦੇ ਬੋਲ ਸੁਣਨਾ ਜ਼ਰੂਰੀ ਹੈ? ਨਹੀਂ ਆਇਦਾ ਉਹ ਅਸਲ ਚ ਉਹਨਾਂ ਦੀ ਨਾ ਮਜਬੂਰੀ ਬਣੀ ਹੋਈ ਆ। ਉਹ ਕਹਿੰਦੇ ਵੀ ਸਾਨੂੰ ਇਹ ਨਾ ਇੱਕ ਮਾਨਸਿਕ ਰੋਗ ਆ। ਹਾਂਜੀ ਜਦੋਂ ਮੈਨੂੰ ਪਤਾ ਨਹੀਂ ਹੁਣ ਇਹਨੂੰ ਤੁਸੀਂ ਟਰਮ ਦੇ ਵਿੱਚ ਕਿੱਦਾਂ ਪਾਉਣਾ। ਜਿਹੜੇ ਨਾ ਸਾਈਕੀਐਟ੍ਰਿਕ ਹੈਗੇ ਆ, ਜਿਹੜੇ ਸਾਈਕੋਲੋਜੀ ਦੀ ਦਾ ਸਟੱਡੀ ਕਰਦੇ ਆ, ਉਹਨਾਂ ਨੂੰ ਪਤਾ ਹੋਣਾ ਇਹ ਕਈ ਕਲਚਰਾਂ ਦੀ ਸਮੱਸਿਆ ਆ ਤੇ ਕਈਆਂ ਦੇ ਸੁਭਾਅ ਦੀ ਆ। ਉਹਦੇ ਵਿੱਚ ਪਤਾ ਕੀ ਹੁੰਦਾ, ਕਿਉਂਕਿ ਮੈਂ 2006 ਚ ਕੋਰਸ ਕੀਤਾ ਸੀ, ਉਦੋਂ ਮੈਂ ਰਿਅਲਾਈਜ਼ ਕੀਤਾ ਸੀ। ਉਹਦੇ ਚ ਉਹ ਗੱਲ ਜਿਹੜਾ ਸਾਡਾ ਟ੍ਰੇਨਰ ਸੀਗਾ ਉਹ ਕਹਿ ਰਿਹਾ ਸੀ ਵੀ ਤੁਸੀਂ ਜਦੋਂ ਨਾ ਕਿਸੇ ਨੂੰ ਗੱਲ ਕਹਿਣੀ ਆ, ਕੰਮ ਕਹਿਣਾ ਆ, ਤੁਸੀਂ ਆਪਣਾ ਪੱਖ ਰੱਖਣਾ ਆ। ਆਪਣਾ ਪੱਖ ਰੱਖਣਾ ਸੁਲਝੀ ਹੋਈ ਭਾਸ਼ਾ ਚ। ਤੇ ਉਹ ਕਹਿੰਦਾ, ਉਹ ਬੰਦਾ ਮੋਰੇ ਸਵਾਲ ਪੁੱਛਿਆ ਇੱਕ ਨੇ, ਕਹਿੰਦਾ ਜੀ ਵੀ ਜੇ ਅਗਲਾ ਨਾ ਸੁਣੇ, ਕਹਿੰਦਾ ਕੋਈ ਸਿਨਾਰੀਓ ਦੱਸੋ, ਐਗਜ਼ਾਮਪਲ ਦਿਓ। ਉਹ ਕਹਿੰਦਾ ਵੀ ਮੰਨ ਲਓ 4:30 ਵੱਜ ਗਏ ਆ, ਤੁਸੀਂ ਘਰ ਨੂੰ ਜਾਣਾ, ਘਰੋਂ ਮੈਸੇਜ ਆ ਗਿਆ ਤੁਹਾਡੇ ਜਾਂ ਬੱਚੇ ਦੀ ਅਪੁਆਇੰਟਮੈਂਟ ਆ ਤੇ ਉਧਰੋਂ ਤੁਸੀਂ ਲੋਡਿੰਗ ਕਰ ਰਹੇ ਆ, ਬੜਾ ਜ਼ਰੂਰੀ ਸਮਾਨ ਆ ਕੰਪਨੀ ਦਾ, ਜੇ ਉੱਥੇ ਪੌਣਾ ਘੰਟਾ ਹੋਰ ਲੱਗ ਜਾਣਾ, ਕਿਸੇ ਗੱਲ ਕਰਕੇ ਟਰੱਕ ਖਰਾਬ ਹੋ ਗਿਆ, ਪ੍ਰੋਬਲਮ ਹੋ ਗਈ, ਤੇ ਅਗਲਾ ਤੁਹਾਨੂੰ ਕਹਿੰਦਾ ਵੀ ਤੂੰ ਕਰਕੇ ਜਾਈ ਤੂੰ, ਪਰ ਤੁਹਾਡੀ ਅਪੁਆਇੰਟਮੈਂਟ ਆ। ਉਹ ਕਹਿੰਦਾ, ਸਾਈਕੋਲੋਜਿਸਟ ਕਹਿੰਦਾ ਵੀ ਤੁਸੀਂ ਉਹਨੂੰ ਆਪਣੀ ਭਾਸ਼ਾ ਦੀ ਜਿਹੜੀ ਸੁਲਝੀ ਹੋਈ ਭਾਸ਼ਾ ਚ ਉਹਨੂੰ ਕਹੋ ਵੀ ਮੈਂ ਅੰਡਰਸਟੈਂਡ ਕਰਦਾ ਆ, ਇਹ ਬਹੁਤ ਜ਼ਰੂਰੀ ਆ, ਮੈਨੂੰ ਪਤਾ ਹੈ ਮੇਰੀ ਜੌਬ ਆ, ਇਹ ਮੇਰੇ ਤੋਂ ਬਿਨਾਂ ਹੋਣੀ ਨਹੀਂ ਹੈਗੀ, ਪਰ ਮੇਰਾ ਆਪਣੇ ਬੱਚੇ ਦੀ ਅਪੁਆਇੰਟਮੈਂਟ ਤੇ ਜਾਣਾ ਇਦੋਂ ਵੀ ਜ਼ਰੂਰੀ ਆ, ਵੀ ਮੈਂ ਹੁਣ ਜਾ ਰਿਹਾ, ਮੈਂ ਸਵੇਰੇ ਆ ਕੇ ਇਹਨੂੰ ਕਰੂੰਗਾ। ਤੇ ਬਾਰ-ਬਾਰ ਰਿਪੀਟ ਕਰੋ। ਤੇ ਉੱਥੇ ਨਾ ਗੱਲ ਇੱਥੇ ਜਾ ਕੇ ਮੁੱਕੀ। ਉਹ ਕਹਿੰਦੇ ਵੀ ਕਈ ਜਿਹੜੇ ਪਰਸਨੈਲਿਟੀਆਂ ਜਿਹੜੀਆਂ ਉਹ ਇਦਾਂ ਦੀਆਂ ਆ। ਉਹ ਲੇਡੀ ਇੱਥੇ ਡਿਸਟ੍ਰਿਕਟ ਹੈਲਥ ਬੋਰਡ ਦੇ ਵਿੱਚ ਲੱਗੀ ਹੋ ਸੀ, ਉਹਨੂੰ ਜਦੋਂ ਦੱਸਿਆ, ਉਹ ਕਹਿੰਦੇ ਵੀ ਕਈ ਇਦਾਂ ਦੇ ਬੰਦੇ ਹੁੰਦੇ ਆ, ਜਦੋਂ ਤੱਕ ਉਹਨਾਂ ਨਾਲ ਤੁਸੀਂ ਨਾ ਉੱਚੀ ਆਵਾਜ਼ ਦੇ ਵਿੱਚ ਗੁੱਸੇ ਨਾਲ ਗੱਲ ਨਾ ਕਰੋ, ਉਹਨਾਂ ਨੂੰ ਕਹੋ ਨਾ, ਉਹ ਸੁਣਦੇ ਨਹੀਂ ਗੱਲ। ਉੱਥੇ ਜਾ ਕੇ ਇਹ ਹੋਇਆ ਵੀ ਇਹ ਕਈਆਂ ਦੇ ਕਈ ਕਲਚਰ ਦੀ ਸਮੱਸਿਆ ਹੈ ਤੇ ਕਈਆਂ ਦੇ ਆਪਣੇ ਦਿਮਾਗ ਦੀ। ਉਹਨਾਂ ਨੂੰ ਲੱਗਦਾ ਵੀ ਸਾਨੂੰ ਅਹਿਮੀਅਤ, ਹੁਣ ਮੇਰੀ ਗੱਲ ਧਿਆਨ ਨਾਲ ਸੁਣੀ ਗਈ ਆ। ਬਿਲਕੁਲ ਬਿਲਕੁਲ। ਜਦੋਂ ਨਾ ਕਿਸੇ ਨੂੰ ਤੁਸੀਂ ਜਿੱਦਾਂ ਕੋਈ ਜਣਾ ਆਪਣੇ ਆਪ ਨੂੰ ਬਹੁਤ ਪਛੜਿਆ ਮਹਿਸੂਸ ਕਰਦਾ ਆ, ਜਦੋਂ ਉਹਨੂੰ ਲੱਗਦਾ ਵੀ ਮੈਨੂੰ ਇਗਨੋਰ ਕੀਤਾ ਜਾ ਰਿਹਾ ਆ, ਉਦੋਂ ਕੀ ਹੁੰਦਾ ਆ, ਉਹਦਾ ਦਿਮਾਗ ਜਿਹੜਾ ਆ ਉਹ ਹਿੱਲਦਾ ਉਦੋਂ, ਸਟਿਮੂਲੇਟ ਉਦੋਂ ਹੁੰਦਾ ਜਦੋਂ ਉਹਨੂੰ ਟੋਕਿਆ ਜਾਂਦਾ ਵੀ ਇਹ ਨਾ ਕਰ। ਉਨਾ ਚਿਰ ਉਹ ਤਾਂ ਪਰੇ ਬੈਠਾ, ਕੁਛ ਕਰਤਾ ਰਿਹਾ ਹੀ ਨਹੀਂ। ਉਹਨੂੰ ਕੋਈ ਉਹਦੀ ਸਲਾਹ ਨਹੀਂ ਲੈ ਰਿਹਾ, ਕੋਈ ਉਹਨੂੰ ਕਹਿ ਨਹੀਂ ਰਿਹਾ ਵੀ ਤੂੰ ਆਹ ਕਰਕੇ ਆਹ ਕਰ ਲਈ, ਆਹ ਕਰਕੇ ਆਹ ਕਰ ਲਈ। ਉਹ ਬਿਲਕੁਲ ਅਲੱਗ ਥਲੱਗ ਹੋਇਆ ਪਿਆ। ਜਦੋਂ ਉਹ ਜਿਹੜੀ ਚੀਜ਼ ਆ ਉਹ ਦਿਮਾਗ ਤੇ ਅਸਰ ਕਰ ਜਾਂਦੀ ਆ, ਫਿਰ ਉਹ ਹਰੇਕ ਕੰਮ ਦੇ ਵਿੱਚ ਜਾ ਕੇ ਬਿੰਗਾ ਟੇਢਾ ਕੁਛ ਨਾ ਕੁਛ ਹੱਥ ਪਾਉਂਦਾ। ਤੇ ਜਦੋਂ ਉਹਨੂੰ ਤੁਸੀਂ ਫੜ ਕੇ ਕਹਿੰਦੇ ਆ ਵੀ ਤੂੰ ਇਹ ਮਸ਼ੀਨ ਨੂੰ ਹੱਥ ਨਾ ਲਾ, ਤੇਰੇ ਕੋਲ ਲਾਇਸੈਂਸ ਨਹੀਂ, ਫਿਰ ਉਹਨੂੰ ਆਪਣੀ ਅਹਿਮੀਅਤ ਲੱਗਦੀ ਆ। ਇਹ ਬੰਦੇ ਵੀ ਜਿਹੜੇ ਮਾਨਸਿਕ ਇੱਕ ਕਿਸਮ ਦੇ ਰੋਗੀ ਆ, ਇਹਨਾਂ ਨੂੰ ਲੱਗਦਾ ਵੀ ਸਾਨੂੰ ਇਦਾਂ ਝਿੜਕੋ, ਸਾਡੀਆਂ ਵੀਡੀਓ ਚਲਾ ਕੇ ਸਾਨੂੰ ਲਾਹਣਤਾਂ ਪਾਓ ਪੇ ਮੂਰਖੋ, ਇਦਾਂ ਨਹੀਂ, ਮਤਲਬ ਫਿਰ ਇਹਨਾਂ ਨੂੰ ਲੱਗੂਗਾ ਵੀ ਹਾਂ ਹੁਣ ਠੀਕ ਹੈ, ਹੁਣ ਠੀਕ ਹੈ। ਯਾਨੀ ਕਿ ਇਹੀ ਸੋਚ ਹੁੰਦੀ ਸੀ ਪਹਿਲਾਂ ਪ੍ਰਭਦੀਪ ਹੁਣਾਂ ਦੀ ਵੀ ਅਸੀਂ ਇਥੋਂ ਕਹਿ ਦਿੱਤਾ, ਖਾਲਸਾ ਨਿਊਜ਼ ਤੇ ਛਪ ਗਿਆ, ਤੇ ਉਹ ਮੰਨ ਕੇ ਤੁਰਦੇ ਸੀਗੇ ਵੀ ਹੁਣ ਭਾਈ ਰਣਜੀਤ ਸਿੰਘ ਇਹਦਾ ਨੋਟਿਸ ਲੈਣ। ਉਹਨਾਂ ਨੇ ਸੁਣ ਲਿਆ ਵਾ, ਉਹਨਾਂ ਨੇ ਇਹਨੂੰ ਪੜ੍ਹ ਲਿਆ, ਕਿਉਂਕਿ ਅਸੀਂ ਕਹਿ ਦਿੱਤਾ ਹੈ। ਉਹ ਤਾਂ ਅਜੇ ਵੀ ਸਟੇਟਮੈਂਟ ਦਿੰਦਾ ਵੀ ਅਸੀਂ ਨਾ 2016 ਦੇ ਵਿੱਚ ਅਸੀਂ ਕਿਹਾ, ਅਸੀਂ ਉਦੋਂ ਵੀ ਕਿਹਾ ਇਹਨੂੰ, ਢੱਡਰੀ ਵਾਲੇ ਨੂੰ। ਉਹ ਮਤਲਬ ਆਪਣੀ ਸਟੇਟਮੈਂਟ ਨੂੰ ਇਦਾਂ ਕਹਿ ਰਿਹਾ ਜਿੱਦਾਂ ਬੰਦਾ ਕਹਿੰਦਾ ਹੁੰਦਾ ਵੀ ਇਹ ਕਾਨੂੰਨ ਤਾਂ ਜੀ 2016 ਦਾ ਬਣਿਆ ਆ। ਜ਼ਮੀਨ ਨਹੀਂ, ਹੈਰਾਨੀ ਦੀ ਗੱਲ ਆ ਮੈਨੂੰ ਨਾ। ਤੁਸੀਂ ਨਾਂ ਲਿਆ ਹੁਣੇ ਥੋੜਾ ਚਿਰ ਪਹਿਲਾਂ, ਪਾਲ ਸਿੰਘ ਗਰੇਵਾਲ। ਮੇਰਾ ਖਿਆਲ ਇਹਦਾ ਹੀ ਆ ਨਾ ਲੇਖ ਜਿਹੜਾ ਖਾਲਸਾ ਨਿਊਜ਼ ਤੇ ਪਾਇਆ ਹੋਇਆ।
ਉੱਥੇ ਉਹ ਲਿਖਿਆ ਨਹੀਂ ਸੀ ਗਰੇਵਾਲ ਜਾਂ ਪੁਰੇਵਾਹੀ ਦਾ ਨਾਮ ਲਿਖਿਆ ਨਹੀਂ, ਇਹਦਾ ਮੈਨੂੰ ਲੱਗਦਾ ਸੀਗਾ ਵੀ ਉਹਨਾਂ ਦਾ ਹੀ ਹੋਣਾ ਜਿੱਦਾਂ। ਤੇ ਪ੍ਰੋਗਰਾਮ ਵੀ ਮੇਰਾ ਖਿਆਲ ਉਹਨਾਂ ਦਾ ਕਰਦਾ ਰਿਹਾ ਪਹਿਲਾਂ, ਹਨਾ ਇਹਨਾਂ ਦੇ ਜਿੱਦਾਂ ਪੋਸਟਰ ਮੈਂ ਦੇਖਿਆ। ਹਾਂਜੀ, ਮੈਂ ਮਹੀਨਾ ਕੁ ਪਹਿਲਾਂ ਸ਼ਾਇਦ ਅੱਗੇ ਵੀ ਦੱਸਿਆ ਸੀਗਾ ਵੀ ਮੇਰੀ ਕਿਸੇ ਪੋਸਟ ਦੇ ਉੱਤੇ ਇਹਨੇ ਕਮੈਂਟ ਪਾਇਆ ਹੋਇਆ ਸੀ ਥੱਲੇ ਜਾ ਕੇ। ਹਾਂਜੀ, ਤੇ ਥੱਲੇ ਉਹਨਾਂ ਦਾ ਲਿੰਕ ਭੇਜਿਆ ਹੋਇਆ ਸੀ ਵੀ ਉਹਨਾਂ ਦੇ ਸਵਾਲਾਂ ਦੇ ਸੁਹਿਰਦਤਾ ਦੇ ਨਾਲ ਜਵਾਬ। ਜਾਣੀ ਕਿ ਪਹਿਲਾਂ 2-3 ਘੰਟੇ ਮੈਂ ਉਹਨਾਂ ਦਾ ਪ੍ਰੋਗਰਾਮ ਸੁਣ ਕੇ ਫਿਰ ਉਹਦੇ ਵਿੱਚ ਲੱਭਾਂ ਮੇਰੇ ਤੇ ਸਵਾਲ ਕਿਹੜਾ ਸੀ। ਏਦਾਂ ਹੀ ਹੈ ਕਿ 2-3 ਜਾਣੇ ਦੇ ਮੈਂ ਜਿੱਦਾਂ ਕੱਢੇ ਆ, ਜਿੱਦਾਂ ਉਹਨਾਂ ਦੇ ਮੈਨੂੰ ਮੈਸੇਜ ਆਏ ਹੋਏ ਏਦਾਂ ਨਾਲ ਉਹਨਾਂ ਦਾ ਲਿੰਕ ਭੇਜਿਆ। ਤੇ ਜਦੋਂ ਮੈਂ ਉੱਥੇ ਜਾ ਕੇ ਚੈੱਕ ਕਰਦਾ ਵਾ ਬੰਦੇ ਉਹੀ ਆ ਸਾਰੇ ਜਿਹੜੇ ਉੱਥੇ ਪੁੱਠੇ ਸਿੱਧੇ ਕਮੈਂਟ ਕਰਦਾ। ਤੇ ਇੱਥੇ ਕਹਿੰਦੇ ਵੀ ਸੁਹਿਰਦਤਾ ਦੇ ਨਾਲ ਜਵਾਬ ਦਿੱਤੇ ਵੀ ਜਾਣੀ ਪਹਿਲਾਂ 2-3 ਘੰਟੇ ਉਹਨਾਂ ਦੇ ਪ੍ਰੋਗਰਾਮ ਸੁਣੀਏ ਫਿਰ ਉਹਦੇ ਵਿੱਚ ਲੱਭੀ ਵੀ ਸਾਡੇ ਤੋਂ ਸਵਾਲ ਕਰਾ। ਨਹੀਂ ਮੈਂ ਸੁਣੇ ਗਿਆਨੀ ਜੀ, ਮੈਂ ਸੁਣੇ ਆ ਪ੍ਰੋਗਰਾਮ। ਗੱਲ ਪਤਾ ਕੀ ਆ, ਜਿਹੜੀ ਗੱਲ ਨੂੰ ਆਧਾਰ ਬਣਾ ਕੇ ਤੁਸੀਂ ਆਪਣੀ ਗੱਲ ਸ਼ੁਰੂ ਕੀਤੀ ਆ ਨਾ। ਹਾਂਜੀ, ਜਿੱਦਾਂ ਹੁਣ ਤੁਸੀਂ ਤੁਹਾਡੀ ਜਿਹੜੀ ਵਿਚਾਰ ਰੇਡੀਓ ਤੇ ਹੋਈ ਆ ਸ਼ੁਰੂ ਤੋਂ ਲੈ ਕੇ, ਤੁਸੀਂ ਇੱਕ ਚੀਜ਼ ਮੰਨ ਕੇ ਚੱਲੇ ਆ। ਤੁਸੀਂ ਮੰਨ ਕੇ ਇਹ ਚੱਲੇ ਆ ਵੀ ਜਿਹੜਾ ਸੰਤੋਖ ਸਿੰਘ ਨੇ ਗ੍ਰੰਥ ਲਿਖਿਆ ਨਾ, ਜਿਹੜਾ 10ਵੇਂ ਗ੍ਰੰਥ ਲਿਖਿਆ ਆ, ਅਸੀਂ ਨਹੀਂ ਮੰਨਦੇ ਇਹ ਕਿਸੇ ਗੁਰੂ ਦੇ ਸਿੱਖ ਦਾ ਲਿਖਿਆ ਆ, ਜਾਂ ਇਹ ਗੁਰਬਾਣੀ ਨਾਲ ਮੇਲ ਖਾਂਦਾ ਆ, ਜਾਂ ਇਹ ਗੁਰ ਇਤਿਹਾਸ ਦੀ ਗੱਲ ਆ। ਬਿਲਕੁਲ ਠੀਕ ਹੈ ਜੀ। ਜਿਸ ਕਰਕੇ ਅਸੀਂ, ਜੇ ਤੁਸੀਂ ਕਹਿੰਦੇ ਆ ਵੀ ਇਹ ਨਹੀਂ ਗੁਰੂ ਦੇ ਸਿੱਖ ਦਾ ਹੀ ਆ, ਤੇ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ। ਬਿਲਕੁਲ ਜੀ। ਅੱਛਾ, ਹੁਣ ਕੋਈ ਬੰਦਾ ਤੁਹਾਡੇ ਜਿਹੜੇ ਤੁਸੀਂ ਸਵਾਲ ਕੀਤੇ ਆ ਉਹਦੇ ਜਵਾਬ ਦੇ ਵਿੱਚ ਉਸੇ ਗ੍ਰੰਥ ਵਿੱਚੋਂ ਲਿਖੀ ਹੋਈ ਪੰਕਤੀ ਚੱਕ ਕੇ ਕਹੇ ਵੀ ਆਹ ਦੇਖੋ ਤਾਂ ਲਿਖਿਆ ਆ, ਤੇ ਤੁਸੀਂ ਕਹੋਗੇ ਨਾ ਵੀ ਭਾਈ ਇਹਦੇ ਬਾਰੇ ਤਾਂ ਸਾਡਾ ਸਵਾਲ ਸੀਗਾ। ਬਿਲਕੁਲ। ਤੇ ਅਸੀਂ ਨਹੀਂ ਮੰਨਦੇ। ਇਹ ਜਿੱਥੋਂ ਇੱਕ ਪੰਕਤੀ ਚੱਕੀ ਆ, ਤੁਸੀਂ ਇਹ ਤੋਂ ਪਹਿਲੇ 20 ਪੇਜ ਪੜ੍ਹ ਕੇ ਦੇਖ ਲਓ, ਤਾਂ ਗਾਹਾਂ ਦੇ 20 ਪੇਜ ਪੜ੍ਹ ਕੇ ਦੇਖ ਲਓ। ਬਿਲਕੁਲ। ਠੀਕ ਹੈ, ਇਹ ਗੱਲ ਇਹ ਸਾਰੀ। ਹੁਣ ਕੋਈ ਬੰਦਾ ਕਹੇ, ਹੁਣ ਅਸੀਂ ਕਹੀਏ ਵੀ ਸਾਨੂੰ ਨਹੀਂ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਸੰਚਾਰ ਕਰਵਾਇਆ ਹੋਵੇ। ਕੋਈ ਬੰਦਾ ਕਹੇ ਵੀ ਨਾ ਜੀ ਆ ਸੂਰਜ ਪ੍ਰਕਾਸ਼ ਵਿੱਚ ਲਿਖਿਆ ਆ, ਕਰਵਾਇਆ। ਹਾਂਜੀ, ਫਿਰ ਅਸੀਂ ਕਹਾਂਗੇ ਨਾ ਵੀ ਭਾਈ ਉਹ ਸੂਰਜ ਪ੍ਰਕਾਸ਼ ਦੀ ਸਾਰੀ ਸਾਖੀ ਲਿਆ। ਬਿਲਕੁਲ। ਵੀ ਸਾਖੀ ਸ਼ੁਰੂ ਹੁੰਦੀ ਆ ਵੀ ਪੰਡਤ ਆ ਕੇ ਕਹਿ ਰਿਹਾ ਆ ਵੀ ਜੇ ਤੂੰ ਖਾਲਸੇ ਨੂੰ ਅਮਰ ਕਰਨਾ ਚਾਹੁੰਦਾ ਤਾਂ ਇੱਕ ਦੇਵੀ ਪ੍ਰਗਟ ਕਰ ਦਿੰਦਾ ਮੈਂ ਤੈਨੂੰ। ਬਿਲਕੁਲ। ਜਿਹੜੀ ਤੇਰੇ ਨਾਲ ਹਿਮਕੁੰਡ ਭਗਤੀ ਕਰਦੀ ਰਹੀ ਆ। ਬਿਲਕੁਲ। ਉੱਥੋਂ ਲੈ ਕੇ ਸਾਰਾ ਪੜੋ ਪ੍ਰਸੰਗ, ਫੇਰ ਲੱਗੂ। ਅੱਛਾ, ਹੁਣ ਇਹ ਜਿਹੜੇ ਇਹ ਆ ਜਰਮਨ ਵਾਲੇ, ਉਹ ਬਾਰ-ਬਾਰ ਉਹੀ ਗੱਲ ਕਰਦੇ ਆ। ਚਲੋ ਖੈਰ, ਤੁਸੀਂ ਤਾਂ ਸੁਣਿਆ, ਮੈਂ ਤਾਂ ਸੁਣ ਨਹੀਂ ਹੋਇਆ ਤੱਕ, ਕਿਉਂਕਿ 8-10 ਘੰਟੇ ਹੁੰਦੇ ਵੀਕ ਦੇ ਜਿਹੜੇ ਮੈਂ ਰੇਡੀਓ ਵਿਰਸਾ ਨੂੰ ਸੁਣਦਾ। ਉਸ ਤੋਂ ਬਾਅਦ 4-5 ਘੰਟੇ ਹੁੰਦੇ ਭਾਈ ਸਾਹਿਬ ਦਾ ਦੀਵਾਨ ਆ ਜਾਂਦਾ। ਹਾਂਜੀ, 3-4 ਘੰਟੇ ਹੁੰਦਾ ਰਾਤ ਨੂੰ। ਚਲੋ ਗੁਰਬਾਣੀ ਦਾ ਕੀਰਤਨ ਦਰਬਾਰ ਸਾਹਿਬ ਦਾ ਚੱਲਦਾ ਰਹਿੰਦਾ, ਕੰਮ ਤੇ ਉਹ ਚੱਲਦਾ ਰਹਿੰਦਾ। ਵੀ ਸਮਾਂ ਤਾਂ ਉਹਨਾਂ ਕੀ ਹੁੰਦਾ ਬੰਦੇ ਕੋਲ। ਅਜੇ ਕਈਆਂ ਦੇ ਨਾਲ ਡੇਲੀ ਦੇ 2-4 ਫੋਨ ਏਦਾਂ ਦੇ ਆ ਜਾਂਦੇ ਗੱਲਬਾਤ ਕਰਨ ਵਾਲੇ, ਜਿੱਥੇ 20 ਮਿੰਟ, ਅੱਧਾ ਘੰਟਾ, ਪੌਣਾ ਘੰਟਾ ਕਈਆਂ ਨਾਲ ਲੱਗ ਜਾਂਦਾ ਜਿੱਦਾਂ। ਹਾਂਜੀ। ਤੇ ਨਾਲੇ ਜੇ ਇਹਨੂੰ ਸੁਣਨਾ ਹੋਊਗਾ, ਇਹ ਤੋਂ ਪਹਿਲਾਂ ਹੁਣ ਪ੍ਰਭਦੀਪ ਆ, ਉਸ ਤੋਂ ਪਹਿਲਾਂ ਫਿਰ ਗੋਲਡੀ ਹੋਣੀ ਆ। ਚਲ ਰਾਣੇ ਪੱਟੀ ਦੀ ਤਾਂ ਗੱਲ ਆਪਾਂ ਬਾਅਦ ਹੀ ਕਰ ਲਈਏ। ਉਹ ਕੱਲ ਨੂੰ ਕਰਕੇ ਸਾਡਾ ਨੀ ਸੁਣਿਆ, ਅਸੀਂ ਤੇਰਾ ਜ਼ਿਕਰ ਕੀਤਾ ਸੀਗਾ। ਗੋਲਡੀ ਹੋਣੇ ਕਰਕੇ ਸਾਡਾ ਕਿਉਂ ਨੀ ਸੁਣਿਆ। ਹਰ ਇੱਕ ਪ੍ਰਭਦੀਪ ਹੋਣਾ ਦੇ ਤਕਰੀਬਨ 3-4 ਮਹੀਨੇ ਪਹਿਲਾਂ ਜਦੋਂ ਸ਼ੁਰੂ ਕੀਤਾ, ਸਾਰੇ ਪ੍ਰੋਗਰਾਮ ਮੈਂ ਸੁਣੇ ਹੋਇਆ ਪਹਿਲਾਂ। ਬਾਅਦ ਜਦੋਂ, ਕਿਉਂਕਿ ਜਿਹੜੀ ਵਿਚਾਰਧਾਰਾ ਤੇ ਪ੍ਰਭਦੀਪ ਹੁਣੀ ਕੰਮ ਕਰਦੇ ਆ, ਜਾਂ ਗੋਲਡੀ ਹੁਣੀ ਕੰਮ ਕਰਦੇ ਆ, ਹਾਂਜੀ, ਜਾਂ ਹੁਣ ਇਹ ਵੀ ਮੇਰੇ ਮਿਸ਼ਨਰੀ ਕਾਲਜਾਂ ਦੇ ਪੜ੍ਹੇ ਹੋਏ ਹੋਣੇ ਆ ਮੇਰੇ ਖਿਆਲ, ਉਹਨਾਂ ਨਾਲ ਸੰਬੰਧ। ਇੱਕ ਤਾਂ ਸੁਖਦੇਵ ਸਿੰਘ ਦਾ ਪੱਕਾ ਪ੍ਰਚਾਰਕ ਹੀ ਆ ਨਾ ਇਹਨਾਂ ਦਾ, ਕੋਈ ਨਾ ਕੋਈ ਤਾਂ ਜਿਹੜਾ ਬਹੁਤ ਲੀੜੇ। ਜਦੋਂ ਹੁਣ ਮੰਨ ਲਓ ਵੀ ਕਰਵਾ ਚੌਥ ਦਾ ਵਰਤ ਆ ਗਿਆ, ਹਾਂਜੀ, ਉੱਤੇ ਪੰਥਪ੍ਰੀਤ ਸਿੰਘ ਦਾ ਬੋਲਣਾ ਤੁਸੀਂ ਸੁਣਨਾ। ਹੁਣ ਆਮ ਲੋਕਾਂ ਦਾ ਨਹੀਂ ਪਤਾ, ਪਰ ਸਾਨੂੰ ਪਤਾ ਵਾ ਵੀ ਜਿਹੜੇ ਵੀ ਇਹਨੇ ਕਿਹੜੇ ਪ੍ਰਮਾਣ ਦੇ ਨੇ। ਸਾਨੂੰ ਪਹਿਲਾਂ ਪਤਾ ਵੀ ਆਹ ਗੱਲਾਂ ਜਿਹੜੀ ਆਹ ਗੁਰਬਾਣੀ ਦੇ ਪ੍ਰਮਾਣ ਆਹ ਕੁਛ ਦੇਣਾ। ਧੁੰਦਾ ਜੀ ਨੇ ਬੋਲਣਾ, ਮਿਸ਼ਨਰੀ ਕਾਲਜ ਦੇ ਕਿਸੇ ਪ੍ਰਚਾਰਕ ਨੇ ਬੋਲਣਾ। ਹੁਣ ਕਈ ਪ੍ਰਚਾਰਕ ਤੇ ਸਾਡੇ ਇਹੋ ਜਿਹੇ ਆ ਵੀ ਜਿਨ੍ਹਾਂ ਦੇ 30-40 ਸਾਲ ਪਹਿਲਾਂ ਦੇ ਪੂਰੇ ਲੈਕਚਰ ਅੱਜ ਵੀ ਸੁਣੋਗੇ, ਅੱਜ ਵੀ ਉਹੀ ਦੇ ਉਹੀ ਹੋਣੇ, ਅੱਖਰ ਤੋਂ ਅੱਖਰ ਉਹੀ ਹੋਣੇ। ਕੁਛ ਬੰਦਾ ਕਹਿੰਦਾ ਵੀ ਟਾਈਮ ਕਾਹਦੇ ਵਾਸਤੇ ਖਰਾਬ ਕਰਨਾ, ਕੋਈ ਹੋਰ ਚੀਜ਼ ਜਿਹੜੀ ਹੈਗੀ ਆਪਣੀ ਉਹ ਸੁਣੂਗਾ। ਈਵਨ ਆ ਤੁਹਾਡਾ ਪ੍ਰੋਗਰਾਮ ਹੁੰਦਾ ਜਦੋਂ ਮੈਂ ਸੁਣਦਾ ਬਾਅਦ ਵਿੱਚ ਕਈ ਵਾਰੀ। ਹਾਂਜੀ। ਹੁਣ ਆਪਣੇ ਪ੍ਰੋਗਰਾਮ ਜਿੰਨੇ ਮੇਰੇ ਹੈਗੇ ਆ ਵਿੱਚ ਬੋਲੇ ਹੋਇਆ, ਉਹ ਨਹੀਂ ਮੈਂ ਕਦੀ ਸੁਣੇ, ਸੁਣੇ ਨਹੀਂ ਹੁੰਦੇ। ਉਹਦਾ ਕੀ ਸੁਣਨਾ, ਪਤਾ ਵੀ ਆਹ ਕੁਛ ਬੋਲਿਆ ਗਿਆ, ਉਹਦੇ ਕੀ ਸੁਣਨਾ। ਮੈਨੂੰ ਨਹੀਂ ਲੱਗਦਾ ਵੀ ਇੰਨੇ ਚਿਰ ਚ ਆਪਣੇ ਕਿਸੇ ਪ੍ਰੋਗਰਾਮ ਨੂੰ 5 ਮਿੰਟ ਤੋਂ ਵੱਧ ਮੈਂ ਸੁਣਿਆ ਹੋਵੇ। ਏਦਾਂ ਕਿਤੇ ਕਲਿੱਪ ਆਇਆ ਕੋਈ ਏਦਾਂ, ਜਾਂ ਕਿਤੇ 2-3 ਮਿੰਟ ਚੱਲ ਗਿਆ, ਠੀਕ ਹੈ ਨਾ। ਹੁਣ ਆਪਣੇ ਬੋਲਿਆਂ ਨੂੰ ਕੀ ਸੁਣੀ ਜਾਓ। ਹੁਣ ਵੀਡੀਓ ਜਿਹੜੀ ਮੈਂ ਬਣਾਉਣਾ ਵਾ,
ਹਾਂਜੀ ਉਹ ਚਲੋ ਠੀਕ ਹੈ, ਜਦੋਂ ਐਡੀਟਿੰਗ ਕਰਦਾ ਵਾ ਬੇਟਾ ਉਸ ਵੇਲੇ ਚਲੋ ਮੈਂ ਕੋਲ ਬਹਿ ਕੇ ਦੇਖ ਲੈਣਾ ਵਿੱਚ ਵੀ ਕਿਤੇ ਉਹ ਜਿਹੜੀ ਬੁੱਕ ਪਾਉਂਦੇ ਨਾਲ ਅੱਗੇ ਪਿੱਛੇ ਨਾ ਹੋ ਜਾਵੇ। ਹਾਂਜੀ ਨਹੀਂ ਵੀ ਜਦੋਂ ਇੱਕ ਵਾਰੀ ਪਾਤੀ ਉਹ ਤੋਂ ਬਾਅਦ ਮੈਂ ਨਹੀਂ ਅਜੇ ਤੱਕ 7 ਵੀਡੀਓ ਬਣ ਗਈਆਂ, ਅਜੇ ਤੱਕ ਮੈਂ ਇੱਕ ਵੀ ਵੀਡੀਓ ਆਪਣੀ ਪੂਰੀ ਨਹੀਂ ਸੁਣੀ। ਹੁਣ ਏਦਾਂ ਹੁੰਦਾ ਨਾ ਕਈ ਚੀਜ਼ਾਂ ਤੁਸੀਂ ਨਹੀਂ ਸੁਣ ਸਕਦੇ, ਜਾਂ ਹੁਣ ਦੂਸਰੇ ਪਾਸੇ ਤੁਸੀਂ ਲੈ ਲਓ ਰਾਣੇ ਦਾ ਪ੍ਰੋਗਰਾਮ, ਪੱਡੇ ਦਾ ਪ੍ਰੋਗਰਾਮ ਅਜੇ ਤੱਕ ਮੈਂ ਇੱਕ ਵੀ ਨਹੀਂ ਸੁਣਿਆ। ਬਾਸੀ ਦਾ ਇੱਕ ਪ੍ਰੋਗਰਾਮ ਸੁਣਿਆ, ਉਹ ਵੀ ਮੇਰੇ ਕਿਸੇ ਖਾਸ ਭਾਈਬੰਦ ਦੇ ਸੰਬੰਧ ਵਿੱਚ ਸੀਗਾ, ਇੱਕ ਸੁਣ ਹੋਇਆ। ਹੁਣ ਇਹ ਜ਼ਰੂਰੀ ਨਹੀਂ ਇਹਨਾਂ ਦੀ ਗੱਲ ਹੈਗੀ ਆ ਵੀ ਗੁੱਸਾ ਇਸ ਗੱਲ ਦਾ ਵੀ ਸਾਡਾ ਪ੍ਰੋਗਰਾਮ ਨਹੀਂ ਸੁਣਦੇ ਜਾਂ ਇਹ ਝੂਠ ਬੋਲਦੇ ਆ। ਹੁਣ ਆਪਣਾ ਪ੍ਰੋਗਰਾਮ ਹੈ, ਆਪਾਂ ਕਰਦੇ ਆ। ਹਾਂਜੀ ਕਈਆਂ ਨੂੰ ਇਹਨਾਂ ਤੋਂ ਘਰਣਾ ਆਉਂਦੀ, ਕਈ ਨਹੀਂ ਸੁਣ ਸਕਦੇ। ਆਹੋ ਆਪਾਂ ਇੱਥੋਂ ਆਪ ਕਹਿ ਦਿੰਦਾ ਵੀ ਜੇ ਨਹੀਂ ਚੰਗਾ ਲੱਗਦਾ ਨਾ ਸੁਣ, ਬੰਦ ਕਰਦੇ। ਹੁਣ ਧੱਕੇ ਨਾਲ ਥੋੜੀ ਵੀ ਤਹੀਂ ਕੀਤਾ ਤਾਂ ਤੂੰ ਸੁਣਿਆ ਕਰ। ਹੁਣ ਅਸੀਂ ਇੱਥੋਂ ਜਥੇਦਾਰ ਦੇ ਸੰਬੰਧ ਵਿੱਚ ਕਈ ਵਾਰੀ ਗੱਲਾਂ ਕੀਤੀਆਂ, ਹੁਣ ਅਸੀਂ ਦਾਅਵਾ ਕਰੀ ਵੀ ਅਸੀਂ ਤੇਰੇ ਬਾਰੇ ਗੱਲ ਕੀਤੀ, ਤੂੰ ਸੁਣੀ ਕਿਉਂ ਨਹੀਂ? ਇਹ ਜ਼ਰੂਰੀ ਥੋੜੀ ਹੈਗਾ। ਨਹੀਂ ਹੁਣ ਅਸੀਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਕਦੇ ਕਿਹਾ ਵੀ ਸਾਡਾ ਪ੍ਰੋਗਰਾਮ ਸੁਣ ਤਾਂ ਇਹਦਾ ਜਵਾਬ ਦੇ। ਆਹੋ ਜੇ ਲਿਖਦੇ ਵਿੱਚ ਇਹਦੇ ਤੇ ਲਿਖਿਆ ਹੋਇਆ ਆਪਣੇ ਬਖਸ਼ੀਸ਼ ਸਿੰਘ ਹੋਣਾ ਨੇ ਵੀ ਸਵਾਲਾਂ ਦੇ ਜਵਾਬ ਦਿਓ, ਸਵਾਲਾਂ ਦੇ ਜਵਾਬ ਦਿਓ। ਫਿਰ ਸਵਾਲਾਂ ਦੇ ਜਵਾਬ ਪ੍ਰੋਫੈਸਰ ਨੂੰ ਵੀ ਦੇਣੇ ਪੈਣੇ, ਉਹਨੂੰ ਵੀ ਲੈ ਆਓ ਸਾਹਮਣੇ। ਜਦੋਂ ਉਦੋਂ ਉਹ ਸਾਰਾ ਘਟਨਾਕ੍ਰਮ ਹੋਇਆ ਸੀਗਾ, ਜਦੋਂ ਆਰਟੀਕਲ ਲਿਖਿਆ ਸੀਗਾ ਮੈਂ, ਹਾਂਜੀ ਜਿਹਦੇ ਜਵਾਬ ਦੇ ਵਿੱਚ 3 ਆਰਟੀਕਲ ਪ੍ਰੋਫੈਸਰ ਸਾਹਿਬ ਨੇ ਲੈ ਦਿੱਤੇ ਸੀਗੇ, ਤੇ ਜਦੋਂ ਫਿਰ ਮੈਂ ਉਹਨਾਂ ਦੇ ਜਵਾਬ ਦਿੱਤੇ, ਮੁੜ ਕੇ ਇਹੀ ਬਖਸ਼ੀਸ਼ ਸਿੰਘ ਹੋਸਾ ਕਹਿੰਦਾ ਜੀ ਨਹੀਂ, ਮੈਂ ਖਾਲਸਾ ਨਿਊਜ਼ ਨੂੰ ਲੜਾਈ ਦਾ ਮੈਦਾਨ ਨਹੀਂ ਬਣ ਦੇਣਾ, ਇੱਥੇ ਨਹੀਂ ਮੈਂ ਛਾਪ ਸਕਦਾ ਜਵਾਬ। ਤੇ ਚਲੋ ਠੀਕ ਹੈ, ਉਹ ਆਪਣਾ ਕੰਮ ਕਰਦੇ ਆ ਜੀ, ਸਦਕੇ ਵਧੀਆ ਕਰੀ ਜਾਣਾ, ਠੀਕ ਹੈ, ਆਪਣੀ ਗੱਲ ਉਹ ਰੱਖੀ ਜਾਣਾ, ਅਸੀਂ ਆਪਣੀ ਗੱਲ ਜਿਹੜੀ ਹੈਗੀ ਰੱਖੀ ਜਾਂਦੇ ਆ। ਗੱਲ ਤਾਂ ਮੇਨ ਜਿਹੜੀ ਹੁਣ ਭਾਈ ਨੰਦ ਲਾਲ ਦੀ ਹੋਈ ਸੀ, ਦੇਖੋ ਆਪਣੇ ਪਿਛਲੇ 25-30 ਸਾਲਾਂ ਦੇ ਸਮੇਂ ਦੌਰਾਨ ਜਦੋਂ ਦਾ ਮੈਂ ਕਥਾ ਕਰਨ ਲੱਗਾ ਸੀ, ਹਾਂਜੀ ਬਹੁਤ ਵਾਰੀ ਤੁਸੀਂ ਵੀ ਦੇਖਿਆ ਹੋਣਾ ਭਾਈ ਨੰਦ ਲਾਲ ਦੇ ਪ੍ਰਮਾਣ ਅਸੀਂ ਕਥਾ ਦੇ ਵਿੱਚ ਦਿੱਤੇ ਆ। ਹਾਂਜੀ ਔਰ ਬੜੀ ਸਤਿਕਾਰਤ ਹਸਤੀ ਦਾ ਜਿਹੜਾ ਥਾਂ ਸੀਗਾ ਉਹ ਸਾਡੇ ਮਨਾਂ ਦੇ ਵਿੱਚ ਸੀ। ਹਾਂਜੀ ਕਿਉਂਕਿ ਸਾਨੂੰ ਪੜ੍ਹਾਏ ਇਸ ਤਰੀਕੇ ਦੇ ਨਾਲ ਮਿਸ਼ਨਰੀ ਕਾਲਜਾਂ ਦੇ ਵਿੱਚੋਂ ਗਿਆ ਵਾ। ਫਿਰ ਜਦੋਂ ਰਹਿਤ ਮਰਜ਼ਾਦਾ ਦੀ ਵੀ ਆਪਾਂ ਗੱਲ ਕਰਦੇ ਆ, ਉੱਥੇ ਵੀ ਜਿੱਥੇ ਗੁਰਬਾਣੀ ਗਾਉਣ ਦੀ ਗੱਲ ਕੀਤੀ ਆ, ਭਾਈ ਗੁਰਦਾਸ ਦੀਆਂ ਵਾਰਾਂ ਗਾਉਣ ਦੀ ਗੱਲ ਕੀਤੀ ਆ, ਉੱਥੇ ਭਾਈ ਨੰਦ ਲਾਲ ਦੀ ਰਚਨਾ ਬਰਾਬਰ ਗਾਉਣ ਦੀ ਜਿਹੜੀ ਹੈਗੀ ਆ ਆਗਿਆ ਦਿੱਤੀ ਹੋਈ ਹੈ ਵੀ ਤੁਸੀਂ ਗਾ ਸਕਦੇ, ਗੁਰਬਾਣੀ ਵਾਂਗੂ ਇਹਦਾ ਕੀਰਤਨ ਕਰ ਸਕਦੇ ਆ, ਵੀ ਪ੍ਰਮਾਣ ਤੇ ਆ। ਸੋ ਮਨ ਦੇ ਅੰਦਰ ਬਹੁਤ ਜ਼ਿਆਦਾ ਰਿਸਪੈਕਟ, ਸਤਿਕਾਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਹੈਗਾ ਵਾ, ਆਪਾਂ ਕਹਿ ਸਕਦੇ ਆ। ਤੇ ਜਦੋਂ ਇਹ ਗੱਲ ਜਿਸ ਦਿਨ ਚੱਲੀ ਵੀ ਆ, ਪਹਿਲੇ ਦਿਨ ਜਦੋਂ ਮੇਰਾ ਖਿਆਲ ਆਪਣੇ ਹਰਚਰਨ ਸਿੰਘ ਹੋਣਾ ਗੱਲ ਕੀਤੀ ਸ਼ਾਇਦ ਪਹਿਲੀ ਵਾਰੀ, ਹਾਂਜੀ ਮੇਰਾ ਖਿਆਲ ਉਹ ਕੈਲਗਰੀ ਤੋਂ ਹਰਚਰਨ ਸਿੰਘ ਪ੍ਰਹਾਰ, ਹਾਂਜੀ ਉਹਨਾਂ ਨੇ ਗੱਲ ਕੀਤੀ ਜੀ। ਤੇ ਬਾਅਦ ਵਿੱਚ ਅਮਰਜੀਤ ਸਿੰਘ ਉਹਨਾਂ ਨੇ ਗੱਲ ਕੀਤੀ ਆ। ਤੇ ਮੇਰੇ ਦਿਮਾਗ ਦੇ ਵਿੱਚ ਉਹਦੇ ਸੀ, ਜਦੋਂ ਮੈਂ ਇਹ ਪ੍ਰੋਗਰਾਮ ਸੁਣਿਆ ਨਾ, ਤੇ ਮੈਂ ਉਸ ਵੇਲੇ ਜਦੋਂ ਭਾਈ ਕਾਹਨ ਸਿੰਘ ਨਾਭਾ ਦਾ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਜਦੋਂ ਉਹਦੇ ਵਿੱਚੋਂ ਭਾਈ ਨੰਦ ਲਾਲ ਦਾ ਉਹ ਜ਼ਿਕਰ ਪੜਿਆ ਜਿਸ ਵੇਲੇ, ਤੇ ਉਹਨੇ ਲਿਖਿਆ ਵੀ 1705 ਦੇ ਵਿੱਚ ਮੁਲਤਾਨ ਦੇ ਵਿੱਚ ਉਹ ਜਿਹੜਾ ਹੈਗਾ ਉਹਨਾਂ ਦਾ ਦੇਹਾਂਤ ਹੋ ਗਿਆ। ਹਾਂਜੀ ਵੀ ਗੁਰੂ ਸਾਹਿਬ ਤੋਂ ਵਿਛੜ ਕੇ ਮੁਲਤਾਨ ਚਲ ਗਏ ਆ, ਤੇ 1705 ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਹੁਣ ਜੇ ਉੱਥੋਂ ਤੱਕ ਗੱਲ ਰਹਿ ਜਾਂਦੀ ਆ ਤਾਂ ਗੱਲ ਕੋਈ ਥੋੜੀ ਬਹੁਤੀ ਸੈਂਸ ਵੀ ਬਣਦੀ ਆ। ਬਾਕੀ ਜਿੰਨੇ ਵੀ ਹੈਗੇ ਚੈਪਟਰ ਜਿਹੜੇ ਬਾਅਦ ਦੇ ਹੈਗੇ ਆਉਂਦੇ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਤੇ ਮੇਰੇ ਮਨ ਚ ਸੀਗਾ ਵੀ ਮਿਸ਼ਨਰੀ ਕਾਲਜ ਵਾਲਿਆਂ ਨੇ ਇਹੀ ਕੁਝ ਲਿਖਿਆ ਹੋਣਾ ਵੀ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਪ੍ਰੋਗਰਾਮ ਕਰਨਾ, ਮੈਨੂੰ ਉਦੋਂ ਸੀਗਾ ਵੀ ਇਹਨਾਂ ਨੇ ਹਵਾਲਾ ਹਾਈ ਦੇਣਾ ਵੀ ਦੇਖੋ ਜੀ 1705 ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਤਾਂ ਦੇਹਾਂਤ ਹੋ ਗਿਆ ਸੀਗਾ, ਤੇ ਇਹ ਗੱਲਾਂ ਗਲਤ ਲਿਖੀਆਂ ਹੋਈਆਂ ਨਾ। ਤੋ ਪਰ ਜਿਸ ਵੇਲੇ ਮੈਂ ਉਹ ਮਿਸ਼ਨਰੀ ਕਾਲਜ ਦੀ ਕਿਤਾਬ ਆ ਕੇ ਪੜ੍ਹੀ, ਜਦੋਂ ਹੁਣ ਉਹਦੇ ਵਿੱਚ ਉਹ ਲਿਖਦੇ ਆ ਵੀ ਉਸ ਤੋਂ ਬਾਅਦ ਬਾਦਸ਼ਾਹ ਬਹਾਦਰ ਸ਼ਾਹ ਦੇ ਉਹ ਵਜ਼ੀਰ ਰਹੇ 1712-13 ਈਸਵੀ ਤੱਕ ਉਹ ਜਿਉਂਦੇ ਰਹੇ। 12 ਤੱਕ ਇਹ ਵੀ ਹਾਈ ਹਵਾਲਾ ਦਿੰਦੇ ਸੀ ਨਾ ਵੀ 12 ਤੱਕ। ਹਾਂ ਵੀ ਬਹਾਦਰ ਸ਼ਾਹ ਦੇ ਉਹ ਜਿਹੜੇ ਹੈਗੇ ਆ ਉਹ ਵਜ਼ੀਰ ਰਹੇ ਆ, ਮੁੱਖ ਵਜ਼ੀਰਾਂ ਦੇ ਵਿੱਚੋਂ। ਇਹਨਾਂ ਨੇ ਇੱਕ ਕੋਈ ਢਾਡੀ, ਮੈਨੂੰ ਨਾਂ ਉਹਦਾ ਭੁੱਲ ਗਿਆ, ਅਮਰਨਾਮਾ ਕਿਤਾਬ ਹੈ ਉਹਦੀ ਸ਼ਾਇਦ, ਢਾਡੀ ਨੱਥ ਮਲਕ ਸਮਥਿੰਗ ਕੁਛ ਏਦਾਂ ਦਾ। ਹਾਂਜੀ ਉਹਦੇ ਵਿੱਚ ਉਹਨਾਂ ਨੇ ਉਹਦਾ ਕੋਈ ਸ਼ੇਅਰ ਦੇ ਕੇ ਉਹਦਾ ਹਵਾਲਾ ਵੀ ਦਿੱਤਾ ਹੋਇਆ, ਜਿਹੜਾ ਦੱਸਦਾ ਵਾ ਵੀ ਜਿਸ ਵੇਲੇ ਨੰਦੇੜ ਦੇ ਵਿੱਚ ਗੁਰੂ ਸਾਹਿਬ ਨੂੰ ਬਾਦਸ਼ਾਹ ਦਾ ਮਿਲਾਪ ਹੋਇਆ ਉਸ ਇਲਾਕੇ ਦੱਖਣ ਦੇ ਵਿੱਚ, ਤੇ ਨੰਦ ਲਾਲ ਜਿਹੜਾ ਵਜ਼ੀਰ ਦੀ ਹੈਸੀਅਤ ਦੇ ਵਿੱਚ ਨਾਲ ਸੀਗਾ ਉਸ। ਤੇ ਜਿਸ ਵੇਲੇ ਆਪਾਂ ਇਹ ਸਾਰੀਆਂ ਗੱਲਾਂ ਪੜ੍ਹਦੇ ਆ ਹੁਣ ਉਹਦੇ ਮੁਕਾਬਲੇ ਦੇ ਉੱਤੇ, ਕਿਉਂਕਿ ਹੁਣ ਅਕਸਰ ਇਹ ਕਹਿੰਦੇ ਆ ਵੀ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਆ, ਗੁਰ ਇਤਿਹਾਸ ਦੀ ਆਉਂਦੀ ਆ, ਇੱਕੋ ਹੀ ਆ ਕਿ ਇਹਨਾਂ ਦਾ ਰਟਿਆ ਜਵਾਬ ਹੁੰਦਾ ਜੀ ਗੁਰਬਾਣੀ ਦੀ ਕਸਵੱਟੀ ਲਾ ਕੇ ਅਸੀਂ ਪਤਾ।
ਕੋਈ ਗੱਲ ਇਤਿਹਾਸ ਦੀ ਗੱਲ ਆਉਂਦੀ, ਸੂਰਜ ਪ੍ਰਕਾਸ਼ ਦੀ ਗੁਰਬਾਣੀ ਦੀ ਕਸਵੱਟੀ ਲਾ ਕੇ ਪਰਖੋ, ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਲਾ ਕੇ ਪਰਖੋ, ਕਿਸੇ ਦੀ ਰਚਨਾ ਨੂੰ ਗੁਰਬਾਣੀ ਦੀ ਕਸਵੱਟੀ ਲਾ ਕੇ ਪਰਖੋ। ਤੇ ਫਿਰ ਤੇ ਹੁਣ ਸਵਾਲ ਹੋਣਗੇ ਨਾ ਵੀ ਭਾਈ ਸਾਹਿਬ ਦੀਆਂ ਜਿਹੜੀਆਂ ਰਚਨਾਵਾਂ ਵਾ ਤੇ ਉਹਨਾਂ ਦੀ ਜਿਹੜੀ ਜੀਵਨੀ ਮਿਸ਼ਨਰੀ ਕਾਲਜ ਵਾਲਿਆਂ ਨੇ ਉਚੇਚੇ ਤੌਰ ਤੇ ਲਿਖੀ ਹੋਈ ਹੈ, ਹਾਂਜੀ, ਉਹਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਆਪਾਂ ਕਿਸ ਤਰੀਕੇ ਦੇ ਨਾਲ ਲਾਵਾਂਗੇ। ਹੁਣ ਇੱਕ ਜਿਹੜਾ ਬੜਾ ਮਸ਼ਹੂਰ ਉਹਨਾਂ ਦਾ ਰਚਨਾ ਆ ਗੰਜਨਾਮਾ, ਜਿਹਦੇ ਵਿੱਚ ਉਹ ਸ਼ਬਦ ਨਹੀਂ ਪੜ੍ਹਦੇ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਹਾਂਜੀ, ਕਾਫੀ ਲੰਬਾ ਆ, ਹਨਾ। ਉਹਦੇ ਹੁਣ ਅਖੀਰ ਦੇ ਉੱਤੇ ਜਾ ਕੇ ਭਾਈ ਨੰਦ ਲਾਲ ਦੇ ਉਹ ਲਿਖੇ ਹੋਏ ਬੋਲਿਆ ਵੀ ਲਾਲ ਸਭ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰ ਨਾਮ ਗੁਰੂ ਗੋਬਿੰਦ ਸਿੰਘ। ਲਾਲ ਸਿੰਘ ਨੰਦ ਲਾਲ ਜਿਹੜਾ ਵਾ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਕੂਕਰ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਗੁਲਾਮ ਹੈ। ਗੁਲਾਮ ਉਹ ਵੀ ਜਿਹਦਾ ਮੱਥਾ ਦਾਗਿਆ ਹੋਇਆ ਹੋ, ਜਿੱਦਾਂ ਬਾਣੀ ਵਿੱਚ ਇਹੋ ਜਿਹੇ ਸ਼ਬਦ ਆਉਂਦੇ ਨਾ ਵੀ ਜਿਹੜੀ ਉਹ ਗੁਲਾਮ ਪ੍ਰਥਾ ਦਾ ਹਵਾਲਾ ਦਿੱਤਾ ਜਾਂਦਾ, ਵੀ ਮੋਹਰ ਲਾ ਦਿੱਤੀ ਜਾਂਦੀ, ਵੀ ਜਿਹੜਾ ਵੀ ਪੂਰੀ ਕੀਮਤ ਦੇ ਕੇ ਜਿਹਨੂੰ ਖਰੀਦ ਲਿਆ ਉਹ ਗੁਲਾਮ ਆ। ਇਹ ਮੁੜ ਕੇ ਸਾਰੀ ਜ਼ਿੰਦਗੀ ਵਾਸਤੇ ਇਹਦਾ ਹੋ ਗਿਆ, ਨਾ ਨੁੱਕਰ ਨਹੀਂ ਕਰਦਾ। ਹੁਣ ਇਹ ਦੋ ਗੱਲਾਂ ਜਦੋਂ ਇਹ ਆਖੀਆਂ ਗਈਆਂ ਵੀ ਲਾਲ ਸਿੰਘ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਗੁਲਾਮ ਹੈ, ਲਾਲ ਸਿੰਘ ਜਿਹੜਾ ਨੰਦ ਲਾਲ ਜਿਹੜਾ ਹੈਗਾ ਇਹ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੂਕਰ ਹੈ। ਹੁਣ ਇਹਨੂੰ ਲਾਓ ਹਾਂ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਵੀ ਕੂਕਰ ਦੀ ਪਰਿਭਾਸ਼ਾ ਦੋ ਤਰ੍ਹਾਂ ਦੀ ਗੁਰਬਾਣੀ ਦੇ ਵਿੱਚ ਦਿੱਤੀ ਗਈ। ਤੇ ਜੇ ਭਾਈ ਨੰਦ ਲਾਲ ਦਾ ਜਿਹੜਾ ਬਾਅਦ ਦਾ ਜੀਵਨ ਮਿਸ਼ਨਰੀ ਕਾਲਜਾਂ ਦੇ ਵਿੱਚ ਪੜ੍ਹਾਇਆ ਜਾਂਦਾ ਉਹ ਦੋਨਾਂ ਉਦਾਹਰਨਾਂ ਦੇ ਵਿੱਚੋਂ ਕਿਹੜੀ ਉਦਾਹਰਨ ਹੈ ਜਿਹੜੀ ਭਾਈ ਨੰਦ ਲਾਲ ਦੇ ਜੀਵਨ ਦੇ ਉੱਤੇ ਕੂਕਰਵਾੜੀ ਢੁੱਕਦੀ ਹੈ, ਜਦੋਂ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੂਕਰ ਹੈ। ਇੱਕ ਤੇ ਕੂਕਰ ਦੀ ਉਹ ਉਦਾਹਰਨ ਹੈ ਨਾ ਵੀ ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜ ਨਹੀਂ ਨਿਤ, ਵੀ ਅਸੀਂ ਬੜੇ ਬੁੱਲੇ ਸ਼ਾਹ ਦੀ ਕਈ ਵਾਰੀ ਉਦਾਹਰਨ ਦਿੰਦੇ ਆ ਵੀ ਉਹ ਬੁੱਲਾ ਕਹਿੰਦਾ ਵੀ ਕੁੱਤੇ ਚੰਗੇ ਆ ਜਿਨ੍ਹਾਂ ਨੂੰ 100 ਜੁੱਤੀਆਂ ਪੈਂਦੀਆਂ ਫਿਰ ਵੀ ਮਾਲਕ ਦਾ ਦਰ ਨਹੀਂ ਛੱਡ, ਵੀ ਤੇਰੇ ਤੋਂ ਕੁੱਤੇ ਚੰਗੇ ਬਾਜੀ ਲੈ ਗਏ। ਗੁਰੂ ਤੇਗ ਬਹਾਦਰ ਜੀ ਵੀ ਕਹਿੰਦੇ ਆ ਵੀ ਮਾਲਕ ਦਾ ਦਰ ਜਿਹੜਾ ਸਵਾਨ ਆ ਉਹ ਕਦੇ ਵੀ ਨਹੀਂ ਛੱਡਦਾ। ਕਿ ਭਾਈ ਨੰਦ ਲਾਲ ਜਦੋਂ ਇਹ ਕਹਿੰਦੇ ਆ ਵੀ ਮੈਂ ਗੁਰੂ ਦੇ ਦਰ ਦਾ ਗੁਲਾਮ ਆ, ਕੂਕਰ ਆ, ਕਿ ਉੱਥੇ ਇਹ ਪਰਿਭਾਸ਼ਾ ਢੁਕਣੀ ਆ ਜਾਂ ਜਿਹੜੀ ਉਹ ਦੁਆਰ ਭਟਕਣ ਵਾਲੀ ਪਰਿਭਾਸ਼ਾ ਕੂਕਰ ਦੇ ਦਿੱਤੀ ਉਹ ਢੁਕਣੀ ਆ। ਹੁਣ ਜਿਹੜੀ ਦੁਆਰ ਤੇ ਭਟਕਣ ਵਾਲੀ ਆ ਉਹ ਤੇ ਬੇਮੁਖ ਵਾਸਤੇ ਆ, ਉਹ ਤੇ ਮਨਮੁਖ ਵਾਸਤੇ ਆ। ਜਿਹੜੀ ਦੂਜੀ ਪੰਕਤੀ ਵੀ ਉਹਦੀ ਜੋ ਕੂਕਰ ਹਰਕਾਇਆ, ਹਾਂਜੀ ਹਾਂਜੀ, ਉਹ ਦੈ ਦਿਸ਼ਾਵਾਂ ਚ ਜਾਂਦਾ, ਉਹ ਭਟਕਦਾ ਫਿਰਦਾ ਨਾ, ਯਾਨੀ ਕਿ ਇੱਕ ਕੂਕਰ ਆ ਜਿਹੜਾ ਮਾਲਕ ਦੇ ਦਰ ਦਾ ਹੋ ਕੇ ਰਹਿੰਦਾ, ਇੱਕ ਹੈਗਾ ਜਿਹੜਾ ਅਵਾਰਾ ਕੁੱਤਾ ਜਿਹਨੂੰ ਕਤੀੜ ਆਖ ਦਿੱਤਾ। ਜੇ ਹੁਣ ਆਹ ਜੀਵਨੀਆਂ ਜਿਹੜੀਆਂ ਮਿਸ਼ਨਰੀ ਕਾਲਜਾਂ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵਿਛੜਨ ਤੋਂ ਬਾਅਦ ਉਹ ਨੰਦ ਲਾਲ ਜਿਹੜਾ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਕੂਕਰ ਹਾਂ, ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਗੁਲਾਮ ਹਾਂ, ਜਿਹਦੇ ਸਬੰਧ ਵਿੱਚ ਮੈਨੂੰ ਪਿਛਲੇ ਜ਼ਿਕਰ ਕੀਤਾ ਸੀਗਾ ਅੱਜ ਤੋਂ 30-32 ਸਾਲ ਪਹਿਲਾਂ ਗਿਆਨੀ ਕੇਵਲ ਸਿੰਘ ਉਹਨਾਂ ਨੇ ਪਹਿਲੀ ਵਾਰੀ ਉਹ ਸਾਖੀ ਸੁਣਾਈ ਸੀ ਬਣਾ ਕੇ ਜਿੱਦਾਂ ਵੀ ਆਪਣੇ ਆਖਰੀ ਸਮੇਂ ਨੰਦ ਲਾਲ ਜਿਹੜਾ ਹਵਾ ਨੂੰ ਵੀ ਕਹਿੰਦਾ ਪਿਆ ਵੀ ਮਰਨ ਤੋਂ ਬਾਅਦ ਮੇਰੇ ਸਰੀਰ ਦੀ ਸਵਾਹ ਦਾ ਉਡਾ ਕੇ ਲੈ, ਵੀ ਜੇ ਤੂੰ ਮੇਰੇ ਸਰੀਰ ਦੀ ਸਵਾਹ ਵੀ ਉਡਾ ਕੇ ਲੈ ਗਈ ਤੇ ਲੋਕਾਂ ਨੇ ਮੈਨੂੰ ਲਾਂਭੇ ਦੇਣੇ ਆ ਵੀ ਇਹ ਤੇ ਦਰ ਤੇ ਭਟਕਦਾ ਫਿਰਦਾ। ਤੇ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਦੇਖਦੇ ਆ, ਮੈਂ ਜਿੱਥੋਂ ਤੱਕ ਸਮਝਦਾ ਵੈਸੇ ਭਾਵੇਂ ਤਾਂ ਸਾਰਾ ਜੀਵਨ ਉਹਨਾਂ ਦਾ ਸੰਘਰਸ਼ਮਈ ਹੈ, ਪਰ ਜੇ ਆਪਾਂ ਇੱਕ ਮਾਨਸਿਕ ਤੌਰ ਦੇ ਉੱਤੇ ਦੇਖਣਾ ਹੋਵੇ, ਹਾਂਜੀ, ਭਾਵੇਂ ਸਾਡੀ ਹਾਲਤ ਉਦਾਂ ਦੀ ਨਹੀਂ ਬਣ ਸਕਦੀ, ਬਹੁਤ ਫਰਕ ਆ, ਹਾਂਜੀ, ਪਰ ਜੇ ਸਧਾਰਨ ਹਾਲਤਾਂ ਦੇ ਵਿੱਚ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਦੇਖਣਾ ਹੋਵੇ, ਹਾਂਜੀ, ਤੇ ਮੈਨੂੰ ਲੱਗਦਾ ਵੀ ਜਿਸ ਵੇਲੇ ਆਨੰਦਪੁਰ ਨੂੰ ਛੱਡ ਦਿੱਤਾ ਉਹਦੇ ਤੋਂ ਬਾਅਦ ਦਾ ਜੀਵਨ ਗੁਰੂ ਸਾਹਿਬ ਵਾਸਤੇ ਜ਼ਿਆਦਾ ਕਸ਼ਟਾਂ ਭਰਿਆ। ਜਿਸ ਵੇਲੇ ਉਹਨਾਂ ਦੇ ਚਾਰੇ ਸਾਹਿਬਜ਼ਾਦੇ ਜਿਹੜੇ ਹੈਗੇ ਉਹ ਵੀ ਸ਼ਹੀਦ ਹੋ ਚੁੱਕੇ, ਮਾਤਾ ਜੀ ਸ਼ਹੀਦ ਹੋ ਚੁੱਕੇ। ਬਾਅਦ ਦਾ ਤਾਂ ਸਾਰਾ ਜੀਵਨ ਸਰਵਾਈਵਲ ਦਾ ਹੀ ਰਿਹਾ ਨਾ, ਹੋਂਦ ਬਚਾਉਣ ਦਾ ਹੀ ਰਿਹਾ। ਆਨੰਦਪੁਰ ਦੇ ਵਿੱਚ ਉਹਨਾਂ ਦਾ ਰਾਜਾ ਮਹਾਰਾਜਾ ਵਰਗਾ ਜੀਵਨ ਸੀਗਾ, ਰਾਜਿਆਂ ਦੇ ਦਰਬਾਰ ਨੂੰ ਮਾਤ ਪਾਉਣ ਵਾਲਾ ਜੀਵਨ ਸੀਗਾ ਨਾ। ਭਾਵੇਂ ਮੁਸ਼ਕਲਾਂ ਆਈਆਂ, ਲੜਾਈਆਂ ਹੈਗੀਆਂ, ਏਡਾ ਵੱਡਾ ਕਿਲਾ ਵਾ, ਪਹਾੜੀ ਰਾਜੇ ਈਰਖਾ ਇਸ ਗੱਲੋਂ ਕਰਦੇ ਵੀ ਜਿੰਨੀ ਸ਼ਾਨੋ ਸ਼ੌਕਤ ਇਹਨਾਂ ਦੀ ਸਾਡੀ ਉਨੀ ਸ਼ਾਨੋ ਸ਼ੌਕਤ ਨਹੀਂ। ਇਹ ਸ਼ਹਿਨਸ਼ਾਹਾਂ ਵਾਲਾ ਜੀਵਨ ਜਿਹੜਾ ਹੈਗਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਵਿਖੇ ਹੈਗਾ, ਔਰ ਜ਼ਿਆਦਾ ਮੁਸ਼ਕਲਾਂ ਭਰਿਆ ਵਾਲਾ, ਮਾਨਸਿਕ ਤੌਰ ਦੇ ਉੱਤੇ ਵੀ ਜ਼ਿਆਦਾ ਮੁਸੀਬਤਾਂ ਵਾਲਾ ਜੀਵਨ ਜਦੋਂ ਗੁਰੂ ਸਾਹਿਬ ਅਨੰਦਪੁਰ ਛੱਡ ਦਿੰਦੇ ਆ। ਪਰਿਵਾਰ ਸਾਰਾ ਉਹਨਾਂ ਦਾ ਖੇੜੂ ਹੋ ਜਾਂਦਾ, ਜਿਹੜੇ ਅਖੀਰਲੇ 3-4 ਸਾਲ ਦਾ ਸਮਾਂ। ਤੇ ਜਦੋਂ ਉਹ ਸਮਾਂ
ਗੋਬਿੰਦ ਸਿੰਘ ਜੀ ਦੇ ਜੀਵਨ ਦਾ ਆਉਂਦਾ ਵਾ, ਉਸ ਵੇਲੇ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਬਾਦਸ਼ਾਹ ਦੀ ਜਾ ਕੇ ਵਜ਼ੀਰੀ ਕਰਨੀ ਸ਼ੁਰੂ ਕਰ ਦਿੰਦਾ। ਬਿਲਕੁਲ। ਨਾਲੇ ਵੱਡੀ ਗੱਲ ਇਹ ਹੋਈ ਹੈ ਜੀ, ਇਹਨਾਂ ਕੋਲ ਆਉਣ ਤੋਂ ਪਹਿਲਾਂ ਵੀ ਉਹਨਾਂ ਦਾ ਸੂਬੇਦਾਰ ਆ ਉਹ। ਬਿਲਕੁਲ ਜੀ। ਇੱਥੇ ਆ ਕੇ ਕਹੀ ਜਾਂਦਾ ਵੀ ਪਾਤਸ਼ਾਹ ਤੇਰੇ ਬਾਲਾਂ ਤੋਂ ਕੁਰਬਾਨ, ਤੇਰੀਆਂ ਗੱਲਾਂ ਤੋਂ ਕੁਰਬਾਨ, ਤੇਰੀ ਠੋਡੀ ਤੋਂ ਕੁਰਬਾਨ। ਹਾਂਜੀ। ਮੁੜ ਕੇ ਜਾ ਕੇ ਫੇਰ ਬਾਦਸ਼ਾਹ ਦੇ ਕੋਲ ਬਹਿ ਗਿਆ। ਤਾਂ ਵੀ ਉਹ ਵੀ ਉਸ ਸਮੇਂ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਮਾਨਸਿਕ ਤੌਰ ਦੇ ਉੱਤੇ ਵੀ ਸਭ ਤੋਂ ਜ਼ਿਆਦੀਆਂ ਮੁਸੀਬਤਾਂ ਵਾਲਾ ਸਮਾਂ ਆਪਾਂ ਕਹਿ ਸਕਦੇ। ਅਸੀਂ ਤਾਂ ਗੰਗੂ ਨੂੰ ਭੰਡੀ ਜਾਂਦੇ ਆ ਹੁਣ ਤੱਕ। ਬਿਲਕੁਲ। ਤੇ ਸਾਹਿਬਜ਼ਾਦੇ ਉੱਥੇ ਕਰਵਾ ਦਿੱਤੇ, ਰਿਪੋਰਟ ਕਰਤੀ ਉਹਨਾਂ ਦੀ। ਬਿਲਕੁਲ। ਅਕ੍ਰਿਤ ਘਣ ਨਿਕਲਿਆ। ਬਿਲਕੁਲ। ਤੇ ਹੁਣ ਜੋ ਕੁਛ ਪ੍ਰਾਚੀਨ ਪੰਥ ਪ੍ਰਕਾਸ਼ ਨੇ ਇਹ ਨੰਦ ਲਾਲ ਬਾਰੇ ਤੇ ਮਾਤਾ ਸੁੰਦਰੀ ਬਾਰੇ ਤੇ ਭਾਈ ਮਨੀ ਸਿੰਘ ਬਾਰੇ ਲਿਖਿਆ, ਇਹਦੇ ਤਾਂ ਗੱਲਾਂ ਇੱਕ ਦੋ ਹੋਰ, ਉਹ ਖਾਸ ਕਰਕੇ ਚਲੋ ਬਾਕੀਆਂ ਨੇ ਜੋ ਲਿਖਿਆ ਇੱਕ ਪਾਸੇ ਆ ਹੀ, ਕਿਉਂਕਿ ਅਸੀਂ ਦੋਗਲੇ ਜੇ ਬਣ ਗਏ ਆ ਨਾ, ਅਸੀਂ ਉਹਨਾਂ ਦੀ ਉਹ ਗਲਤ ਵੀ ਕਹਿ ਦਿੰਦੇ ਆ, ਮੁੜ ਕੇ ਹਵਾਲੇ ਵੀ ਅਸੀਂ ਉਹਨਾਂ ਦੇ ਦੇਣੇ ਸ਼ੁਰੂ ਕਰ ਦਿੰਦੇ ਆ। ਪਰ ਜੋ ਅਸੀਂ ਮਿਸ਼ਨਰੀ ਕਾਲਜਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ, ਉਹ ਤੇ ਅਸੀਂ ਛਾਣ ਕੇ ਲਿਖਿਆ ਹੋਊਗਾ ਨਾ, ਉਹ ਤੇ ਅਸੀਂ ਕਸਵੱਟੀ ਲਾ ਕੇ ਲਿਖਿਆ ਹੋਊਗਾ ਵੀ, ਜਾਨੀ ਕਿ ਉਸ ਵੇਲੇ ਆਣ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੋਊਗੀ ਇਹੋ ਜਿਹੇ ਜਿਹੜੇ ਨਿਕਟਵਰਤੀ ਸਿੱਖ ਹੋਣਗੇ, ਉਸ ਵੇਲੇ ਛੱਡ ਕੇ ਜਾ ਕੇ ਬਾਦਸ਼ਾਹ ਦੀ ਵਜ਼ੀਰੀ ਦਾ ਆਨੰਦ ਜਿਹੜਾ ਹੈਗਾ ਉਹ ਮੰਨਣਾ ਸ਼ੁਰੂ ਕਰ ਦਿੱਤਾ ਹੋਊਗਾ। ਜਦ ਕਿ ਜਿਹੜੇ ਪਿਆਰੇ ਆ ਗੁਰੂ ਸਾਹਿਬ ਜੀ ਦੇ, 3 ਪਿਆਰੇ ਅਸੀਂ ਕਹਿੰਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ, 2 ਪਿਆਰੇ ਗੁਰੂ ਸਾਹਿਬ ਜੀ ਦੇ ਨਾਲ ਅਖੀਰ ਤੱਕ ਰਹੇ, ਅਖੀਰ ਤੱਕ ਸਾਥ ਨਿਭਾਇਆ ਜਿਹੜੇ ਨਿਕਟਵਰਤੀ ਸੀਗੇ। ਤਾਂ ਹੁਣ ਇਹ ਇੱਕ ਪਾਸੇ ਤੇ ਇਹ ਆਖ ਰਿਹਾ ਵੀ ਮੈਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਕੁੱਕਰ ਆ, ਉਹ ਬਲਕਿ ਕਹਿੰਦੇ ਕੁੱਤੇ ਹੋਰ ਵੀ ਬੜੇ ਆ, ਮੈਂ ਕੁੱਤਿਆਂ ਦੇ ਵਿੱਚੋਂ ਇੱਕ ਨਿਮਾਣਾ ਜਿਹਾ ਕੁੱਤਾ, ਮੇਰੇ ਮੱਥੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਮ ਦਾ ਜਿਹੜੀ ਮੋਹਰ ਲਾਈ ਹੋਈ ਆ, ਦਾਗਿਆ ਹੋਇਆ, ਮੈਨੂੰ ਮੁੱਲ ਖਰੀਦਿਆ ਹੋਇਆ ਗੁਲਾਮ ਆ, ਤੇ ਮੁੱਲ ਖਰੀਦਿਆ ਹੋਇਆ ਗੁਲਾਮ ਕਦੀ ਵੀ ਆਪਣੇ ਮਾਲਕ ਦਾ ਦਰ ਛੱਡ ਕੇ ਜਾ ਨਹੀਂ ਸਕਦਾ। ਪਰ ਜਦੋਂ ਆਨੰਦਪੁਰ ਛੱਡਿਆ, ਬਿਪਤਾ ਦਾ ਸਮਾਂ ਆਇਆ, ਉਸ ਵੇਲੇ ਜਾ ਕੇ ਬਾਦਸ਼ਾਹ ਦੇ ਕੋਲ ਵਜ਼ੀਰੀ ਦਾ ਜਿਹੜਾ ਹੈਗਾ ਉਹ ਰੁਤਬਾ ਜਿਹੜਾ ਉਹ ਸਾਂਭ ਲਿਆ। ਸੋ ਇੱਥੇ ਜਿੱਥੇ ਪ੍ਰਾਚੀਨ ਪੰਥ ਪ੍ਰਕਾਸ਼ ਉਹਨਾਂ ਦੀ ਗੱਲ ਕਰਦੇ ਆ, ਨਾਲ ਦੀ ਨਾਲ ਸਾਨੂੰ ਆਪਣੇ ਮਿਸ਼ਨਰੀ ਕਾਲਜਾਂ ਦੇ ਜਿਹੜੇ ਸਿਲੇਬਸ ਲਿਖਿਆ ਇਹਨਾਂ ਨੂੰ ਵੀ ਦੁਬਾਰਾ ਵਾਚਣਾ ਪਊਗਾ, ਨਹੀਂ ਤੇ ਇਹ ਸਵਾਲ ਜਿਹੜੇ ਹੈਗੇ ਤੇ ਫਿਰ ਉੱਠਣਗੇ। ਆਹੋ ਹੁਣ ਉਹ ਇਹਨਾਂ ਨੂੰ ਪੁੱਛੇ ਪਈ, ਤੁਸੀਂ ਜਿਹੜੇ ਇਤਿਹਾਸ ਦੇ ਹਵਾਲਿਆਂ ਦਾ ਜ਼ਿਕਰ ਕਰੀ ਜਾਂਦੇ ਬਾਰ-ਬਾਰ, ਆਹ ਦੇਖੋ ਜੀ ਇਤਿਹਾਸ ਵਿੱਚ ਲਿਖਿਆ ਆ, ਆਹ ਦੇਖੋ ਇਤਿਹਾਸ ਵਿੱਚ ਲਿਖਿਆ ਆ, ਅਸੀਂ ਕਹਿੰਦੇ ਆ ਵੀ ਜੇ ਉਹ ਹਵਾਲੇ ਦੇਣੇ ਆ ਤੇ ਉਹ ਸਾਰਾ ਪੈਕੇਜ ਲਓ। ਬਿਲਕੁਲ। ਹੁਣ ਜੇ ਬਾਲੇ ਨਾਂ ਦਾ ਸ਼ਖਸ ਜਿਹੜਾ ਆ ਇਤਿਹਾਸ ਵਿੱਚ, ਹਾਂਜੀ, ਉਹਦੇ ਨਾਂ ਤੇ ਲਿਖੀਆਂ ਗੱਲਾਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀਆਂ, ਅਸੀਂ ਸਦਾਈ ਨਹੀਂ ਕੀਤੀ, ਅਸੀਂ ਉਹਨਾਂ ਸਾਖੀਆਂ ਨੂੰ ਗੁਰਬਾਣੀ ਦੀ ਕਸਵੱਟੀ ਤੇ ਨਹੀਂ ਪਰਖਿਆ, ਅਸੀਂ ਕਹਿਤਾ ਨਹੀਂ ਹੋਇਆ ਹੀ ਨਹੀਂ ਬੰਦਾ ਇਹ। ਬਿਲਕੁਲ ਇਹ ਤਾਂ ਕੋਰਾ ਹੀ ਝੂਠ ਆ। ਤੇ ਹੁਣ ਜੇ ਨੰਦ ਲਾਲ ਜੀ ਦੇ ਨਾਂ ਤੇ ਲਿਖੀਆਂ ਗੱਲਾਂ ਗੁਰਬਾਣੀ ਦੀ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ, ਤੇ ਤੁਹਾਡਾ ਇਤਿਹਾਸ ਵੀ ਜਦੋਂ ਕਿਤੇ ਹੁਣ ਪੈਂਦੇ ਖਾਂ ਦੇ ਬਾਰੇ ਜਦੋਂ ਗੱਲ ਹੁੰਦੀ ਆ ਵੀ ਬਾਦਸ਼ਾਹ ਨਾਲ ਰਲ ਗਿਆ ਜਾ ਕੇ, ਹਾਂਜੀ, ਕਹਾਣੀ ਖਤਮ ਹੋ ਗਈ। ਬਿਲਕੁਲ। ਤੇ ਸਾਨੂੰ ਜਿੱਦ ਕਾਤੇ, ਅਸੀਂ ਗੁਰੂ ਸਾਹਿਬ ਨੂੰ ਇੰਨਾ ਨਾਦਾਨ ਕਾਤੇ, ਇੰਨਾ ਬੱਚਾ ਬਣਾ ਕੇ, ਲਾਚਾਰ ਬਣਾ ਕੇ ਕਾਤੇ ਪੇਸ਼ ਕਰਨਾ ਚਾਹੁੰਦੇ ਆ ਵੀ ਉਹ ਜਦੋਂ ਵੱਡੇ ਸਾਹਿਬਜ਼ਾਦਿਆਂ ਨੂੰ ਅਸੀਂ ਕਹਿੰਦੇ ਆ, ਦੇਖੋ ਵੱਡੇ ਸਾਹਿਬਜ਼ਾਦਿਆਂ ਨੂੰ ਤਾਂ ਉਹ ਹੱਥੀ ਥਾਪੜਾ ਦੇ ਕੇ ਤੋੜ ਰਹੇ ਆ। ਬਿਲਕੁਲ ਵੀ ਮੈਂ ਦੇਖਣਾ ਚਾਹੁੰਦਾ। ਬਿਲਕੁਲ। ਹੁਣ ਤੁਸੀਂ ਮੈਨੂੰ ਦੱਸੋ, ਜੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਚਮਕੌਰ ਦੀ ਗੜੀ ਚ ਗੁਰੂ ਸਾਹਿਬ ਦੇ ਨਾਲ ਹੁੰਦੇ, ਹਾਂਜੀ, ਉਸ ਵੇਲੇ ਉਹ ਕਹਿੰਦੇ ਵੀ ਪਾਤਸ਼ਾਹ ਨਹੀਂ ਪਾਪਾ ਮੈਂ ਵੀ ਜਾਣਾ, ਮੈਂ ਠੀਕ ਹੈ, ਮੈਂ ਪਿੱਛੇ ਥੋੜੀ ਰਹੂੰਗਾ। ਜੇ ਉੱਥੇ ਛੱਡ ਕੇ ਜਾਣ ਲੱਗਿਆ ਤੇ ਕਟਾਵੱਡ ਕਰ ਦਿੰਦਾ, ਕਿ ਉਹਨਾਂ ਦੀ ਲਾਸ਼ ਤੇ ਚੀਕਾ ਮਾਰਦੇ ਉਹ? ਅੱਛਾ, ਫਿਰ ਸਾਨੂੰ ਇਹ ਜਿੱਦ ਕਾਤੇ ਪੈ ਗਈ ਆ ਵੀ ਬਹਾਦਰ ਸ਼ਾਹ ਨਾਲ ਉਹਨੇ ਸਮਝੌਤਾ ਕਰ ਲਿਆ ਵੀ ਸੂਬਾ ਸਰਹੰਦ ਨੂੰ ਪੇਸ਼ ਕਰ ਸਾਡੇ ਕੋਲ, ਹੈਨਾ? ਉਸ ਸਾਖੀ ਨੇ ਜਾਣੀ ਇਹਨਾਂ ਨੂੰ ਨੰਦ ਲਾਲ ਦਾ ਬਹਾਦਰ ਸ਼ਾਹ ਕੋ ਬੈਠਣਾ ਸੌਖਾ ਕਰ ਦਿੱਤਾ। ਬਿਲਕੁਲ। ਤੇ ਗੁਰੂ ਗੋਬਿੰਦ ਸਿੰਘ ਬਹਾਦਰ ਸ਼ਾਹ ਨਾਲ ਡੀਲ ਕਰ ਰਹੇ ਸੀ ਵੀ ਤੇਰੀ ਅਸੀਂ ਮਦਦ ਕਰ ਦਿਆਂਗੇ ਤੇ ਤੂੰ ਸੂਬਾ ਸਰਹੰਦ ਸਾਨੂੰ ਪੇਸ਼ ਕਰ ਦੇ। ਇਸੇ ਤਰੀਕੇ ਦੇ ਨਾਲ ਇਹਨਾਂ ਸਾਰਾ ਬਿਆਨ ਕੀਤਾ ਹੋਇਆ ਨਾ ਉਹਦੇ ਵਿੱਚ। ਹੁਣ ਜੇ ਉਹ ਅਤਿਆਚਾਰਿਆ, ਫਿਰ ਜਾਣੀ ਗੁਰੂ ਗੋਬਿੰਦ ਸਿੰਘ ਤਾਂ ਕੋਲ ਹੈ ਨਹੀਂ ਉਸ ਵੇਲੇ, ਉਹਨਾਂ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਨੇ ਕੋਹ ਕੇ ਮਾਰੇ ਆ। ਬਿਲਕੁਲ। ਅੱਛਾ, ਫਿਰ ਬੰਦਾ ਸਿੰਘ ਬਹਾਦਰ ਨੂੰ ਦੋਸ਼ੀ ਮੰਨੂਗੇ ਤੁਸੀਂ ਵੀ ਆਪਣੀ ਹੈਂਕੜ ਦੀ ਖਾਤਰ ਉਹਨੇ ਬੱਚਾ ਮਰਵਾਤਾ ਆਪਣਾ?
ਹੁਣ ਜਿਹੜਾ ਬੰਦਾ ਸਿੰਘ ਬਹਾਦਰ ਦਾ ਉਦੋਂ ਢੱਡੀਆਂ ਵਾਲਿਆਂ ਨੇ ਗੱਲ ਵੀ ਕੀਤੀ, ਆਪਾਂ ਅਕਸਰ ਇਹ ਗੱਲ ਮੰਨਦੇ ਹਾਂ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਨਹੀਂ ਗਿਆ, ਇਸ ਗੱਲੋਂ ਉਹਨਾਂ ਨੇ ਚੁਣਿਆ ਇਹ। ਬਿਲਕੁਲ, ਅਗਲੇ ਨੇ ਤਾਂ ਆਪਸ਼ਨ ਦੇ ਦਿੱਤੀ ਸੀ ਵੀ ਛੱਡ ਦਿਓ ਤੁਸੀਂ, ਤੇ ਬੰਦਾ ਸਿੰਘ ਬਹਾਦਰ ਬਾਰੇ ਕੀ ਆ ਫਿਰ? ਜੇ ਇੱਥੇ ਸਾਹਿਬਜ਼ਾਦਿਆਂ ਦਾ ਦੋਸ਼ੀ ਅਸੀਂ ਉਹਨਾਂ ਨੂੰ ਕਹਿਣਾ ਆ, ਤੇ ਬੰਦਾ ਸਿੰਘ ਬਹਾਦਰ ਦੇ ਵੇਲੇ ਉਹਦੇ ਕੋਲ ਤਾਂ ਆਪਸ਼ਨ ਸੀ, ਮੰਨ ਜਾਂਦਾ ਗੱਲ ਉਹਨਾਂ ਦੀ। ਅਗਲੇ ਕਹਿੰਦੇ ਹਰੇਕ ਥਾਂ ਤੇ ਆਪਸ਼ਨ ਆਉਂਦੀ ਰਹੀ ਆ। ਹਾਂ ਚਲੋ ਖੈਰ, ਬਾਕੀ ਮਰਜ਼ੀ ਇਹਨਾਂ ਦੀ। ਨਹੀਂ ਜੀ, ਤੁਸੀਂ ਮੈਂ ਕਹਿੰਦਾ ਉਹਨਾਂ ਦੀ ਗੱਲ ਦੇ ਵਿੱਚ ਤਾਂ ਨਾ ਇੰਨੀ ਇਰੀਟੇਸ਼ਨ ਆ। ਅੱਛਾ, ਇੱਕ ਮਿੰਟ ਦੱਸਿਓ। ਹਾਂਜੀ, ਇਹਨਾਂ ਦੇ ਵਿੱਚੋਂ ਇੱਕ ਜਣਾ ਉਹੀ ਹੈ ਜਿਹਨੇ ਆਪਣੇ 5-6 ਮਹੀਨੇ ਪਹਿਲਾਂ ਕੋਕ ਵਾਲੀ ਵੀਡੀਓ ਬਣਾਈ ਸੀ, ਕੋਈ ਇਹਨਾਂ ਦੇ ਵਿੱਚੋਂ ਹੀ ਆ? ਵੀ ਨਹੀਂ, ਮੈਨੂੰ ਚੇਤਾ ਨਹੀਂ ਉਹ ਵੀਡੀਓ ਦਾ। ਵੀਡੀਓ ਜੇ ਕੋਈ ਲਿੰਕ ਹੋਇਆ ਤਾਂ ਮੈਨੂੰ ਭੇਜਿਓ। ਨਹੀਂ, ਮੇਰੇ ਕੋਲ ਹੈ ਨਹੀਂ। ਮੈਨੂੰ ਜਦੋਂ ਕੋਈ ਕਾਦਰ ਕੁਦਰਤ ਦੀ ਗੱਲ ਕੋਈ ਚੱਲਦੀ ਸੀ, ਕੋਈ ਢੱਡੀਆਂ ਦੇ ਸੰਬੰਧ ਵਿੱਚ, ਕੋਈ ਸ਼ਾਇਦ ਨਹੀਂ ਕੋਕ ਦਾ ਕੈਨ ਲੈ ਕੇ ਕੋਈ ਗੱਲ। ਨਹੀਂ, ਉਹ ਸਿੱਖ ਵੌਇਸ ਵਾਲਾ ਆ। ਉਹ ਹੋ ਰਿਹਾ। ਅੱਛਾ, ਠੀਕ। ਚਲੋ ਖੈਰ, ਬਾਕੀ ਵੀ ਸਾਨੂੰ ਗੁੱਸਾ ਗਿਲਾ ਕੋਈ ਨਹੀਂ, ਵੀ ਤੁਸੀਂ ਕੰਮ ਕਰਦੇ ਆ ਵਧੀਆ ਤਰੀਕੇ ਨਾਲ ਕਰੀ, ਚਲੋ ਠੀਕ ਹੈ, ਆਪਣਾ ਜ਼ੋਰ ਲਾਓ ਜਿੰਨਾ ਲੱਗਦਾ ਵਾ, ਸਾਨੂੰ ਵਧੀਆ। ਪਰ ਹਾਜ਼ਰ ਨਾ ਕਰੋ ਵੀ ਦੇਖਣਾ ਪੈਣਾ ਤੁਹਾਡਾ ਪ੍ਰੋਗਰਾਮ। ਜਿਹਨੂੰ ਆਪਣੀ ਗੱਲ ਦੇ ਉੱਤੇ ਭਰੋਸਾ ਆ ਨਾ, ਬਿਲਕੁਲ ਹਨਾ, ਉਹ ਦੂਜੇ ਨਾਲ। ਜੇ ਦੇਖੋ, ਇੱਕ ਰੈਸਟੋਰੈਂਟ ਦੇ ਉੱਤੇ ਅਗਲਾ ਮਠਿਆਈ ਵੇਚ ਰਿਹਾ ਆ, ਦੂਜੇ ਬੰਦੇ ਨੇ ਸਾਹਮਣੇ ਆ ਕੇ ਰੈਸਟੋਰੈਂਟ ਖੋਲ ਦਿੱਤਾ, ਜੇ ਉਹਨੂੰ ਭਰੋਸਾ ਆ ਨਾ, ਅਗਲਾ ਕਹਿੰਦਾ ਵੀ ਮੇਰੀ ਮਠਿਆਈ ਹੈਗੀ ਵਧੀਆ, ਉੱਥੇ $20 ਨੂੰ ਕਿਲੋ ਮਿਲਦੀ ਆ, ਮੈਂ ਤਾਂ 25 ਨੂੰ ਕਿਲੋ ਦਊਂਗਾ। ਬਿਲਕੁਲ। ਤੇ ਉਹ ਚੁੱਪ ਕਰ, ਇਹ ਨਾ ਕਹੇ ਵੀ ਏਦਾਂ ਕਰੋ, ਇੱਕ ਪਲੇਟ ਉਹਦੇ ਲੈ ਆਓ, ਮੇਰੇ ਵਾਲੀ ਦੇ ਬਰਾਬਰ ਰੱਖ ਕੇ ਇੱਕ ਖਾ ਕੇ ਦੇਖੋ। ਜਾਂ ਉਹਨੂੰ ਕਹੀ ਜਾਵੇ ਤੂੰ ਏਦਾਂ ਆਪਣੀ ਕੜਾਹੀ ਲੈ ਕੇ ਆ, 10 ਕਿੰਨੀ ਖੰਡ ਪਾਉਣਾ, ਫੇਰ ਦੱਸੂ ਮੈਂ ਜ਼ਿਆਦਾ ਪਾਉਣਾ। ਚਲੋ ਠੀਕ ਹੈ। ਖੈਰ, ਆਪਾਂ ਜਿਹੜੀ ਗੱਲ ਕਰਦੇ ਸੀਗੇ ਉਦੋਂ, ਹੁਣ ਆਪਾਂ ਇਤਿਹਾਸ ਦੀ ਗੱਲ ਕਰਦੇ ਪਏ। ਹੁਣ ਕਿੱਡਾ ਵੱਡਾ ਦੇਖੋ, ਸੰਤੋਖ ਸਿੰਘ ਦਾ ਲਿਖਿਆ ਹੋਇਆ ਗ੍ਰੰਥ ਆ, 14 ਪੋਥੀਆਂ, ਮੇਰੇ ਖਿਆਲ 4-5 ਹਜ਼ਾਰ ਪੇਜ ਬਣਦਾ ਹੋਣਾ ਘੱਟੋ ਘੱਟ। ਤੇ ਉਹ ਮੈਂ ਅੱਜ ਹਿਸਾਬ ਕਿਤਾਬ ਜਿਹਾ ਲਾਉਂਦਾ ਸੀਗਾ ਇਹਦਾ, ਛੋਟਾ ਜਿਹਾ, ਘੱਟੋ ਘੱਟ ਜਿੱਥੇ ਆਪਾਂ ਗੱਲ ਪਿਛਲੇ ਵਾਰੀ ਕੀਤੀ ਸੀ ਨਾ, ਹਾਂਜੀ, ਜਦੋਂ ਸੱਚਖੰਡ ਦੀ ਯਾਤਰਾ ਦੀ, ਹਾਂਜੀ, ਮੇਰਾ ਖਿਆਲ ਉਹਦੇ ਵਿੱਚ 40-50 ਪ੍ਰਸੰਗ ਏਦਾਂ ਦੇ ਆਏ ਹੋਏ ਆ, ਇਕੱਠੇ ਲਗਾਤਾਰ, ਤਕਰੀਬਨ 200-250 ਪੰਨਾ, ਜਿਹੜੇ ਸਾਰੇ ਦੇ ਸਾਰੇ ਉੱਤੇ ਸਾਨੂੰ ਲਕੀਰ ਮਾਰਨੀ ਪੈਣੀ, ਜਿਹੜਾ ਸਾਰੇ ਦਾ ਸਾਰੇ ਅਨਪ੍ਰੈਕਟੀਕਲ ਆ। ਹੁਣ ਸਮੇਰ ਪਰਬਤ ਤੱਕ ਦੀ ਗੱਲ ਤਾਂ ਆਪਾਂ ਕਰ ਲਾਂਗੇ, ਹਨਾ। ਹੁਣ ਸਮੇਰ ਮੈਂ ਪਹਿਲਾਂ ਗੱਲ ਕਰਦਾ ਸੀ ਵੀ ਇਹਨਾਂ ਨੂੰ ਬੇਨਤੀ ਆ ਵੀ ਹਰੇਕ 100 ਪੰਨੇ ਮਗਰ, ਹਾਂਜੀ, ਸਾਨੂੰ ਜੇ 10 ਪੰਨੇ ਤੁਸੀਂ ਅਸਲੀਅਤ ਕੱਢ ਕੇ ਦੇ ਦੋਗੇ ਨਾ, ਹਾਂਜੀ, ਤੇ ਫਿਰ ਅਸੀਂ ਕਹਾਂਗੇ ਵੀ 90% ਮਿਲਾਵਟ ਆ ਇਹਦੇ ਚ। ਠੀਕ ਆ। ਜੇ 100 ਚੋਂ 10 ਵੀ ਨਹੀਂ ਲੱਭਦੇ ਤੁਹਾਨੂੰ, ਫਿਰ ਕੀ ਆਖਾਂਗੇ? ਅਸੀਂ ਤਾਂ ਕਹਿੰਦੇ 1000 ਚੋਂ 10 ਲੱਭਦੇ ਹੋ, ਲਗਾਤਾਰ। 10 ਕਿੱਥੇ ਨਹੀਂ ਲੱਭਣੇ ਇਹਨਾਂ ਦੇ। ਨਹੀਂ, ਫੇਰ ਹੀ ਮੰਨਾਂਗੇ ਨਾ ਅਸੀਂ, ਏਦਾਂ ਥੋੜੀ ਪਿੱਕ ਲੈ, ਇੱਥੋਂ ਚੱਕੋ ਅੱਧੀ ਉੱਥੋਂ, ਅੱਧੀ ਉੱਥੋਂ। ਹੁਣ 150 ਪੰਨੇ ਵਿੱਚੋਂ ਇੱਕ ਲਾਈਨ ਚੱਕ ਕੇ ਤੁਸੀਂ ਕਹੀ ਜਾਓ ਆਹ ਦੇਖੋ ਗੱਲ ਲਿਖੀ ਹੋਈ ਆ। ਔਰ ਏਦਾਂ ਹੀ ਕੀਤਾ ਹੈ। ਹੁਣ ਮੈਂ ਆਹ ਜਿਹੜੇ ਪ੍ਰਸੰਗ ਹੋਣ ਵਾਲੇ ਦੇਖੇ ਨਾ, ਹਾਂਜੀ, ਹੁਣ ਆਪਣਾ ਉਹ ਪ੍ਰਚਾਰਕ ਜੀਵਨ ਜਿਹੜਾ ਸੀਗਾ ਜਦੋਂ ਅਸੀਂ, ਉਹ ਸਾਰੀਆਂ ਗੱਲਾਂ ਚੇਤੇ ਆਉਂਦੀਆਂ ਵੀ ਕੀ ਕੁਛ ਅਸੀਂ ਜਿੱਦਾਂ ਕਰਦੇ ਰਹੇ ਹਾਂ। ਹੁਣ ਪਹਿਲੀ ਤਾਂ ਗੱਲ, ਜਦੋਂ ਇਸ ਪ੍ਰਸੰਗ ਦੀ ਪ੍ਰੈਕਟੀਕਲਟੀ ਤੁਸੀਂ ਕਿਸੇ ਅੱਗੇ ਰੱਖੋਗੇ, ਜਿੱਦਾਂ ਕੋਈ ਮੰਨੂਗਾ ਵੀ ਬੰਦਾ ਏਦਾਂ ਤੁਰੇ ਜਾਂਦੇ ਆ ਤੇ ਤੁਰਦੇ ਜਿੱਦਾਂ ਧੂਤਾਰੇ ਤੱਕ ਪਹੁੰਚ ਗਏ, ਵੀ ਕਿਹੜਾ ਉਹ ਰਸਤਾ ਹੈਗਾ, ਕਿੱਥੋਂ ਦੀ ਗੁਰੂ ਸਾਹਿਬ ਤੁਰੇ ਜਾਂਦੇ, ਵੀ ਪਹਾੜਾਂ ਤੋਂ, ਤਾਂ ਵੀ ਏਦਾਂ ਉੱਪਰ ਕੋਈ ਸੱਚਖੰਡ ਇਹੋ ਜਿਹਾ ਹੈਗਾ ਵਾ। ਜਿਹੜੀ ਆਪਾਂ ਅੱਗੇ ਵਿਚਾਰ ਕੀਤੀ ਸੀ, ਰਾਜ ਇੱਕ ਜਗ੍ਹਾ ਗਏ ਆ ਤੇ ਕਾਗ ਪਸੰਦ ਆ ਗਿਆ, ਫਿਰ ਪ੍ਰਹਿਲਾਦ ਆ ਗਿਆ, ਵਰਾਹ ਅਵਤਾਰ ਆ ਗਿਆ, ਦੱਤਾਤਰੇ ਆ ਗਿਆ, ਫਿਰ ਧਰੂਹ ਭਗਤ ਦੇ ਕੋਲ ਗੁਰੂ ਸਾਹਿਬ ਪਹੁੰਚ ਗਏ ਆ। ਤੇ ਧਰੂਹ ਭਗਤ ਦੇ ਕੋਲ ਜਾ ਕੇ ਜਦੋਂ ਜਾਂਦੇ ਆ ਤੇ ਰਾਹ ਵਿੱਚ ਭਾਈ ਮਰਦਾਨਾ ਕਹਿੰਦਾ ਵੀ ਪਾਤਸ਼ਾਹ ਵੀ ਤਾਰੇ ਤੂਰੇ ਕਿੱਥੇ ਆ। ਯਾਨੀ ਕਿ ਉੱਥੋਂ ਉਸ ਲੇਖਕ ਦੀ ਉਸ ਵੇਲੇ ਦੀ ਜਿੰਨੀ ਕੋ ਨੂੰ ਇਨਫੋਰਮੇਸ਼ਨ ਹੈ ਉਹਦਾ ਪਤਾ ਚੱਲਦਾ। ਯਾਨੀ ਜੇ ਉਹ ਗੱਲ ਨਾ ਤੁਸੀਂ ਗੁਰੂ ਸਾਹਿਬ ਦੀ ਮੰਨਣੀ ਆ, ਹਾਂਜੀ, ਤੇ ਤੁਹਾਨੂੰ ਸੁਣਨੇ ਵਾਲੇ ਨੇ ਕਹਿਣਾ ਵੀ ਇਹਦਾ ਮਤਲਬ ਗੁਰੂ ਨਾਨਕ ਦੇਵ ਜੀ ਨੂੰ ਕੱਖ ਦੀ ਅਕਲ ਨਹੀਂ ਸੀ। ਬਿਲਕੁਲ ਉਦਾਂ ਦਾ ਬਣਾ ਕੇ ਪੇਸ਼ ਕੀਤਾ ਸੀ। ਉਹ ਜਾਣੀ ਜਿੱਥੇ ਨਾ ਧਰਤੀ, ਜਿਹਨੂੰ ਅਸੀਂ ਹੁਣ ਆਕਾਸ਼ ਕਹਿੰਦੇ ਆ, ਹਾਂਜੀ, ਆਹ ਧਰਤੀ ਆ,
ਹਾਂਜੀ ਹੁਣ ਜੇ ਤੁਸੀਂ ਇੱਥੇ ਬੈਠੇ ਆਕਾਸ਼ ਵੱਲ ਨੂੰ ਦੇਖਦੇ ਆ ਹਾਂਜੀ ਤੇ ਤੁਹਾਨੂੰ ਲੱਗਦਾ ਵੀ ਤਾਰੇ ਉੱਤੇ ਆ। ਹਾਂਜੀ ਹੁਣ ਜਦੋਂ ਦੂਰ ਤੱਕ ਨਿਗਾਹ ਮਾਰਦੇ ਤੁਸੀਂ ਏਦਾਂ ਹਾਂਜੀ ਇੱਕ ਥਾਂ ਤੇ ਜਿਹਨੂੰ ਹੋਰੀਜ਼ੋਨ ਕਹਿੰਦੇ, ਇੱਕ ਥਾਂ ਤੇ ਉਹ ਏਦਾਂ ਲੱਗਦੇ ਵੀ ਮਿਲ ਗਏ ਆ, ਮਿਲ ਗਏ ਆਪਸ ਵਿੱਚ। ਹੁਣ ਆਮ ਬੰਦਾ ਏਦਾਂ ਸਮਝਦਾ ਵੀ ਜੇ ਅਸੀਂ ਉੱਥੇ ਪਹੁੰਚ ਜਾਈਏ ਨਾ ਹਾਂਜੀ ਤੇ ਫਿਰ ਤਾਰਿਆਂ ਦੇ ਬਰਾਬਰ ਹੀ ਹੋਣਾ ਅਸੀਂ। ਬਿਲਕੁਲ ਜੀ। ਮਤਲਬ ਉਹ ਹੁਣ ਅਗਲਾ ਸਮਝੂਗਾ ਵੀ ਉਹ ਗੁਰੂ ਨਾਨਕ ਦੇਵ ਜੀ ਏਦਾਂ ਸਮਝ ਰਿਹਾ ਵੀ ਏਦਾਂ ਦੂਰ ਜਾ ਕੇ ਤੇ ਤਾਰੇ ਮਿਲ ਗਏ ਉਹ ਆ ਤੇ ਗੱਪ ਮਾਰਦੇ ਹੋ ਤਾਂ ਕੀ ਆ। ਨਹੀਂ, ਨਿੱਕੇ ਹੁੰਦੇ ਆ ਨਾ, ਮੈਨੂੰ ਆਪ ਚੇਤਾ ਤੁਹਾਡੀ ਹੁਣ ਤੁਸੀਂ ਹੁਣ ਗੱਲ ਕੀਤੀ, ਜਦੋਂ ਛੋਟੇ ਛੋਟੇ ਹੁੰਦੇ ਸੀ ਨਾ ਉਦੋਂ ਅਸੀਂ ਖੇਤਾਂ 'ਚ ਹੋਣਾ ਤਾਂ ਉਦੋਂ ਲੱਗਣਾ ਦੂਰ ਜਾ ਕੇ ਕੁਝ ਦੂਰੀ ਤੇ ਜਾ ਕੇ ਵੀ ਜਿੱਦਾਂ ਅਸਮਾਨ ਤੇ ਧਰਤੀ ਮਿਲ ਜਾਂਦੇ। ਸਾਡੇ ਉਹ ਬੰਨ ਹੁੰਦਾ ਸੀਗਾ ਜਿੱਦਾਂ, ਤੇ ਉਹ ਸਾਨੂੰ ਏਦਾਂ ਲੱਗਣਾ ਬੰਨ ਦੇ ਪਰਲੇ ਪਾਸੇ ਕੋਈ ਜਗ੍ਹਾ ਹੈਗੀ ਜਿੱਥੇ ਧਰਤੀ ਤੇ ਅਸਮਾਨ ਜਿਹੜਾ ਹੈਗਾ ਦੋਨੇ ਆਪਸ ਵਿੱਚ ਮਿਲਦੇ ਆ। ਹੁਣ ਉਹ ਕਹਿੰਦਾ ਵੀ ਹੁਣ ਕਿਉਂਕਿ ਜਦੋਂ ਇਸ ਸਾਖੀ ਦਾ ਸਾਰਾ ਤੁਸੀਂ ਪਲਾਟ ਦੇਖਦੇ ਪਏ ਸਾਰਾ, ਹਾਂਜੀ, ਹੁਣ ਸਾਖੀ ਵੀ ਇਸ ਤਰੀਕੇ ਦੇ ਨਾਲ ਲਿਖੀ ਗਈ ਆ ਵੀ ਉਹ ਬੰਦਾ ਲਿਖਾਉਂਦਾ ਪਿਆ ਵਾ ਜਿਹੜਾ ਗੁਰੂ ਸਾਹਿਬ ਦੇ ਨਾਲ ਰਿਹਾ ਹੋਇਆ, ਭਾਈ ਬਾਲਾ, ਵੀ ਜਿਹਨੇ ਸਾਰਾ ਕੁਝ ਆਪਣੀ ਅੱਖੀਂ ਦੇਖਿਆ ਹੋਇਆ, ਉਹ ਗੁਰੂ ਸਾਹਿਬ ਜੀ ਨੂੰ ਦੱਸਦਾ ਪਿਆ। ਉਹ ਤਾਂ ਝੂਠ ਹੋ ਨਹੀਂ ਸਕਦਾ। ਤੇ ਹੁਣ ਭਾਈ ਮਰਦਾਨਾ ਕਹਿੰਦਾ ਵੀ ਤਾਰੇ ਕਿੱਥੇ ਰਹੇ? ਗੁਰੂ ਸਾਹਿਬ ਕਹਿੰਦੇ ਸਾਰੇ ਥੱਲੇ ਰਹਿ ਗਏ, ਆਪਾਂ ਤਾਂ ਤਾਰਿਆਂ ਤੋਂ ਵੀ ਉੱਪਰ ਚਲੇ ਗਏ ਆ। ਹੁਣ ਧਰੂ ਤਾਰਾ ਉੱਤੇ ਇੱਕੋ ਰਹਿ ਗਿਆ ਇਕੱਲਾ। ਹੁਣ ਏਦਾਂ ਕਰਿਓ, ਤੁਸੀਂ ਆਪਣੇ ਆਂਢ ਗੁਆਂਢ 6-7 ਸਾਲ ਦੇ ਨਿਆਣੇ ਨੂੰ ਏਦਾਂ ਪੁੱਛ ਕੇ ਦੇਖਿਓ ਵੀ ਭਾਈ ਏਦਾਂ ਦੱਸ ਵੀ ਜੇ ਕੋਈ ਬੰਦਾ ਏਦਾਂ ਹੋਵੇ ਤਾਰੇ ਸਾਰੇ ਥੱਲੇ ਰਹਿ ਜਾਣ, ਉਹ ਜਗ੍ਹਾ, ਉਹ ਸਪੇਸ ਵਿੱਚ ਉਹ ਜਗ੍ਹਾ ਕਿਹੜੀ ਆ? ਅਗਲਾ ਦੱਸਣ ਲੱਪਣਾ ਇੱਕ ਤਾਰੇ ਤੋਂ ਦੂਜਾ ਤਾਰਾ ਇੰਨੇ ਕਰੋੜ ਮੀਲ ਦੂਰ ਆ। ਉਹ ਤਾਂ ਸਾਰੇ ਫਿਰ ਨਾਲੇ ਨਹੀਂ, ਅਗਲੇ ਨੇ ਇੱਕ ਹੋਰ ਗੱਲ ਪੁੱਛਣੀ ਆ ਵੀ ਤੁਸੀਂ ਮੇਰੀ ਬੱਚੇ ਨਾਲ ਗੱਲ ਹੋਈ, ਮੈਂ ਕਿਹਾ ਮੈਂ ਇੱਕ ਸੀਰੀਅਲ ਦੇਖਦਾ ਸੀ ਵੀ ਉਹ ਧਰਤੀ ਤੇ ਰਹਿਣ ਯੋਗ ਨਾ ਰਿਹਾ ਤੇ ਉਹ ਸਪੇਸ ਵਿੱਚ ਗਿਓ ਤੇ ਉਹਨਾਂ ਨੂੰ ਇੱਕ ਚੰਦ ਦੇ ਉੱਤੇ ਪਤਾ ਲੱਗ ਗਿਆ ਵੀ ਉੱਥੇ ਰਹਿਣ ਯੋਗ ਜਗ੍ਹਾ ਹੈਗੀ ਆ ਤੇ ਸਾਹ ਲਿਆ ਜਾ ਸਕਦਾ। ਉਹ ਫਟਾਫਟ ਉਹ ਸੈਕਟਮ ਪਤਾ ਨਹੀਂ ਕਿਹੜਾ ਉਹ ਨਾਂ ਲੈ ਤਾ, ਕਹਿੰਦਾ ਉਹਦੀ ਤਾਂ ਨਹੀਂ ਗੱਲ ਕਰਦੇ। ਮੈਂ ਕਿਹਾ ਮੈਨੂੰ ਚੇਤਾ ਨਹੀਂ ਸੀ। ਮੈਂ ਕਿਹਾ ਨਹੀਂ। ਕਹਿੰਦਾ ਫਿਰ ਕਿਹੜੇ ਬ੍ਰਹਿਮੰਡ ਦੀ, ਕਿਹੜੇ ਜਾਨੀ ਜਿਹੜਾ ਯੂਨੀਵਰਸ ਦੇ ਵਿੱਚ ਆ ਪਲੈਨਟ ਕਹਿੰਦੇ ਆ, ਕਹਿੰਦਾ ਕਿਹੜੇ ਪਲੈਨਟ ਦੇ ਚੰਦ ਦੀ ਗੱਲ ਕਰਦੇ ਆ ਤੁਸੀਂ? ਮੈਂ ਕਿਹਾ ਕੀ ਮਤਲਬ? ਕਹਿੰਦਾ ਜਿੱਦਾਂ ਧਰਤੀ ਦੇ ਕੋਲ ਇੱਕ ਚੰਦ ਆ ਤੇ ਕਈ ਪਲੈਨਟ ਆ ਉਹਨਾਂ ਦੇ ਕੋਲ 2-2 3-3 ਚੰਦ ਆ। ਤੁਸੀਂ ਹੁਣ ਜਿਹੜਾ ਚੰਦ ਆ, ਚੰਦ ਸਾਨੂੰ ਕੋਈ ਬੰਦਾ ਕਹੇ ਵੀ ਮੈਂ ਉੱਥੇ ਚੱਲ ਗਿਆ ਜਿੱਥੇ ਚੰਦ ਧਰਤੀ ਥੱਲੇ ਰਹਿ ਗਿਆ, ਬਿਲਕੁਲ ਉਹਨੂੰ ਝੁੱਡੂ ਨੂੰ ਪੁੱਛੇ ਵੀ ਮੂਰਖਾ ਜੇ ਸੂਰਜ ਤੇਰੇ ਉਤਲੇ ਪਾਸੇ ਆ ਤੇ ਧਰਤੀ ਇੱਕ ਸਾਲ ਚ ਗੇੜਾ ਕੱਢ ਕੇ ਸੂਰਜ ਦੇ ਉੱਤਿਓਂ ਘੁੰਮ ਕੇ ਆਉਣੀ ਆ, ਤੂੰ ਕਿਸ ਹਿਸਾਬ ਨਾਲ ਕਹੂੰਗਾ ਵੀ ਧਰਤੀ ਥੱਲੇ ਰਹਿ ਗਈ? ਹੁਣ ਉਹ ਜਾਣੀ ਪਤਾ ਨਹੀਂ ਕਿੱਦਾਂ ਦੀਆਂ ਬੇਥਬੀਆਂ ਮਾਰੀਆਂ ਜੀ ਇਹਨਾਂ ਨੇ। ਨਾਲੇ ਉਹ ਵੀ ਤੁਰ ਕੇ ਬੰਦਾ ਜਾ ਰਿਹਾ ਉੱਤੇ, ਤੁਰੇ ਜਾ ਰਹੇ। ਹੁਣ ਦੇਖੋ ਇਹਨਾਂ ਗੱਲਾਂ ਨੂੰ ਭਾਈ ਵੀਰ ਸਿੰਘ ਵਰਗੇ ਜਿਹੜੇ ਜਸਟੀਫਾਈ ਕਰਦੇ ਪਏ ਇਹੋ ਜਿਹੇ ਭਾਰੇ ਭਾਰੇ ਸ਼ਬਦ ਦੇ ਕੇ ਵੀ ਇਹ ਆਤਮਕ ਮੰਡਲਾਂ ਦੀ ਖੇਡ ਆ, ਅਧਿਆਤਮਕਤਾ ਦੀ ਗੱਲ ਆ, ਇਹੋ ਜਿਹੇ ਨਾਂ ਦੇ ਕੇ ਜਿਹੜੀ ਹੈਗੀ ਆ ਭਾਈ ਵੀਰ ਸਿੰਘ ਇਹਨਾਂ ਗੱਲਾਂ ਨੂੰ ਜਸਟੀਫਾਈ ਕਰਦੇ ਪਏ ਵੀ ਗੁਰੂ ਸਾਹਿਬ ਦੀ ਪ੍ਰਹਿਲਾਦ ਦੇ ਨਾਲ ਗੱਲ ਹੋਈ ਆ, ਗੁਰੂ ਸਾਹਿਬ ਦੀ ਜਿਹੜੀ ਹੈਗੀ ਆਪਣੇ ਧਰੂ ਦੇ ਨਾਲ ਗੱਲਬਾਤ ਹੋਈ। ਫਿਰ ਧਰੂ ਦੇ ਕੋਲ ਜਾ ਕੇ ਕਹਿੰਦੇ ਵੀ ਉੱਥੇ ਸਾਰੀ ਕਹਾਣੀ ਸੰਤੋਖ ਸਿੰਘ ਨੇ ਲਿਖੀ ਹੋਈ ਹੈ, ਜਿੱਦਾਂ ਦੀ ਉਹ ਕਹਾਣੀ ਸਾਰੀ ਹੈਗੀ ਹੈ ਜਿੱਦਾਂ। ਹਾਂਜੀ। ਫਿਰ ਉੱਥੇ ਬਾਲੇ ਮਰਦਾਨੇ ਨੂੰ ਉੱਥੇ ਛੱਡ ਦਿੰਦੇ ਆ, ਉੱਥੋਂ ਫਿਰ ਗੁਰੂ ਸਾਹਿਬ ਆਪ ਸੱਚਖੰਡ ਜਾਂਦੇ ਆ। ਯਾਨੀ ਕਿ ਜਿਸ ਤਰੀਕੇ ਦੇ ਨਾਲ ਪੁਜਾਰੀ ਨੇ ਵੱਖਰਾ ਕੋਈ ਸੱਚਖੰਡ, ਵੱਖਰਾ ਕੋਈ ਬੈਕੁੰਠ ਬਣਾ ਕੇ ਰੱਖਿਆ ਹੋਇਆ ਵਾ ਵੀ ਉੱਥੇ ਰੱਬ ਰਹਿੰਦਾ ਵਾ, ਉਹ ਸਾਰਾ ਨਕਸ਼ਾ ਜਿਹੜਾ ਹੈਗਾ ਵਾ ਸੰਤੋਖ ਸਿੰਘ ਨੇ ਇੱਥੇ ਖਿੱਚਿਆ। ਉੱਥੋਂ ਜਾ ਕੇ ਫਿਰ ਸੋਦਰ ਕਿਹਾ, ਸੋ ਕਰ ਕਿਹਾ, ਉਹ ਸ਼ਬਦ ਜਿਹੜਾ ਹੈਗਾ ਗੁਰੂ ਸਾਹਿਬ ਉੱਥੇ ਲੈ ਕੇ ਆਉਂਦੇ ਆ। ਏਦਾਂ ਹੀ ਉਹ ਸੁਲਤਾਨਪੁਰ ਦੀ ਵੇਈ ਨਦੀ ਦੀ ਜਿਹੜੀ ਸਾਖੀ ਆ ਉੱਥੋਂ ਵੀ ਜਿਹੜੇ, ਹੁਣ ਦੇਖੋ ਉਸ ਸਾਖੀ ਦੇ ਵਿੱਚੋਂ ਮਿਸ਼ਨੀ ਨੇ ਇਹਨਾਂ ਤਾਂ ਕਹਿ ਦਿੱਤਾ ਕਿ ਗੁਰੂ ਸਾਹਿਬ ਉੱਥੋਂ ਚੁੱਭੀ ਮਾਰ ਕੇ ਪਾਰਲੇ ਕਿਨਾਰੇ ਤੇ ਚਲੇ ਗਏ, ਪਰ ਇਹ ਗੱਲ ਨੂੰ ਮੰਨ ਲਿਆ ਵੀ 3 ਦਿਨ ਅਲੋਪ ਰਹੇ ਆ। ਪਰ ਜੇ ਹੁਣ ਕੋਈ ਪੁੱਛ ਲਵੇ ਵੀ ਆਪਣਾ ਪਲੈਨਿੰਗ ਬਣਾਉਣ ਵਾਸਤੇ ਗੁਰੂ ਸਾਹਿਬ ਨੂੰ ਅਲੋਪ ਰਹਿਣ ਦੀ ਜ਼ਰੂਰਤ ਕੀ ਸੀ? ਕਾਹਦੇ ਵਾਸਤੇ ਵੀ ਸਾਰਾ ਪਰਿਵਾਰ ਰੋ ਰੋ ਕੇ ਹਾਲੋਂ ਬਿਹਾਲ ਹੋ ਜਾਵੇ? ਨਹੀਂ, ਗੁਰਬਾਣੀ ਦੇ ਵਿੱਚ ਜਦੋਂ ਗੁਰੂ ਸਾਹਿਬ ਇਹ ਕਹਿੰਦੇ ਆ ਵੀ ਜਿਹੜਾ ਨਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਾ ਸਣੇ,
ਉਹਦੇ ਕੀ ਅਰਥ ਕਰੂੰਗੇ ਜੇ ਤੁਹਾਨੂੰ ਇਦਾਂ ਸੋਚਣ ਲਈ ਬਾਹਰ। ਹੁਣ ਕਮਲ ਕਹੇ ਵੀ ਮੈਂ ਠੀਕ ਹੈ ਰਹਿਣਾ ਚਿੱਕੜ 'ਚ ਹੀ ਆ, ਪਰ ਜਦੋਂ ਨਾ ਖਿੜਨ ਦਾ ਟਾਈਮ ਆਉਣਾ, ਜੇ ਇਹਦਾ ਸੋਹਣਾ ਜੇ ਸਮੈਲ ਲੈਣੀ ਹੈ ਮੈਨੂੰ ਚਿੱਕੜ 'ਚੋਂ ਬਾਹਰ ਕੱਢੋ 4-5 ਦਿਨ ਮਤਲਬ ਹੱਦ ਹੋ ਗਈ ਯਾਰ। ਯਾਨੀ ਕਿ ਇਹਨਾਂ ਸਾਖੀਆਂ ਨੂੰ ਅਸੀਂ ਰੱਦ ਨਹੀਂ ਕਰ ਸਕੇ, ਇਹਨਾਂ ਸਾਖੀ ਨੂੰ ਉਸੇ ਤਰੀਕੇ ਦੇ ਨਾਲ ਅਸੀਂ ਇਹਨੂੰ ਬਦਲ ਕੇ ਸਵਾਰ ਕੇ ਪੇਸ਼ ਕੀਤਾ ਵੀ ਉੱਥੋਂ ਵੀ ਗੁਰੂ ਸਾਹਿਬ ਵੇਈ ਨਦੀ ਦੇ ਵਿੱਚ ਜਾਂਦੇ ਆ, ਉੱਥੋਂ ਵਰਣ ਦੇਵਤਾ ਜਿਹੜਾ ਉਹ ਗੁਰੂ ਸਾਹਿਬ ਨੂੰ ਮਿਲਦਾ, ਉਹ ਗੁਰੂ ਸਾਹਿਬ ਜੀ ਨੂੰ ਸੱਚਖੰਡ ਲੈ ਕੇ ਜਾਂਦਾ ਵਾ। ਉਸ ਵੇਲੇ ਜੀ ਗੁਰੂ ਸਾਹਿਬ ਉੱਥੋਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਮੂਲ ਮੰਤਰ ਜਿਹੜਾ ਹੈਗਾ ਉਹ ਉੱਥੋਂ ਲੈ ਕੇ ਆਉਂਦੇ ਆ ਵੀ 2 ਵਾਰੀ ਗੁਰੂ ਸਾਹਿਬ ਜਿਹੜੇ ਹੈਗੇ ਸੱਚਖੰਡ ਜਾਂਦੇ। ਫਿਰ ਤੁਸੀਂ ਸੱਚਖੰਡ ਤੋਂ ਬਾਅਦ ਵੀ ਜਿਹੜੀ ਯਾਤਰਾ ਵਾਪਸ ਆਉਣ ਦੀ ਆ ਨਾ, ਉਹ ਮੈਂ ਜਦੋਂ ਉਹਦੇ ਤੇ ਨਿਗਾਹ ਮਾਰਦਾ ਸੀਗਾ, ਬੜਾ ਕੁਝ ਉਹਦੇ ਵਿੱਚ ਇਹੋ ਜਿਹਾ ਜਿਹੜਾ ਅਸੀਂ ਪ੍ਰਚਾਰਕ ਉਹਦੇ ਹਵਾਲੇ ਲੈ ਕੇ ਆਪਣੀ ਕਥਾ ਦੇ ਵਿੱਚ ਸੁਣਾਉਂਦੇ। ਉਹ ਕਈ ਗੱਲਾਂ ਤੇ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਫਨੀ ਵੀ ਲੱਗਦੀਆਂ। ਹੁਣ ਜਦੋਂ ਗੁਰੂ ਸਾਹਿਬ ਧਰੂ ਦੇ ਕੋਲੋਂ ਵਾਪਸ ਆਉਂਦੇ ਆ, ਮਰਦਾਨੇ ਨੂੰ ਤੇ ਬਾਲੇ ਨੂੰ ਲੈ ਕੇ ਵਾਪਸ ਆਉਂਦੇ ਆ, ਹਾਂਜੀ, ਤੇ ਮਰਦਾਨਾ ਤੇ ਬਾਲਾ ਗੁਰੂ ਸਾਹਿਬ ਦੇ ਕੋਲੋਂ ਪੁੱਛਦੇ ਆ ਕਿ ਪਾਤਸ਼ਾਹ ਆਪਾਂ ਕਿੰਨੀ ਕੁ ਉਚਾਈ ਤੇ ਆਏ ਹੋਏ। ਤੁਸੀਂ ਪਹਿਲੇ ਹੱਸ ਪਿਆ। ਹੁਣ ਯਾਨੀ ਕਿ ਮੈਨੂੰ ਤਾਂ ਮੌਜ ਹੈ ਨਾ, ਮੈਂ ਘਰ ਮੁੰਡਾ 10 ਸਾਲ ਦਾ। ਹਾਂਜੀ, ਹੁਣ ਯਾਨੀ ਕਿ ਗੱਲ ਵੀ ਉਹ ਲਿਖਣ ਵਾਲੇ ਦੇ ਕੋਲ ਜਿੰਨੀ ਕੁ ਉਸ ਇਨਫੋਰਮੇਸ਼ਨ ਹੈਗੀ ਸੀ ਉਸ ਹਿਸਾਬ ਨਾਲ ਆਪਣਾ ਜੋ ਹੈਗਾ ਲਿਖਦਾ। ਹੁਣ ਆਪਾਂ ਜਿੱਦਾਂ ਦੇਖੋ ਕਦੀ ਪਹਾੜੀਆਂ ਦੇ ਉੱਤੇ ਚੱਲ ਜੀਏ, ਇੱਥੇ ਤਾਂ ਟੋਰਾਂਟੋ ਸਾਈਡ ਤਾਂ ਘੱਟ ਹੈ, ਵੈਨਕੂਵਰ ਸਾਈਡ ਹੈਗੀਆਂ, ਉੱਤੇ ਜਾਂਦੇ ਬੱਦਲ ਸਾਨੂੰ ਹੇਠਾਂ ਦਿਸਣ ਲੱਗ ਪੈਂਦੇ। ਤੁਸੀਂ ਪਲੇਨ ਦੇ ਵਿੱਚ ਜਾਂਦੇ ਆ ਤਾਂ ਬੱਦਲ ਹੇਠਾਂ ਦਿਸਦੇ ਆ। ਏਦਾਂ ਹੀ ਸ਼ਾਇਦ ਸਮਝਣ ਲੱਗ ਪਏ ਇਹਨਾਂ ਨੂੰ ਪਹਾੜੀ ਤੋਂ ਤੇ ਗਿਆ ਵੀ ਹੁਣ ਸਾਰਾ ਕੁਝ ਥੱਲੇ ਰਹਿ ਗਿਆ, ਬੱਦਲ ਥੱਲੇ ਦਿਸਦੇ ਆ, ਤਾਂ ਹੁਣ ਜਦੋਂ ਸਾਰਾ ਬ੍ਰਹਿਮੰਡ ਥੱਲੇ ਰਹਿ ਗਿਆ ਜਦੋਂ। ਜਿਹੜੀ ਕਿ ਮਰਦਾਨਾ ਬਾਲਾ ਹੁਣ ਜਿੰਨੀ ਕੁ ਇਨਫੋਰਮੇਸ਼ਨ ਦੀ ਮੈਂ ਗੱਲ ਕਰਦਾ ਵਾ, ਔਰ ਪੇਸ਼ ਇਸ ਤਰੀਕੇ ਦੇ ਨਾਲ ਕੀਤੀ ਹੈ ਜਿੱਦਾਂ ਬਿਲਕੁਲ ਐਕੂਰੇਟ ਹੋ ਗਈ। ਹੁਣ ਗੁਰੂ ਸਾਹਿਬ ਕਹਿੰਦੇ ਵੀ ਧਰਤੀ ਤੋਂ ਜਿਹੜਾ ਧਰੂ ਤਾਰਾ ਨਾ, ਇਹ ਜਿੱਦਾਂ 39 ਲੱਖ ਯੋਜਨ ਆ, ਨਾ 40 ਪੂਰੇ ਨਹੀਂ ਕਿਹਾ ਉੱਥੇ, ਨਾ 35 ਨਾ 40, 45 ਲੱਖ ਯੋਜਨ ਕਿਹਾ ਵੀ ਜਦੋਂ ਐਗਜੈਕਟ ਜਿਹੜੇ ਹੈਗੇ ਉਹ ਮਿਲੇ ਹੋਏ। ਤੇ ਹੁਣ ਉਹਦਾ ਜੇ ਆਪਾਂ ਅੱਜ, ਕਿਉਂਕਿ ਅੱਜ ਹੁਣ ਤੁਸੀਂ ਸਾਰਾ ਕੁਝ ਦੇਖ ਸਕਦੇ ਆ, ਜੇ ਹੁਣ ਜਿਹਨੂੰ ਧਰੂ ਤਾਰਾ ਇਹ ਕਹਿੰਦੇ ਆਮ ਕਰਕੇ, ਜੇ ਉਹਦੀ ਆਪਾਂ ਜਿਹੜੀ ਹੈਗੀ ਆ ਧਰਤੀ ਤੋਂ, ਮੈਂ ਅੱਜ ਦੇਖਦਾ ਪਿਆ ਸੀਗਾ ਵੀ ਧਰਤੀ ਤੋਂ ਉਹਦੀ ਦੂਰੀ ਜਿਹੜੀ ਉਹ ਮਿੰਟਦੇ ਆ, ਉਹ ਲਾਈਟ ਜੀਅਰ ਦੇ ਵਿੱਚ ਮਿੰਟਦੇ। ਮੈਂ 433 ਕ ਲਾਈਟ ਜੀਅਰ ਉਹ ਬਣਦੇ ਜਿਹੜੀ ਧਰਤੀ ਤੋਂ ਉਹ ਧਰੂ ਤਾਰੇ ਦੀ ਜਿਹੜੀ ਹੈਗੀ ਆ ਦੂਰੀ ਆ। ਤੇ ਜਿਹੜਾ 1 ਲਾਈਟ ਜੀਅਰ ਆ ਜਿਹੜਾ ਜਿੱਦਾਂ ਉਹ ਲਿਖਿਆ ਵੀ 6 ਟ੍ਰਿਲੀਅਨ ਮਾਈਲ ਆ। 1 ਲਾਈਟ ਜੀਅਰ ਜਿਹੜਾ ਹੈਗਾ 6 ਟ੍ਰਿਲੀਅਨ ਮਾਈਲ ਆ, ਜਾਨੀ ਕਿ 2600 ਟ੍ਰਿਲੀਅਨ ਮਾਈਲ ਦੇ ਕਰੀਬ ਉਹ ਬਣਦਾ ਜੇ ਸਬਕ 400 ਜਿਹੜਾ ਲਾਈਟ ਜੀਅਰ ਲਾਈਏ। ਇਹ ਹੁਣ ਜਿਹੜੇ 39 ਲੱਖ ਯੋਜਨ ਜੇ ਇਹਨਾਂ ਦੇ ਗਿਣ ਕੇ ਮਿੰਟਾਂ ਲਾ ਕੇ ਦੇਖੀਏ ਤਾਂ 2-3 ਕਰੋੜ ਤੋਂ ਜ਼ਿਆਦਾ ਨਹੀਂ ਬਣਦਾ। ਇੱਕ ਟ੍ਰਿਲੀਅਨ ਵਿੱਚ 10 ਮਿਲੀਅਨ ਹੁੰਦੇ ਆ, ਬਿਲਕੁਲ, ਤੇ 1 ਮਿਲੀਅਨ ਵਿੱਚ 10 ਲੱਖ ਹੁੰਦੇ ਆ। 10 ਮਿਲੀਅਨ ਕਿ 100 ਮਿਲੀਅਨ ਹੁੰਦਾ, ਮੈਨੂੰ ਜ਼ਿਆਦਾ ਨਹੀਂ ਪਤਾ, ਗਿਣ ਲਿਓ, ਦੁਬਾਰਾ ਕਰ ਲਿਓ। ਨਹੀਂ ਸੌਰੀ 1000 ਮਿਲੀਅਨ। ਹਾਂ, 1000 ਮਿਲੀਅਨ ਦਾ 1 ਟ੍ਰਿਲੀਅਨ ਹੁੰਦਾ, 10 ਲੱਖ ਦਾ 1 ਮਿਲੀਅਨ ਹੁੰਦਾ। ਯਾਨੀ ਕਿ 6 ਟ੍ਰਿਲੀਅਨ ਜੀਅਰ ਜਿਹੜਾ ਉੱਤੇ ਦਿੱਤਾ ਹੋਇਆ ਉਹਨਾਂ ਨੇ ਵੀ ਉਹ 1 ਲਾਈਟ ਜੀਅਰ ਦਾ ਡਿਸਟੈਂਸ ਆ, ਤੇ 433 ਦੇ ਕਰੀਬ ਉਹ ਦੱਸਦੇ ਪਏ ਆ ਵੀ ਜਿਹੜਾ ਹੈਗਾ ਇਹਨਾਂ ਲਾਈਟ ਜੀਅਰ ਦੀ ਦੂਰੀ ਆ ਜਿਹਨੂੰ ਧਰੂ ਤਾਰਾ ਆਖਿਆ ਜਾਂਦਾ। ਉਸੇ ਸੰਤੋਖ ਸਿੰਘ ਨੇ ਜਿੱਦਾਂ 2-2.5-3 ਕਰੋੜ ਮੀਲ ਬਣਾ ਕੇ ਉੱਥੇ ਕੰਮ ਕਰ ਦੇਖ ਕਰ ਵੀ ਜਿੰਨੀ ਕੁ ਇਨਫੋਰਮੇਸ਼ਨ ਹੈਗੀ ਉਹਨਾਂ ਦੇ ਕੋਲ ਉਸੇ ਹਿਸਾਬ ਨਾਲ ਉਹ ਜਿਹੜਾ ਹੈਗਾ ਲਿਖੀ ਜਾ ਰਿਹਾ। ਨਹੀਂ ਸੌਰੀ ਯਾਰ, ਮੈਂ ਬਿਲੀਅਨ ਤੋਂ ਅੱਗੇ ਟ੍ਰਿਲੀਅਨ ਹੋਣਾ, ਪਹਿਲਾਂ 1000 ਮਿਲੀਅਨ ਦਾ ਬਿਲੀਅਨ ਬਣਨਾ, ਫਿਰ 1000 ਬਿਲੀਅਨ ਦਾ, ਫਿਰ ਗਾਹਾਂ ਨਹੀਂ ਸੌਰੀ ਕਨਫਿਊਜ਼ ਹੋ ਜਾਣਾ ਆਪਾਂ। ਕੋਈ ਨਹੀਂ, ਹਿਸਾਬ ਕਰ ਲਿਓ ਆਪੇ ਭਾਈ, ਕਿਉਂਕਿ ਜਦੋਂ ਮੈਂ ਦੇਖਦਾ ਪਿਆ ਉਹਦੇ ਵਿੱਚ ਵੀ ਉਹ ਇਨਫਿਨਿਟੀ ਵਾਲਾ ਬਟਨ ਆ ਜਾਂਦਾ। ਉਹ ਸਾਡਾ ਵਿਸ਼ਾ ਦੀ ਜਾਨੀ ਗੱਲ ਕੀ ਵੀ ਇਸ ਗਿਣਤੀ ਮਿਣਤੀ ਚ ਵੀ, ਪਰ ਜਿਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਲਿਖਦਾ, ਉਹ ਲਿਖਦਾ ਪੂਰਾ ਵੀ 39 ਲੱਖ ਯੋਜਨ ਬਣਦਾ ਜਿਹੜਾ ਪਾ ਲਾ ਕੇ। ਇੱਕ ਗੱਲ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ, ਸਭ ਤੋਂ ਫਿਗਰਾਂ ਕੱਢ ਹੋਣ ਚਾਹੇ ਨਾ, ਇੱਕ ਗੱਲ ਦਾਅਵੇ ਨਾਲ ਕਹਿ ਸਕਦੇ ਵੀ ਸੰਤੋਖ ਸਿੰਘ ਝੂਠ ਬੋਲਦਾ।
ਨਹੀਂ, ਉਹ ਭਾਈ ਵੀਰ ਸਿੰਘ ਨੂੰ ਵੀ ਲਿਖਣਾ ਪਿਆ ਨਾ ਉੱਥੇ, ਕਹਿੰਦਾ ਵੀ ਅਸਲ ਦੁੱਧ ਕਹਿੰਦਾ ਬਹੁਤ ਜ਼ਿਆਦਾ ਵਾ ਉਹ ਤੋਂ ਕਹਿੰਦਾ। ਇਹ ਕਹਿੰਦਾ ਜਿੱਦਾਂ ਜਨਮ ਸਾਖੀ ਚ ਲਿਖਿਆ ਹੋਇਆ ਸੀ ਉਸੇ ਦਾ ਸੰਤੋਖ ਸਿੰਘ ਨੇ ਲੈ ਦਿੱਤਾ ਜਿੱਦਾਂ। ਤੇ ਹੁਣ ਜਦੋਂ ਉੱਥੋਂ ਵਾਪਸ ਵੀ ਆਉਂਦੇ ਆ, ਹੁਣ ਆਪਾਂ ਜਦੋਂ 9 ਖੰਡ ਦਾ ਜ਼ਿਕਰ ਆਉਂਦਾ ਨਾ, ਧਰਤੀ 9 ਖੰਡ ਦਾ ਜ਼ਿਕਰ ਬਾਣੀ ਵਿੱਚ ਵੀ ਕਈ ਵਾਰੀ ਹੁੰਦਾ ਨਾ, ਤੇ 9 ਖੰਡ ਤਾਂ ਜਦੋਂ ਮੁਹਾਵਰਾ ਵਰਤਿਆ ਗਿਆ ਸਾਰੀ ਪ੍ਰਿਥਵੀ ਵਾਸਤੇ ਵਰਤਿਆ ਗਿਆ ਇੱਕ ਕਿਸਮ ਦਾ। ਹਾਂਜੀ। ਪਰ ਉੱਥੇ ਉਹਨਾਂ ਨੇ 9 ਖੰਡ ਜਿਹੜੇ ਹੈਗੇ ਆ, ਕਵੀ ਸੰਤੋਖ ਸਿੰਘ ਨੇ ਵੱਖਰੇ ਲਿਖੇ ਆ ਪਹਾੜਾਂ ਦੇ ਵਿੱਚ। ਉਧਰ ਕੋਈ ਜਦੋਂ ਤੁਸੀਂ ਧਰੂ ਨੂੰ ਮਿਲ ਕੇ ਵਾਪਸ ਆਉਣੇ ਆ ਨਾ, ਹਾਂਜੀ, ਰਾਹ ਦੇ ਵਿੱਚ ਉਹ 9 ਖੰਡ ਆਉਂਦੇ ਆ। ਉੱਥੇ ਫਿਰ 9 ਖੰਡਾਂ ਦੀ ਸੈਰ ਜਿਹੜੀ ਹੈਗੀ ਆ ਗੁਰੂ ਸਾਹਿਬ ਭਾਈ ਮਰਦਾਨੇ ਨੂੰ, ਭਾਈ ਬਾਲੀ ਨੂੰ ਕਰਵਾਉਂਦੇ ਆ। ਉਹਦੇ ਵਿੱਚ ਇੱਕ ਜਗ੍ਹਾ ਏਦਾਂ ਦੀ ਆਉਂਦੀ ਹੈ ਜਿੱਥੇ ਮੈਂ ਉਹ ਦੇਖਦਾ ਸੀਗਾ ਜਦੋਂ ਪੜ੍ਹਦਾ ਸੀਗਾ, ਤੇ ਮੈਨੂੰ ਲੱਗਦਾ ਸੀਗਾ ਵੀ ਠਾਕੁਰ ਤੋਂ ਸੱਚ ਹੀ ਬੋਲਦਾ ਪਿਆ। ਉਹ ਕਹਿੰਦੇ ਵੀ ਰਾਹ ਚ ਇੱਕ ਇਹੋ ਜਿਹਾ ਬਾਗ ਹੈ ਜਿਹਦੇ ਫਲ ਬੜੇ ਸੋਹਣੇ ਸੀ। ਅੱਛਾ। ਤੇ ਉੱਥੇ ਵੀ ਭਾਈ ਮਰਦਾਨੇ ਨੇ ਫਿਰ ਜਿਹੜੇ ਫਲ ਹੈਗੇ ਖਾਧੇ, ਜਿਹਨੂੰ ਸ਼ਾਇਦ ਸਵਰਗ ਦੇ ਸੰਤਰੇ ਕਹਿੰਦੇ ਹੋਣਗੇ, ਉਹ ਜਿਹੜੇ ਠਾਕੁਰ ਸਿੰਘ ਨੇ ਮੰਗਾਏ ਆ। ਹਾਂਜੀ ਹਾਂਜੀ, ਉਹ ਹੈਗੇ ਆ ਰਸਤੇ ਵਿੱਚ ਆਉਂਦੇ ਆ। ਕੋਈ ਇੱਕ ਬਾਗ ਏਦਾਂ ਦਾ ਆਉਂਦਾ ਵਾ ਜਿਹਦੇ ਵਿੱਚ ਬਹੁਤ ਵਧੀਆ ਸਵਾਦਲੇ ਜਿਹੜੇ ਹੈਗੇ ਉਹ ਫਲ ਜਿਹੜੇ ਹੈਗੇ ਲੱਗੇ ਹੋਏ ਆ। 2 ਦਰਜਨ ਸਾਡੇ ਲਈ ਵੀ ਆਰਡਰ ਕਰ ਦਿਓ। ਫਿਰ ਉਹ ਕਹਿੰਦੇ ਵੀ ਇੱਕ ਖੰਡ ਦੇ ਵਿੱਚ ਗਏ ਆ ਭਾਈ ਮਰਦਾਨਾ ਭਾਈ ਬਾਲਾ, ਉੱਥੇ ਉਹਨੇ ਕੋਟਕ ਸ਼ੇਰ ਲਿਖਿਆ ਹੋਇਆ। ਕੋਟਕ ਸ਼ੇਰ, ਉਹਦਾ ਮਤਲਬ ਤਾਂ ਇਹ ਵੀ ਕਰੋੜਾਂ ਸ਼ੇਰ ਉੱਥੇ ਰਹਿੰਦੇ ਆ। ਪਰ ਭਾਈ ਵੀਰ ਸਿੰਘ ਨੇ ਅਰਥ 2 ਤਰੀਕੇ ਨਾਲ ਲਾਤਾ ਦਾ, ਕਰੋੜਾਂ ਸ਼ੇਰ ਵੀ ਲੈ ਦਿੱਤਾ, ਜਾਂ ਕੋਟਕ ਦਾ ਅਰਥ ਉਹਨੇ ਕਿਲਾ ਵੀ ਕਰਦਾ ਵੀ ਸ਼ੇਰਾਂ ਦਾ ਕਿਲਾ ਸੀ ਉੱਥੇ। ਚੱਲ ਜਿਸ ਤਰੀਕੇ ਨਾਲ ਮਰਜ਼ੀ ਲੈ ਲਈਏ, ਜਿਹੜਾ ਵੀ ਇਹਨਾਂ ਨੂੰ ਥੋੜਾ ਜਿਹਾ ਕਾਮਨ ਸੈਂਸ ਤੇ ਲੱਗਦਾ ਹੋਵੇ ਗੱਲ ਸੱਚੀ ਬਣਦੀ ਆ। ਅਸੀਂ ਨਾ ਵੀ ਕਰੋੜ ਸ਼ੇਰ ਕਹੀਏ ਤੇ ਕਈ ਵੀ ਸ਼ੇਰਾਂ ਦਾ ਕਿਲਾ ਸੀਗਾ, ਬਹੁਤ ਜ਼ਿਆਦਾ ਸ਼ੇਰ ਸੀ। ਹੁਣ ਉੱਥੇ ਸੰਤੋਖ ਸਿੰਘ ਸ਼ੇਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਗੱਲਬਾਤ ਕਰਾਉਂਦਾ ਵੀ ਸ਼ੇਰ ਗੁਰੂ ਸਾਹਿਬ ਨੂੰ ਦੇਖਦੇ ਆ ਤਾਂ ਸ਼ੇਰਾਂ ਦੇ ਵਿੱਚ ਬੋਲਣ ਦੀ ਸਮਰੱਥਾ ਆ ਗਈ। ਅੱਛਾ। ਦੇ ਕੇ ਗੁਰੂ ਸਾਹਿਬ ਜੀ ਦੇ ਨਾਲ ਉਹ ਗੱਲਬਾਤ ਕਰਦੇ ਤੇ ਗੁਰੂ ਸਾਹਿਬ ਉਹਨਾਂ ਦੇ ਕੋਲੋਂ ਪੁੱਛਦੇ ਆ ਵੀ ਤੁਸੀਂ ਇੱਥੇ ਖਾਣੇ ਕੀ ਆ? ਉਹ ਕਹਿੰਦੇ ਵੀ ਖਾਣਾ ਕੀ ਆ, ਇੱਥੇ 100 ਯੋਜਨ ਤੱਕ ਜਿੰਨੇ ਪਸ਼ੂ ਪੰਛੀ ਸੀਗੇ ਉਹ ਸਾਰੇ ਪਸ਼ੂ ਪੰਛੀ ਜਿਹੜੇ ਅਸੀਂ ਖਾ ਲਏ ਆ। ਅੱਛਾ। ਹੁਣ 100 ਯੋਜਨ ਤੱਕ ਕੋਈ ਪਸ਼ੂ ਪੰਛੀ ਜਿਹੜਾ ਬਾਕੀ ਨਹੀਂ ਬਚਿਆ। ਤੇ ਹੁਣ ਕੀ ਖਾਣੇ? ਕਹਿੰਦੇ ਵੀ ਹੁਣ ਖਾਣਾ ਕੀ ਆ, ਹੁਣ ਅਸੀਂ ਜਾਗਦੇ ਰਹਿੰਦੇ ਆ। ਅੱਛਾ। ਅਸੀਂ ਸੌਂਦੇ ਨਹੀਂ। ਜਿਹਦੀ ਵਿਵਾਹ ਹੁੰਦੀ ਜਿਹੜਾ ਸੌਂ ਜਾਂਦਾ ਬਾਕੀ ਉਹਨੂੰ ਖਾ ਲੈਂਦੇ ਆ। ਵੀ ਅਸੀਂ ਹੁਣ ਬੜੇ ਮੁਸ਼ਕਲ ਦੇ ਵਿੱਚ ਆ, ਜਾਂ ਤਾਂ ਅਸੀਂ ਮਰਦੇ ਆ ਜਾਂ ਜਾਗਣਾ ਪੈਂਦਾ ਸਾਨੂੰ, ਜਾਂ ਅਸੀਂ ਸੌਂ ਨਹੀਂ ਸਕਦੇ। ਵੀ ਜਿੰਨੇ ਪਸ਼ੂ ਪੰਛੀ ਜੋ ਕੁਝ ਵੀ ਹੈਗਾ ਸੀ 100 ਯੋਜਨ ਦੇ ਵਿੱਚ ਉਹ ਸਾਰਾ ਕੁਛ ਅਸੀਂ ਖਾ ਚੁੱਕੇ ਹਾਂ। ਹੁਣ ਇੱਥੇ ਖਾਣ ਨੂੰ ਕੁਛ ਨਹੀਂ, ਹੁਣ ਸਾਨੂੰ ਸਾਰਿਆਂ ਨੂੰ ਜਾਗਣਾ ਪੈਂਦਾ। ਜਿਹੜਾ ਸੁੱਤਾ ਨਹੀਂ ਤੇ ਬਾਕੀ ਫੜ ਕੇ ਉਹਨੂੰ ਮਾਰ ਕੇ ਖਾ ਲੈ। ਹੁਣ ਗੁਰੂ ਸਾਹਿਬ ਕਹਿੰਦੇ ਕੋਈ ਨਹੀਂ, ਵੀ ਤੁਹਾਡਾ ਹੁਣ ਛੁਟਕਾਰਾ ਕਰ ਦੇਣਾ ਛੇਤੀ, ਤੇ ਤੁਸੀਂ ਫਿਰ ਧਰਤੀ ਤੇ ਆ ਕੇ ਫਿਰ ਤੁਸੀਂ ਸਾਰਿਆਂ ਨੂੰ ਸਿੱਖ ਬਣਨਾ। ਅੱਛਾ। ਜਿਹੜੇ ਇਹ ਡੀ ਕਰਦੇ ਆ ਵੀ ਨਾਲ ਦਾ ਕਦੋਂ ਸੌਵੇਂ ਦਾ ਖਾਈਏ, ਉਹ ਗੁਰੂ ਨਾਨਕ ਦੇਵ ਜੀ ਨੇ ਸਿੱਖ ਹੋਣ ਦਾ ਸਰਾਪ ਦੇ ਦਿੱਤਾ ਉਹਨਾਂ ਨੂੰ। ਹੈ ਹੁਣ ਜਾਨੀ ਪਤਾ ਨਹੀਂ ਵੀ ਜਿਹੜਾ ਅਸੀਂ ਕਹਿੰਦੇ ਗੁਰੂ ਸਾਹਿਬ ਨੇ 3 ਕਰੋੜ ਸਿੱਖ ਬਣਾਏ, ਕਦੀ ਇਸੇ ਤਰੀਕੇ ਦੇ ਨਾਲ ਤਾਂ ਨਹੀਂ ਗਿਣਤੀ ਕਰੀ ਗਈ। ਸਾਰੇ ਉਹਨੂੰ ਦੇ ਪੱਠੇ ਕਰਕੇ ਸਾਰੇ ਪਾਸੇ ਇਕੱਠੇ, ਜਿੰਨੇ ਕਾਂ ਮਿਲੇ, ਸ਼ੇਰ ਮਿਲੇ, ਖੋਤੇ ਮਿਲੇ, ਕੁੱਤੇ ਮਿਲੇ, ਉਹ ਸਾਰੇ ਨੂੰ ਅਸੀਂ ਸਿੱਖ ਬਣਾਏਂਗੇ ਇਸੇ ਤਰੀਕੇ ਦੇ ਨਾਲ ਵੀ ਗੁਰੂ ਸਾਹਿਬ ਨੇ 3 ਕਰੋੜਾਂ ਨੂੰ ਸਿੱਖੀ ਦੀ ਦਾਤ ਦੇਤੀ ਉਸ ਨਾ। ਇੱਕ ਗੱਲ ਤਾਂ ਵਧੀਆ ਹੁੰਦਾ, ਮੈਂ ਕਹਿੰਦਾ ਕਥਾਕਾਰਾਂ ਵੱਲੋਂ ਤਾਂ ਸਿੱਖ ਚੰਗੇ ਆ। ਕਥਾਕਾਰ ਤਾਂ ਕਾਂ ਤੋਂ ਬਣੇ। ਅੱਛਾ। ਫਿਰ ਇੱਕ ਜਗ੍ਹਾ ਤੇ ਜਾਂਦੇ ਆ, ਇਹ ਧਰੂ ਤੋਂ ਆਉਂਦੇ ਰਾਹ ਚ ਸਾਰੇ ਪੜਾਅ ਆਉਂਦੇ ਆ ਜੀ ਇਹ। ਉੱਥੇ ਕਹਿੰਦੇ ਸਾਰੀ ਧਰਤੀ ਸੋਨੇ ਦੀ। ਅੱਛਾ। ਜਿੰਨੀ ਧਰਤੀ ਆ ਉਹ ਸਾਰੀ ਧਰਤੀ ਜਿਹੜੀ ਹੈਗੀ ਆ ਉਹ ਸਾਰੀ ਦੀ ਸਾਰੀ ਧਰਤੀ ਸੋਨੇ ਦੀ। ਉੱਥੇ ਮਰਦਾ ਕੋਈ ਨਹੀਂ ਘਰ ਦੇ ਵਿੱਚ। ਜਿਹਨੇ ਵੀ ਮਰਨਾ ਵਾ ਆਪਣੀ ਮਰਜ਼ੀ ਦੇ ਨਾਲ ਬਾਹਰ ਕਿਸੇ ਪਹਾੜੀ ਦੇ ਉੱਤੇ ਜਾਂਦਾ ਵਾ, ਉੱਥੇ ਜਾ ਕੇ ਸਮਾਧੀ ਲਾਉਂਦਾ ਤੇ ਆਪਣੇ ਸਵਾਸ ਜਿਹੜੇ ਉਹ ਤਿਆਗ ਦਿੰਦਾ। ਫਿਰ ਕਹਿੰਦੇ ਵੀ ਇੱਕ ਖੰਡ ਦੇ ਵਿੱਚ ਗੁਰੂ ਸਾਹਿਬ ਗਏ ਆ, ਤੇ ਉਸ ਖੰਡ ਦੇ ਵਿੱਚ ਗੁਰੂ ਸਾਹਿਬ ਨੂੰ ਇੱਕ ਉੱਥੋਂ ਦਾ ਰਾਜਾ ਜਿਹੜਾ ਹੈਗਾ ਉਹ ਮਿਲਣ ਵਾਸਤੇ ਆਇਆ। ਉਹਦਾ ਨਾਮ ਹੀ ਉਹਨੇ ਦਿੱਤਾ ਹੋਇਆ ਧਰਮਚੰਦ। ਤੇ ਗੁਰੂ ਸਾਹਿਬ ਨੂੰ ਸੇਵਾ ਪੁੱਛਦਾ ਵੀ ਕੀ ਸੇਵਾ ਕਰਨੀ ਆ। ਤੇ ਭਾਈ ਬਾਲਾ ਕਹਿੰਦਾ ਵੀ ਗੁਰੂ ਸਾਹਿਬ ਉਸ ਵੇਲੇ ਫਿਰ ਮੈਨੂੰ ਸ਼ੇਰ ਬਣਾ ਦਿੰਦੇ। ਅੱਛਾ। ਤੇ ਰਾਜੇ ਨੂੰ ਕਹਿੰਦੇ ਆ ਵੀ ਇਹਦੀ ਖੁਰਾਕ ਸਾਨੂੰ ਚਾਹੀਦੀ ਆ।
ਉਹ ਕਹਿੰਦੇ ਕੀ ਖੁਰਾਕ? ਕਹਿੰਦੀ ਵੀ ਇਹਨੇ ਤੇਰਾ ਪੁੱਤ ਖਾਣਾ। ਤੇ ਰਾਜਾ ਕਹਿੰਦਾ ਸਿਦਕ ਦਾ ਪੱਕਾ, ਉਹ ਆਪਣਾ ਪੁੱਤ ਲਿਆ ਕੇ ਮੇਰੇ ਸਾਹਮਣੇ ਖੜਾ ਕਰ। ਵੀ ਗੁਰੂ ਸਾਹਿਬ ਜਾਨੀ ਉਹਦਾ ਸਿਦਕ ਪਰਖਣਾ ਚਾਹੁੰਦੇ ਆ, ਉਹਦਾ ਸਿਦਕ ਪਰਖਣ ਵਾਸਤੇ। ਹੁਣ ਜਦੋਂ ਇਹੋ ਜਿਹੀਆਂ ਕਹਾਣੀਆਂ ਆਪਾਂ ਪੜ੍ਹਦੇ ਹਾਂ ਕਿ ਉਹੀ ਗੁਰੂ ਨਾਨਕ ਸਾਹਿਬ ਹੈ ਜਿਹਦੇ ਸੰਬੰਧ ਵਿੱਚ ਇਹ ਆਖਦੇ ਵੀ ਉਹ ਬਾਬਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਨ ਵਾਲਾ ਹੋਊਗਾ, ਜਿਹੜਾ ਰਾਜੇਸ਼ੀ ਮੁਕੱਦਮ ਕੁੱਤੇ ਦੀ ਗੱਲ ਕਰਨ ਵਾਲਾ ਹੋਊਗਾ, ਜਿਹੜਾ ਗੁਰੂ ਇਹ ਕਹਿੰਦਾ ਹੋਊਗਾ ਵੀ ਕਾਦੀ ਕੂੜ ਬੋਲ ਬਲ ਖਾਏ ਬ੍ਰਾਹਮਣ ਨਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਤੇ ਤੀਨੇ ਉਜਾੜੇ ਕਬਲ। ਜਿਹੜਾ ਇਹ ਉਸ ਵੇਲੇ ਦੀਆਂ ਸਮਾਜਿਕ ਕੁਰੀਤੀਆਂ ਦੇ ਖਿਲਾਫ ਇਸ ਤਰੀਕੇ ਦੇ ਨਾਲ ਆਵਾਜ਼ ਉਠਾ ਕੇ ਲੋਕਾਂ ਨੂੰ ਜਿਹੜਾ ਹੈਗਾ ਤਿਆਰ ਕਰਦਾ ਹੋਊਗਾ, ਲਾਮਬੰਦ ਕਰਦਾ ਹੋਊਗਾ। ਕਿ ਇਹ ਉਸੇ ਗੁਰੂ ਨਾਨਕ ਦੀ ਕਥਾ ਸੁਣਾਈ ਜਾ ਰਹੀ ਹੈ ਵੀ ਆਹ ਜਿਹੜੇ ਡਰਾਮੇਬਾਜ਼ੀਆਂ ਕੀਤੀਆਂ ਜਾ ਰਹੀਆਂ, ਨਾਟਕਬਾਜ਼ੀਆਂ ਕੀਤੀਆਂ ਜਾ ਰਹੀਆਂ। ਨਹੀਂ, ਇਦਾਂ ਥੋੜਾ ਹੋ ਸਕਦਾ ਵੀ ਸਾਡੇ ਇਹ ਜਿਹੜੇ ਮਿਸ਼ਨਰੀ ਬੰਦੇ ਆ ਇਹਨਾਂ ਨੇ ਪੜ੍ਹੀਆਂ ਨਹੀਂ, ਜਾਂ ਉਹ ਜਿਹੜੇ ਜਰਮਨ ਵਾਲੇ ਇਹਨਾਂ ਲੋਕਾਂ ਨੂੰ ਇਹ ਸਮਝ ਨਹੀਂ ਆਉਣੀਆਂ। ਠੀਕ ਹੈ, ਬਦਲ ਗੱਲ ਕੀ ਆ, ਆਮ ਲੋਕਾਂ ਤੋਂ ਲੁਕੋ ਰਹੇ ਆ ਇਹਨਾਂ ਨੂੰ। ਬਿਲਕੁਲ। ਫਿਰ ਇੱਕ ਹੋਰ ਖੰਡ ਦੇ ਵਿੱਚ ਗਏ ਆ, ਉੱਥੋਂ ਦੇ ਰਾਜੇ ਨੇ ਆਣ ਕੇ ਗੁਰੂ ਸਾਹਿਬ ਦੇ ਕੋਲੋਂ ਮੰਗ ਕੀਤੀ ਹੈ ਵੀ ਮੇਰੇ ਘਰ ਔਲਾਦ ਨਹੀਂ ਕੋਈ। ਠੀਕ ਹੈ ਜੀ, ਮੈਨੂੰ ਔਲਾਦ ਦਿਓ। ਤੇ ਸੰਤੋਖ ਸਿੰਘ ਉੱਥੇ ਲਿਖਦਾ, ਕਹਿੰਦਾ ਗੁਰੂ ਜੀ ਨੇ ਉਹਨੂੰ 2 ਲੌਂਗ ਦਿੱਤੇ, ਇੱਕ ਇਲਾਇਚੀ ਦਿੱਤੀ ਵੀ ਇਹ ਜਾ ਕੇ ਆਪਣੀ ਰਾਣੀ ਨੂੰ ਦੇ ਦੇ ਤੇ ਤੇਰੇ ਘਰ ਔਲਾਦ ਹੋ ਜੂਗੀ। ਯਾਨੀ ਕਿ ਅੱਜ ਜੋ ਅਸੀਂ ਸਾਧਾਂ ਦੇ ਉੱਤੇ ਇਲਜ਼ਾਮ ਲਗਾਉਂਦੇ ਪਏ ਆ ਵੀ ਲੌਂਗਾਂ ਦੇ ਨਾਲ ਨਿਆਣੇ ਜੰਮਦੇ ਪਏ ਆ, ਸੇਬਾਂ ਦੇ ਨਾਲ ਨਿਆਣੇ ਜੰਮਦੇ ਪਏ ਆ, ਇਲਾਇਚੀਆਂ ਦੇ ਨਾਲ ਨਿਆਣੇ ਜੰਮਦੇ ਪਏ ਆ, ਇਸ ਸਾਰੇ ਕੁਝ ਦੀ ਜਿਹੜੀ ਜੜ ਹੈਗੀ ਆ ਉਹ ਤੇ ਇਹਨਾਂ ਇਤਿਹਾਸਕ ਗ੍ਰੰਥਾਂ ਦੇ ਵਿੱਚ ਲੱਗੀ ਹੋਈ ਹੈ। ਵੀ ਯਾਨੀ ਕਿ ਗੁਰੂ ਸਾਹਿਬ ਵੀ ਲੌਂਗ ਇਲਾਇਚੀਆਂ ਦੇ ਕੇ ਲੋਕਾਂ ਦੇ ਘਰ ਨਿਆਣੇ ਜਿਹੜੇ ਹੈਗੇ ਜਮਾਉਂਦੇ ਨਹੀਂ। ਉਹਦੇ ਬੂਟੇ ਬਾਟੇ ਨਹੀਂ ਮਿਲਦੇ ਕਿ ਹੁਣ ਸਵਾਲ ਤਾਂ ਹੋਣਗੇ ਨਾ ਵੀ ਉਹ ਲੌਂਗ ਜਿਹੜੇ ਸੀਗੇ ਉਹ ਇਲਾਇਚੀਆਂ ਗੁਰੂ ਨਾਨਕ ਸਾਹਿਬ ਜੀ ਨੇ ਬੇਬੇ ਨਾਨਕੀ ਨੂੰ ਕਿਉਂ ਨਾ ਦੇ ਦਿੱਤੀਆਂ? ਕਿੱਡੇ ਕਲੰਕ ਗੁਰੂ ਸਾਹਿਬ ਦੇ ਨਾਂ ਤੇ ਮੜ ਕੇ ਜਾਣੀ ਇਹ ਕਹਿੰਦੇ ਅਸੀਂ ਵਫਾਦਾਰ ਆ ਗੁਰੂ ਸਾਹਿਬ ਦੇ, ਜਾਣੀ ਸਾਨੂੰ ਕਹਿੰਦੇ ਲੈ ਦੁੱਖ ਹੀ ਆ ਗੁਰੂ ਦੇ। ਹੈ ਫਿਰ ਇੱਕ ਖੰਡ ਦੇ ਵਿੱਚ ਗੁਰੂ ਸਾਹਿਬ ਗਏ ਆ, ਉਹਨਾਂ 9 ਖੰਡਾਂ ਦਾ ਪੂਰਾ ਜ਼ਿਕਰ ਕੀਤਾ ਹੋਇਆ। ਜਿਹੜਾ ਮੈਂ ਗੱਲ ਕੀਤਾ ਵੀ 45-50 ਪ੍ਰਸੰਗ ਤੇ ਇਦਾਂ ਦੇ ਆ ਜਿਹੜੇ ਸਾਰੇ ਤੁਹਾਨੂੰ ਪਾੜਨੇ ਪੈਣੇ ਉੱਥੋਂ ਇਕੱਠੇ ਲਗਾਤਾਰ। ਪਰ ਅਸੀਂ ਉਹਦੇ ਵਿੱਚੋਂ ਵੀ ਕੁਝ ਪੰਕਤੀਆਂ ਜਿਹੜੀਆਂ ਹੈਗੀਆਂ ਚੁਣ ਲਈਆਂ, ਜਿਹੜੀ ਉਹ ਨਾ ਆਪਾਂ ਆਮ ਕਰਕੇ ਸੁਣਾਉਂਦੇ, ਜਿਵੇਂ ਭਗਤੀ 9 ਪ੍ਰਕਾਰ ਦੀ ਹੁੰਦੀ ਆ। ਹਾਂਜੀ, ਜਿਹੜੀ ਗੁਰੂ ਸਾਹਿਬ ਨੇ ਦੱਸੀ ਹੋਈ ਆ, ਉਹਦੇ ਹਵਾਲੇ ਦਿੱਤੇ ਜਾਂਦੇ ਆ। ਸੂਰਜ ਪ੍ਰਕਾਸ਼ ਦੇ ਵਿੱਚੋਂ ਹਵਾਲੇ ਦਿੱਤੇ ਜਾਂਦੇ ਵੀ ਇੱਕ ਕੀਰਤਨ ਭਗਤੀ ਆ, ਇੱਕ ਆਹ ਭਗਤੀ ਆ, ਇੱਕ ਆਹ ਭਗਤੀ ਆ। ਹਾਂਜੀ, ਉਹ ਭਗਤੀ ਵੀ ਇਸੇ ਦੌਰੇ ਦੇ ਵਿੱਚੋਂ ਨਿਕਲਦੀ ਪਈ। ਜਦੋਂ ਗੁਰੂ ਸਾਹਿਬ ਪ੍ਰਹਿਲਾਦ ਦੇ ਨਾਲ ਗੱਲਬਾਤ ਕਰਦੇ ਆ, ਉੱਥੇ ਉਹ 9 ਤਰ੍ਹਾਂ ਦੀ ਭਗਤੀ ਦਾ ਜ਼ਿਕਰ ਹੁੰਦਾ। ਇੱਕ ਵਾਰ 5 ਤਰ੍ਹਾਂ ਦੇ ਸਰੋਤਿਆਂ ਦੀ ਗੱਲ ਵੀ ਕੀਤੀ ਸੀ, ਉਹ ਵੀ ਸਾਰੀ ਗੱਲਬਾਤ ਪ੍ਰਹਿਲਾਦ ਦੇ ਨਾਲ ਗੱਲਬਾਤ ਆਉਂਦੀ ਆ। ਯਾਨੀ ਕਿ ਉਹ ਹਵਾਲੇ ਵੀ 5 ਪ੍ਰਕਾਰ ਦੇ ਸਰੋਤੇ ਹੁੰਦੇ ਆ, 9 ਤਰ੍ਹਾਂ ਦੀ ਭਗਤੀ ਹੁੰਦੀ ਆ। ਉਹ ਸਾਰੀਆਂ ਪੰਕਤੀਆਂ ਅਸੀਂ ਇੱਥੋਂ ਲੈ ਕੇ ਉਹ ਆਪਣੀ ਕਥਾ ਦੇ ਵਿੱਚ ਸੁਣਾਈ ਜਾਂਦੀ। ਯਾਨੀ ਉਹ ਚੀਜ਼ਾਂ ਚੱਕ ਲਈਆਂ ਉਹਨਾਂ ਨੇ ਮਰਜ਼ੀ ਨਾਲ। ਏਦਾਂ ਹੀ ਆ ਜਿਹੜਾ ਹੁਣ ਜਥੇਦਾਰ ਨੇ ਨਹੀਂ ਸੀ ਪਿਛਲੇ ਦਿਨੀ ਜਦੋਂ ਜਿਹੜੀ ਸਪੀਚ ਦੇ ਵਿੱਚ ਉਦਾਹਰਨ ਦਿੱਤੀ ਸੀ ਇਹਨੇ, ਜਿਹੜੀ ਕੁੱਕਰ ਦ੍ਰਿਸ਼ਟੀ ਤੇ ਸ਼ੇਰ ਦ੍ਰਿਸ਼ਟੀ ਦੀ ਗੱਲ ਕੀਤੀ ਸੀ ਨਾ। ਹਾਂਜੀ, ਵੀ ਇੱਕ ਕੁੱਤੇ ਵਾਲੀ ਬਿਰਤੀ ਹੁੰਦੀ ਆ, ਇੱਕ ਸ਼ੇਰ ਵਾਲੀ ਬਿਰਤੀ ਹੁੰਦੀ ਆ। ਹੁਣ ਉਹ ਜਿਹੜੀ ਗੱਲਬਾਤ ਹੋਈ ਆ, ਉਹ ਵੀ ਸੂਰਜ ਪ੍ਰਕਾਸ਼ ਦੇ ਇਹਨਾਂ ਅਧਿਆਇਆਂ ਵਿੱਚ ਹੋਈ ਜਦੋਂ ਗੁਰੂ ਸਾਹਿਬ ਕਦੇ ਆਕਾਸ਼ ਦੇ ਵਿੱਚ ਵਿਚਰਦੇ ਪਏ। ਉੱਥੇ ਆਕਾਸ਼ ਦੇ ਵਿੱਚ ਵਿਚਰਦਿਆਂ ਹੋਇਆ ਕਿਸੇ ਖੰਡ ਦੇ ਵਿੱਚ ਗੁਰੂ ਸਾਹਿਬ ਵਿਚਰਦੇ ਤੇ ਉੱਥੋਂ ਦੇ ਲੋਕਾਂ ਨੂੰ ਉਪਦੇਸ਼ ਦਿੰਦਿਆਂ ਹੋਇਆ ਗੁਰੂ ਸਾਹਿਬ ਦੱਸਦੇ ਆ ਵੀ ਇੱਕ ਕੁੱਕਰ ਦ੍ਰਿਸ਼ਟੀ ਹੁੰਦੀ ਆ, ਇੱਕ ਸ਼ੇਰ ਦ੍ਰਿਸ਼ਟੀ ਹੁੰਦੀ ਆ। ਵੀ ਕੁੱਕਰ ਦ੍ਰਿਸ਼ਟੀ ਛੱਡ ਦਿਓ, ਸ਼ੇਰ ਦ੍ਰਿਸ਼ਟੀ ਜਿਹੜੀ ਹੈਗੀ ਉਹ ਤੁਸੀਂ ਧਾਰਨ ਕਰੋ। ਹੁਣ ਅਸੀਂ ਗੱਲ ਕੀ ਉਹ ਉਦਾਹਰਨ ਉਨੀ ਕੋ ਲੈ ਲਈ ਕਿ ਗੁਰੂ ਸਾਹਿਬ ਨੇ ਏਦਾਂ ਕਿਹਾ, ਪਰ ਕਿੱਥੇ ਕਿਹਾ? ਜਿੱਥੇ ਕਿਹਾ ਉਸ ਇਤਿਹਾਸ ਦੀ ਤੇ ਹੋਂਦ ਦੀ ਕੋਈ ਨਹੀਂ ਬਚਦੀ। ਕਿਹਨੂੰ ਦੱਸੋਗੇ ਵੀ ਗੁਰੂ ਸਾਹਿਬ ਏਦਾਂ ਆਕਾਸ਼ ਦੇ ਵਿੱਚ ਵਿਚਰਦੇ ਪਏ ਆ ਤੇ ਉੱਥੇ ਥਾਂ ਦੇ ਉੱਤੇ ਨਗਰ ਵਸੇ ਹੋਏ ਆ। ਅਜੇ ਤਾਂ ਜੀ ਇੱਕੋ ਹੀ ਗੱਲੋਂ ਸ਼ੁਕਰ ਕਰਦੇ ਆ ਕਿ ਸਾਡੇ ਵਿਰੋਧੀਆਂ ਨੇ ਇਹ ਚੀਜ਼ਾਂ ਨੂੰ ਚੱਕ ਕੇ ਫੁਲਵਾਉਣਾ ਨਹੀਂ ਸ਼ੁਰੂ ਕੀਤਾ। ਬਿਲਕੁਲ ਬਿਲਕੁਲ, ਇਹਦੇ ਉੱਤੇ ਨਾਵਲ ਨਹੀਂ ਲਿਖੇ। ਜੇ ਕਿਤੇ ਇਦਾਂ ਉਹ ਕਰ ਦੇਣ ਪਏ, ਇਹ ਨਾਟਕ ਜਿਹੜਾ ਲਿਖਿਆ ਗਿਆ ਆ ਇਹ ਸੱਚੀ ਕਹਾਣੀ ਤੇ ਇਤਿਹਾਸ ਤੇ ਹੋਏ ਪਾਤਰ ਦੇ ਲਿਖੇ ਹੋਏ ਤੇ ਆਧਾਰਿਤ ਲਿਖਿਆ ਗਿਆ। ਅਬ ਲਿਖਿਆ ਵੀ ਉਸ ਦਾ ਹੋਇਆ ਵਾ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ 72 ਵਾਰੀ ਦਰਸ਼ਨ ਦਿੱਤੇ ਆ। ਜਿਹੜਾ ਰੋਜ਼ 4-4 ਘੰਟੇ ਪਹਿਲਾਂ ਸਿਮਰਨ ਕਰਕੇ ਲਿਖਦਾ ਸੀਗਾ, ਉਹਦਾ ਥੋੜੀ ਲਿਖਦਾ ਸੀ। ਪਹਿਲਾਂ 4 ਘੰਟੇ ਭਗਤੀ ਕਰਦਾ ਸੀਗਾ, ਫਿਰ ਇਤਿਹਾਸ ਲਿਖਣ ਲੱਗਦਾ ਸੀਗਾ। ਤੇ ਗੁਰੂ ਸਾਹਿਬ ਆਪ ਆਣ ਕੇ ਉਹਨੂੰ ਇਹ ਸਾਰਾ ਕੁਝ ਜਿਹੜਾ ਹੈਗਾ ਲਿਖਾਉਂਦੇ ਹੁੰਦੇ ਸੀਗੇ, ਆਪ ਉਹਦੇ ਲਿਖੇ ਹੋਏ ਦੀ ਸੁਧਾਈ ਕਰਵਾਉਂਦੇ ਹੁੰਦੇ। ਫਿਰ ਮੈਂ ਤਾਂ ਪਿਛਲੇ ਦਿਨੀ ਜਦੋਂ ਉਹ ਜਿਹੜੀ ਵੀਡੀਓ ਪਾਈ ਸੀ ਨਾ ਆਪਣੇ
ਗੁਰੂ ਗੋਬਿੰਦ ਸਿੰਘ ਜੀ ਦੀ ਵੀ 22-23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਅਫੀਮ ਖਾਣੀ ਸ਼ੁਰੂ ਕਰ ਦਿੱਤੀ, ਭੰਗ ਪੀਣੀ ਸ਼ੁਰੂ ਕਰ ਦਿੱਤੀ, ਨਸ਼ਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਹਾਂਜੀ। ਤੇ ਉਹ ਜਿਸ ਵੇਲੇ ਮੈਂ ਬਣਾਈ ਉਦੋਂ ਮੈਂ ਕਿਹਾ ਵੀ ਜੇ ਹੁਣ ਕੋਈ ਇਹਦੇ ਉੱਤੇ ਪੋਸਟਰ ਇਦਾਂ ਦਾ ਬਣਾ ਕੇ ਪਾ ਦੇਵੇ ਕਿ ਗੁਰੂ ਸਾਹਿਬ ਨੇ ਹੱਥ ਦੇ ਵਿੱਚ ਅਫੀਮ ਦੀ ਗੋਲੀ ਫੜੀ ਹੋਈ ਆ ਤੇ ਦੂਜੇ ਹੱਥ ਦੇ ਵਿੱਚ ਸੁੱਖੇ ਦਾ ਬਾਟਾ ਭਰਿਆ ਹੋਇਆ, ਉਹ ਫੜਿਆ ਹੋਇਆ, ਤੇ ਸਾਡੀਆਂ ਭਾਵਨਾਵਾਂ ਦੇਖੋ ਕਿੰਨੀਆਂ ਭੜਕਣ ਵੀ ਅਸੀਂ ਉਹਨੂੰ ਜਾਨੋਂ ਮਾਰਨ ਤੱਕ ਜਾਣਾ ਵੀ ਜਿਹਨੇ ਏਦਾਂ ਦਾ ਪੋਸਟਰ ਬਣਾਇਆ ਵਾ ਕਿ ਗੁਰੂ ਸਾਹਿਬ ਨੇ ਹੱਥ ਦੇ ਵਿੱਚ ਅਫੀਮ ਦੀ ਗੋਲੀ ਪਕੜੀ ਹੋਈ ਆ, ਨਾਲ ਉਹ ਸੁੱਖੇ ਦਾ ਬਾਟਾ ਜਿਹੜਾ ਉਹ ਭਰਿਆ ਹੋਇਆ, ਉਹ ਫੜਿਆ। ਹਾਲਾਂਕਿ ਗੁਰੂ ਸਾਹਿਬ ਦੀ ਤਸਵੀਰ, ਗੁਰੂ ਸਾਹਿਬ ਦਾ ਜਿਹੜਾ ਚਿੱਤਰਿਆ ਇਸੇ ਤਰੀਕੇ ਦੇ ਨਾਲ ਚਿੱਤਰਿਆ ਗਿਆ ਵਾ ਇਹਨਾਂ ਇਤਿਹਾਸਕ ਗ੍ਰੰਥਾਂ। ਆਹੋ, ਆ ਹੁਣ ਜਿਹੜੀ ਬਾਰ-ਬਾਰ ਦਿੱਲੀ ਨੂੰ ਲੱਗੇ ਹੋ ਆ ਕਰਨ ਇਹ ਵੀ ਦਿੱਲੀਏ ਅਸੀਂ ਏਦਾਂ, ਦਿੱਲੀਏ ਏਦਾਂ, ਅਸੀਂ ਤਾਂ ਏਦਾਂ ਕਰਦੇ ਰਹੇ ਤੇਰੇ ਨਾਲ। ਹੁਣ ਜਿਹੜਾ ਇਤਿਹਾਸ ਦੇ ਚੈਪਟਰਾਂ ਚੋਂ ਸਟੇਟਮੈਂਟਾਂ ਚੱਕਣੀਆਂ ਤੁਸੀਂ, ਉਹਨਾਂ ਤੇ ਤਾਂ ਹਾਸਾ ਹੀ ਆਉਣਾ ਨਾ। ਬਿਲਕੁਲ ਬਿਲਕੁਲ। ਫਿਰ ਇੱਕ ਇਹਦੇ ਵਿੱਚ ਇੱਕ ਉਦਾਹਰਨ ਹੋਰ ਦਿੱਤੀ ਕਿ ਕਰਕੇ ਚਲੋ ਆਪਾਂ ਸਮਾਪਤ। ਤੁਸੀਂ 2 ਘੰਟੇ ਆ ਜਾਓ। ਕੋਈ ਨਹੀਂ ਜੀ, ਕੋਈ ਨਹੀਂ, ਆਪਾਂ ਸਾਨੂੰ ਕੋਈ ਨਹੀਂ, ਤੁਸੀਂ ਆਪਣਾ ਟਾਈਮ ਲਾਓ ਜਿੰਨਾ ਵੀ ਲਾਉਣਾ। ਚਲੋ ਆਪਾਂ, ਮੈਂ ਵੀ ਜਾਣਾ ਕੰਮ ਤੇ ਬਾਅਦ ਵਿੱਚ। ਤੇ ਇੱਕ ਇਹਦੇ ਵਿੱਚ ਮੈਂ ਹੋਰ ਸੀਗਾ ਵੀ ਇੱਕ ਜਗ੍ਹਾ ਤੇ ਕਹਿੰਦੇ ਵੀ ਇੱਕ ਨਗਰ ਆਇਆ ਉਹਨਾਂ ਖੰਡਾਂ ਦੇ ਵਿੱਚ, 9 ਖੰਡਾਂ ਦੇ ਵਿੱਚ, ਜਿੱਥੇ ਭਾਈ ਬਾਲੇ ਨੂੰ ਪਕੜ ਲਿਆ। ਤੇ ਜਿਹੜੇ ਉੱਥੋਂ ਦੇ ਲੋਕ ਆ ਸਾਰੇ, ਉਹ ਸਾਰੇ ਦੇਵੀ ਪੂਜ ਆ, ਦੁਰਗਾ ਦੇ ਪੁਜਾਰੀ ਆ। ਤੇ ਸਮੇਂ-ਸਮੇਂ ਦੇ ਉੱਤੇ ਦੁਰਗਾ ਨੂੰ ਜਦੋਂ ਬਲੀ ਦਿੰਦੇ ਆ, ਛੋਟੇ-ਛੋਟੇ ਜਾਨਵਰਾਂ ਦੀ ਬਲੀ ਦਿੰਦੇ ਆ। ਤੇ ਜੇ ਕੋਈ ਵਿਦੇਸ਼ੀ ਉੱਥੇ ਆ ਜਾਂਦਾ ਤੇ ਫਿਰ ਉਹਨੂੰ ਪਕੜ ਕੇ ਬਲੀ ਦਿੰਦੇ। ਉੱਥੇ ਫਿਰ ਦੇਵੀ ਜਿੱਦਾਂ ਜ਼ਿਆਦਾ ਪ੍ਰਸੰਨ ਹੁੰਦੀ, ਜ਼ਿਆਦਾ ਖੁਸ਼ ਹੁੰਦੀ ਹੈ। ਉਹਨਾਂ ਕਹਿੰਦੇ ਭਾਈ ਬਾਲੇ ਨੂੰ ਪਕੜ ਲਿਆ। ਤੇ ਪਤਾ ਨਹੀਂ ਭਾਈ ਮਰਦਾਨਾ ਕਿੱਦਾਂ ਭਾਈ ਬਾਲੇ ਨਾਲ ਗੱਲ ਕਰੀ ਜਾਂਦਾ ਵੀ ਤੇਰਾ ਤਾਂ ਕੰਮ ਹੁਣ ਖਤਮ ਹੈ। ਉਹ ਕਹਿੰਦਾ ਕੋਈ ਨਹੀਂ, ਮੈਨੂੰ ਪਰਵਾਹ ਕੋਈ ਨਹੀਂ, ਵੀ ਗੁਰੂ ਸਾਹਿਬ ਹੈਗੇ ਰਖਵਾਲੇ ਮੇਰੇ। ਪਤਾ ਨਹੀਂ ਵੀ ਇਹ ਦਿਸਦੇ ਨਹੀਂ ਕਿਸੇ ਨੂੰ ਜਾਂ ਕੀ ਚੱਕਰ ਆ। ਭਾਈ ਬਾਲੇ ਨੂੰ ਪਕੜ ਕੇ ਮੰਦਿਰ ਦੇ ਵਿੱਚ ਉੱਥੇ ਲੈ ਜਾਂਦੇ, ਗੁਰੂ ਸਾਹਿਬ ਵੀ ਉੱਥੇ ਚੱਲ ਜਾਂਦੇ ਆ। ਉਹ ਕਹਿੰਦੇ ਵੀ ਜਿਸ ਵੇਲੇ ਭਾਈ ਬਾਲਾ ਲਿਖਦਾ ਵੀ ਜਿਸ ਵੇਲੇ ਉਹ ਕਿਰਪਾਨ ਕੱਢ ਕੇ ਆਇਆ ਨਾ, ਹੁਣ ਉੱਥੇ ਵੀ ਸ਼ਬਦ ਕਿਰਪਾਨ ਹੀ ਲਿਖਿਆ ਹੋਇਆ। ਰਜਿੰਦਰ ਸਿੰਘ ਖਾਲਸਾ ਪੰਚਾਇਤ ਵਾਲਾ ਕਹਿੰਦੇ ਕਿਰਪਾਨ ਸ਼ਬਦ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਵੀ ਉਹ ਤੋਂ ਪਹਿਲਾਂ ਤਲਵਾਰ ਹੁੰਦੀ ਸੀਗੀ, ਕਿਰਪਾਨ ਨਹੀਂ ਸੀ ਹੁੰਦੀ, ਪਹਿਲਾਂ ਤਲਵਾਰ ਹੁੰਦੀ ਸੀਗੀ। ਉੱਥੇ ਉਹਨਾਂ ਬਲੀ ਦੇਣ ਵਾਲਿਆਂ ਦੇ ਹੱਥ ਵਿੱਚ ਵੀ ਕਿਰਪਾਨ ਹੀ ਪਕੜੀ ਹੋਈ, ਤਲਵਾਰ ਨਹੀਂ ਪਕੜੀ। ਉਹ ਕਹਿੰਦੇ ਵੀ ਜਦੋਂ ਉਹ ਬਲੀ ਦੇਣ ਲੱਗਦਾ ਭਾਈ ਬਾਲੇ ਦੀ ਨਾ, ਤੇ ਦੇਵੀ ਪ੍ਰਗਟ ਹੋ ਜਾਂਦੀ ਆ। ਅੱਛਾ। ਉੱਥੇ ਜ਼ੋਰ ਦੀ ਇੱਕ ਧਮਾਕਾ ਹੁੰਦਾ, ਦੇਵੀ ਪ੍ਰਗਟ ਹੁੰਦੀ ਆ, ਤਾਂ ਆਣ ਕੇ ਉਹਦੇ ਕੋਲੋਂ ਤਲਵਾਰ ਖੋਹ ਲੈਂਦੀ ਆ, ਕਿਰਪਾਨ ਖੋਹ ਲੈਂਦੀ ਆ, ਤੇ ਉਸ ਕਿਰਪਾਨ ਦੇ ਨਾਲ ਜਿਹੜਾ ਉੱਥੋਂ ਦਾ ਬਾਦਸ਼ਾਹ ਵਾ ਉਹਦਾ ਸਿਰ ਵੱਢ ਦਿੰਦੀ। ਤੇ ਗੁਰੂ ਸਾਹਿਬ ਦੇ ਕੋਲੋਂ ਆ ਕੇ ਮਾਫੀ ਮੰਗਦੀ ਆ ਵੀ ਮੈਂ ਤਾਂ ਕੀਤਾ ਵੀ ਇਹ ਰੱਬ ਦੇ ਪਿਆਰੇ ਨੂੰ ਦੁੱਖ ਦੇਣ ਲੱਗੇ। ਹੁਣ ਜਾਨੀ ਕਿ ਉਸ ਸਾਰੇ ਪ੍ਰਸੰਗ ਨੂੰ ਬਿਆਨ ਤੇ ਇਸ ਤਰੀਕੇ ਦੇ ਨਾਲ ਕੀਤਾ ਵੀ ਗੁਰੂ ਸਾਹਿਬ ਜੀ ਦੀ ਵਡਿਆਈ ਬਿਆਨ ਕਰਨ ਵਾਸਤੇ, ਗੁਰੂ ਸਾਹਿਬ ਜੀ ਦੀ ਸ਼ੋਭਾ ਬਿਆਨ ਕਰਨ ਵਾਸਤੇ, ਜਸ ਗਾਉਣ ਵਾਸਤੇ। ਜਿਹੜਾ ਕਹਿੰਦੇ ਨਾ ਵੀ ਸੰਤੋਖ ਸਿੰਘ ਨੇ 2.5 ਲੱਖ ਪੰਕਤੀਆਂ ਲਿਖੀਆਂ ਗੁਰੂ ਸਾਹਿਬ ਜੀ ਦੀ ਵਡਿਆਈ ਦੇ। ਹੁਣ ਜੇ ਇੱਥੇ ਗੁਰੂ ਸਾਹਿਬ ਜੀ ਦੀ ਵਡਿਆਈ ਨੂੰ ਤੁਸੀਂ ਬਿਆਨ ਕਰਦੇ ਪਏ ਆ, ਤੇ ਇਸ ਤਰੀਕੇ ਦੇ ਨਾਲ ਦੇਵੀ ਦਾ ਪ੍ਰਗਟ ਹੋਣਾ ਉਹਨੂੰ ਵੀ ਤੇ ਪ੍ਰਮਾਣਿਤ ਕਰਦੇ ਪਏ ਆ ਨਾ। ਬਸ ਪੰਗਾ ਤਾਂ ਇੱਥੇ ਪੈਂਦਾ ਨਾ, ਉਹਦੇ ਉੱਤੇ ਵੀ ਤਾਂ ਤੁਸੀਂ ਮੋਹਰ ਲਾਉਣੇ ਪਏ ਆ ਨਾ। ਸਥਾਪਤੀ ਤਾਂ ਉਹਨਾਂ ਦੀ ਹੋ ਰਹੀ ਆ, ਉਹਦੀ ਵੀ ਤਾਂ ਸਥਾਪਤੀ ਹੋ ਰਹੀ ਆ ਨਾ। ਹੁਣ ਜਦੋਂ ਭਾਈ ਲਹਿਣਾ ਜੀ ਦੀ ਵਡਿਆਈ ਕਰਦੇ ਅਸੀਂ ਦੇਖਦੇ ਆ ਵੀ ਭਾਈ ਲਹਿਣਾ ਦੇਖਦੇ ਆ ਵੀ ਉਹ ਜਿਹੜੀ ਦੇਵੀ ਆ ਉਹ ਤਾਂ ਗੁਰੂ ਦੇ ਦਰ ਦੇ ਉੱਤੇ ਝਾੜੂ ਮਾਰਦੀ ਆ, ਯਾਨੀ ਕਿ ਦੇਵੀ ਦੀ ਸਥਾਪਤੀ ਵੀ ਤੇ ਨਾਲ ਅਸੀਂ ਕਰ ਦਿੱਤੀ। ਗੁਰੂ ਦੇ ਦਰ ਦੀ ਵਡਿਆਈ ਕਰਦੇ ਆ ਜਿਸ ਦੇਵੀ ਦੇਵਾਂ ਨੂੰ ਮੂਲ ਹੈ ਮਾਇਆ, ਗੁਰਬਾਣੀ ਨੇ ਆਖਿਆ ਸੀ, ਉਹਦੀ ਵੀ ਤਾਂ ਸਥਾਪਤੀ ਨਾਲ ਦੀ ਨਾਲ ਅਸੀਂ ਕਰ ਹੀ ਦਿੱਤੀ। ਜੇ ਉਸ ਵੇਲੇ ਦੇਵੀ ਹੈਗੀ ਆ, ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇਵੀ ਦਾ ਪ੍ਰਗਟ ਹੋਣਾ ਜਿਹੜਾ ਉਹ ਵੀ ਸਾਨੂੰ ਮੰਨਣਾ ਪੈਣਾ ਉਸੇ ਤਰੀਕੇ ਦੇ ਨਾਲ, ਕਿਉਂਕਿ ਉਸ ਤੋਂ ਪਹਿਲਾਂ ਵੀ ਪ੍ਰਗਟ ਹੁੰਦੀ ਹੈ। ਸੋ ਮੈਂ ਦੇਖਦਾ ਤਕਰੀਬਨ 250-300 ਪੰਨਾ ਏਦਾਂ ਦਾ ਬਣਦਾ ਜਿਹੜਾ ਕਿਸੇ ਨੂੰ ਵੀ ਤੁਸੀਂ ਅੱਜ ਦੇ ਜ਼ਮਾਨੇ ਦੇ ਵਿੱਚ ਸੁਣਾਓਗੇ, ਕੋਈ ਵੀ ਉਹਨੂੰ ਮੰਨੂਗਾ, ਕੋਈ ਵੀ ਉਹ ਤੇ ਯਕੀਨ ਨਹੀਂ ਕਰੂਗਾ। ਪਰ ਅਸੀਂ ਉਹਦੇ ਵਿੱਚੋਂ ਵੀ ਪੰਕਤੀਆਂ ਚੁਣ ਕੇ ਜਦੋਂ ਹੈਗਾ ਵੀ ਆਪਣੇ ਸਵਾਰਥ ਵਾਸਤੇ, ਆਪਣੇ ਲੈਕਚਰਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਵਾਸਤੇ, ਜਿੱਦਾਂ ਅਸੀਂ ਗੁਰਬਾਣੀ ਦੇ ਪ੍ਰਮਾਣਾਂ ਦੀ ਵਰਤੋਂ ਕਰਦੇ ਹਾਂ, ਉਦਾਂ ਹੀ ਅਸੀਂ ਇਹਨਾਂ ਇਤਿਹਾਸਕ ਗ੍ਰੰਥਾਂ ਦੇ ਵਿੱਚੋਂ ਪੰਕਤੀਆਂ ਲੈ ਕੇ ਉੱਥੇ ਲਿਆ ਕੇ ਫਿੱਟ ਕਰਦੇ। ਸਤਿਆਨਾਸ ਵੀ ਉਦੋਂ ਹੀ ਵੱਜਾ ਜੀ ਅਸਲ ਵਿੱਚ, ਜਦੋਂ ਇਹ ਸਿਆਣੇ ਕਹਾਉਣ ਵਾਲਿਆਂ ਨੇ ਇਹਨਾਂ ਚੋਂ ਛਾਂਟ ਕੇ ਸਾਡਾ ਸਤਿਆਨਾਸ ਇਹਨਾਂ ਗ੍ਰੰਥਾਂ ਨੇ ਨਹੀਂ ਉਹਨਾਂ ਮਾਰਿਆ ਜਿੰਨਾ ਇਹਨਾਂ ਨੂੰ ਛਾਂਟ ਕੇ ਸੁਣਾਉਣ ਵਾਲਿਆਂ ਨੇ ਮਾਰਿਆ। ਬਿਲਕੁਲ ਕਿ ਦੇਖੋ ਅੱਜ ਮਜਬੂਰੀ ਬਣ ਗਈ ਸਾਡੀ ਵੀ ਗੁਰਦੁਆਰਿਆਂ ਦੇ ਵਿੱਚ ਇਹਨਾਂ ਗ੍ਰੰਥਾਂ ਤੋਂ ਬਗੈਰ ਕਥਾ ਨਹੀਂ ਹੋ ਸਕਦੀ। ਹੋਰ ਸਾਡੇ ਕੋਲ ਸੁਣਾਉਣ ਵਾਸਤੇ ਕੁਛ ਹੈ ਨਹੀਂ। ਜਿੰਨੇ ਇਤਿਹਾਸਕ ਸਥਾਨ ਹੈ, ਜਿੰਨੇ ਵੱਡੇ ਗੁਰਦੁਆਰੇ ਆ, ਸ਼ਾਮ ਦੇ ਵੇਲੇ ਸਾਰੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਗ੍ਰੰਥਾਂ ਦੀ ਕਥਾ ਹੁੰਦੀ ਹੈ, ਚਾਹੇ ਕਿਸੇ ਤਰੀਕੇ ਦੇ ਨਾਲ ਵੀ ਕਰਨ।
ਚਾਹੇ ਉਹਨੂੰ ਸਵਾਰ ਕੇ ਪੇਸ਼ ਕਰਨ, ਚਾਹੇ ਉਹਦੇ ਵਿੱਚੋਂ ਪੰਕਤੀਆਂ ਛੱਡ ਕੇ ਉਹਨੂੰ ਪੇਸ਼ ਕਰਨ। ਪਰ ਇਹਦੇ ਤੋਂ ਬਗੈਰ ਸਾਡੀ ਸ਼ਾਮ ਦੀ ਕਥਾ ਦੀ ਹੋਂਦ ਨਹੀਂ ਗੁਰਦੁਆਰੇ ਦੇ ਵਿੱਚ ਰਹੀ। ਬਾਕੀ ਨਹੀਂ ਜੀ, ਦੁਨੀਆ 'ਚ ਜਿੱਥੇ ਵੀ ਕਿਤੇ ਨਾ ਹਿਸਟਰੀ ਦਾ ਚੈਪਟਰ ਆ, ਉਹ ਸਿਰਫ ਮਨੁੱਖੀ ਦਿਮਾਗ ਦੇ ਵਿਕਾਸ ਲਈ ਆ। ਤੇ ਉਹਨੂੰ ਸੁਣਾ ਕੇ ਸਾਰਿਆਂ ਨੂੰ, ਜਿੱਥੇ ਨਾ ਇਤਿਹਾਸ ਪੜ੍ਹਾਇਆ ਜਾਊਗਾ ਉੱਥੇ ਸੋਸ਼ਲ ਸਾਇੰਸ ਪਹਿਲਾਂ ਹੋਊਗੀ। ਬਿਲਕੁਲ ਜੀ। ਉੱਥੇ ਮੈਥੇਮੈਟਿਕਸ ਪਹਿਲਾਂ ਹੋਊਗਾ, ਅਲਜਬਰਾ ਹੋਊਗਾ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਮਨੁੱਖੀ ਦਿਮਾਗ ਨੂੰ ਸਮੱਸਿਆਵਾਂ ਨੂੰ ਸੁਲਝਾਉਣ ਦਾ ਤਰੀਕਾ ਨਾ ਦੱਸਿਆ ਤੇ ਪੁਰਾਣੀਆਂ ਸਮੱਸਿਆਵਾਂ ਕਿੰਨੀਆਂ ਗੁੰਝਲਦਾਰ ਸੀਆਂ, ਉਹਨਾਂ ਨੇ ਕਿੱਦਾਂ ਨਜਿੱਠੀਆਂ, ਇਹ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੋਣਾ। ਬਿਲਕੁਲ। ਪਹਿਲਾਂ ਅੱਜ ਉਹਦੇ ਅੰਦਰ ਸਮੱਸਿਆਵਾਂ ਨੂੰ ਸੁਲਝਾਉਣ ਦੀ ਸ਼ਮਤਾ ਪਾਉਣੀ ਪੈਣੀ ਆ। ਬਿਲਕੁਲ। ਜਿੱਦਣ ਉਹ ਫਾਰਮੂਲੇ ਪਤਾ ਲੱਗ ਗਏ ਉਹਨੂੰ, ਫਿਰ ਉਹਨੂੰ ਦੱਸਣ ਦਾ ਫਾਇਦਾ ਆ ਵੀ ਅੱਜ ਤੋਂ 1000 ਸਾਲ ਪਹਿਲਾਂ ਸਮੱਸਿਆ ਜਦੋਂ ਆਉਂਦੀ ਸੀ ਤੇ ਏਦਾਂ ਨਜਿੱਠੀ ਜਾਂਦੀ ਸੀ। ਬਿਲਕੁਲ। ਨਹੀਂ ਤਾਂ ਹਿਸਟਰੀ ਆਪਣੇ ਆਪ 'ਚ ਕੋਈ ਮਾਇਨੇ ਨਹੀਂ ਰੱਖਦੀ। ਬਿਲਕੁਲ। ਇੱਕ ਸਾਡੇ ਗੁਰਦੁਆਰੇ ਆ ਜਿੱਥੇ ਮਨੁੱਖੀ ਪਰਸਨੈਲਿਟੀ ਦੇ ਡਿਵੈਲਪਮੈਂਟ ਦੇ ਲਈ ਕੱਖ ਨਹੀਂ ਹੋ ਰਿਹਾ। ਬਸ ਬੀਤੇ ਸਮੇਂ ਦੀਆਂ ਗੱਪਾਂ ਮਾਰ ਕੇ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਹਾਂ, ਹੋਰ ਕੱਖ ਨਹੀਂ। ਵੈਸੇ ਜੇ ਆਪਾਂ ਦੇਖੀਏ ਵੀ ਨਾ, ਤਾਂ ਜਿੱਦਾਂ ਦੀ ਮਾਨਸਿਕ ਸਥਿਤੀ ਜਾਂ ਜਿੰਨਾ ਕੁ ਮਾਨਸਿਕ ਵਿਕਾਸ ਇਸ ਸੰਤੋਖ ਸਿੰਘ ਦਾ, ਇਸ ਇਤਿਹਾਸ ਨੂੰ ਲਿਖਣ ਵਾਲੇ ਦਾ, ਆਪਾਂ ਇਹਦੀ ਲਿਖਤ ਵਿੱਚੋਂ ਸਾਹਮਣੇ ਆਉਂਦਾ ਵਾ ਵੀ ਕਿੰਨੀ ਕਾਮਨ ਸੈਂਸ ਦਾ ਬੰਦਾ ਮਾਲਕ ਹੋਊਗਾ। ਹਾਂਜੀ। ਅਜੋਕੇ ਸਮੇਂ ਦੇ ਅੰਦਰ ਜਿਹੜੇ ਸੰਪਰਦਾਈ ਪ੍ਰਚਾਰਕ ਆ, ਉਹ ਵੀ ਉਨੀ ਕਈ ਕਾਮਨ ਸੈਂਸ ਦੇ ਮਾਲਕ ਹੈਗੇ ਆ। ਉਹਨਾਂ ਕੀ ਬੁੱਧੀ ਜਿਹੜੀ ਹੈਗੀ ਉਹਨਾਂ ਦੀ ਵਿਕਸਿਤ ਹੋਈ ਆ, ਉੱਥੇ ਕੀ ਖਲੋਤੇ ਹੋਏ ਆ। ਜਿੱਦਾਂ ਇਸੇ ਵਾਸਤੇ ਉਸੇ ਨੂੰ ਜੱਫਾ ਮਾਰ ਕੇ ਜਿਹੜਾ ਹੈਗਾ ਉਹ ਬੈਠੇ ਹੋਏ ਆ, ਔਰ ਉਸ ਨੂੰ ਛੱਡਣ ਵਾਸਤੇ ਜਿਹੜੇ ਹੈਗੇ ਉਹ ਤਿਆਰ ਨਹੀਂ। ਤਾਂ ਹੀ ਤਾਂ ਚੀਕਾਂ ਵੱਜਦੀਆਂ ਜਦੋਂ ਕਿਸੇ ਪਰਿਵਰਤਨ ਦੀ ਗੱਲ ਆਉਂਦੀ ਆ ਨਾ, ਜਦੋਂ ਕੋਈ ਨਵੀਂ ਧਾਰਾ ਖੜੀ ਹੁੰਦੀ ਆ, ਉਦੋਂ ਇਹ ਕਾਹਤੇ ਮਾਰਨ ਤੱਕ ਜਾਂਦੇ ਆ, ਛਬੀਲ ਕਾਹਤੇ ਲਾਉਂਦੇ ਆ। ਬਿਲਕੁਲ ਜੀ। ਉਹੀ ਗੱਲ ਜਿਹੜੀ ਕਿ ਇਹ ਤੋਂ ਬਗੈਰ ਕੋਲ ਹੈ ਨਹੀਂ ਕੁਝ ਹੋਰ ਦੱਸਣ ਵਾਸਤੇ, ਬਸ ਉਹਨਾਂ ਦੀ ਹੋਂਦ ਇੱਥੇ ਖੜੀ ਆ ਜੀ। ਬਿਲਕੁਲ।